एक बार फिर तो हाज़री जी तुहाडे साਰਿਆਂ ਨਾਲ प्रोग्राम प्राइम फोकस ਦੇ ਵਿੱਚ मैं गुरप्रीत संधावालिया ਤੇ ਭਾਰਤ ਦੀ ਗੱਲ ਕਰਾਂ ਤਾਂ ਅੱਜ 1 ਮਈ ਹੋ ਗਈ ਤੇ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 400ਵਾਂ ਪ੍ਰਕਾਸ਼ ਪੁਰਬ ਹੈ ਜੀ। ਸੋ ਦੁਨੀਆ ਭਰ 'ਚ ਵਸਦੀ ਸਿੱਖ ਸੰਗਤ ਨੂੰ ਪ੍ਰਾਈਮ ਏਸ਼ੀਆ ਟੀਵੀ ਦੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਅੱਜ ਤੋਂ ਜਿਹੜੇ ਉਹ ਸਮਾਗਮ ਨੇ ਉਹਨਾਂ ਦੇ ਵਿੱਚ ਵੀ ਹਾਜ਼ਰੀਆਂ ਲੱਗਣ ਲੱਗ ਪਣੀਆਂ ਨੇ। ਨਾਲ ਗੱਲਾਂ ਬਾਤਾਂ ਕਰਨ ਲਈ ਆਪਣੇ ਬਾਠ ਸਾਹਿਬ ਆ, ਪਹਿਲਾਂ ਇਹਨਾਂ ਦੀ ਹਾਜ਼ਰੀ ਲਵਾ ਲਈਏ। ਕੀ ਹਾਲ ਬਾਠ ਸਾਹਿਬ? बहुत वधिया जी, शुक्रिया, मेहरबानी, धन्यवाद। सेहतां ठीक ने जी। अच्छा, अज देखो 400 साला प्रकाश पुरब है तो जी चीज़ ऐतकी करोने का करके नवेकली देखने मिल रही है वो है कि वड्डियां वड्डियां शख्सियतां जिहड़ियां ने ईवन मुख मंत्री पंजाब होरां ने भी अरदास च तां शामिल होना है, उत्थे हाज़री भी लवाउणी पर वीडियो कॉल जरिए यानी कि विजुअली उत्थे हाज़र होना। प्लस लोगों ने इन्हां यही कहा कि भी तुसीं भी उत्थे अरदास च शामिल हो पर होवो आपो अपने घरां चों टीवी तो जी। ਮੈਨੂੰ ਸੰਧਾਲੀਆ ਸਾਹਿਬ ਲੱਗਦਾ ਕਿ ਐਤਕੀ ਨਾ ਸਾਨੂੰ ਬਹੁਤ ਕੁਝ ਸੋਚਣ ਵਿਚਾਰਨ ਦਾ ਮੌਕਾ ਜਿਹੜਾ ਦਿੱਤਾ, ਖਾਸ ਤੌਰ ਦੇ ਉੱਤੇ ਆ ਜਿਹੜਾ ਅਹਿਮ ਦਿਨ ਵਿੱਚ ਆਇਆ। ਇਕੱਠ ਵੱਡਾ ਹੋ ਨਹੀਂ ਸਕਦਾ, ਹਰ ਬੰਦਾ ਆਪੋ ਆਪਣੇ ਪੱਧਰ ਦੇ ਉੱਤੇ ਸਾਵਧਾਨੀ ਵਰਤੇ। ਚੰਗਾ ਹੋਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਉੱਥੇ ਹਾਜ਼ਰ ਹੋਣਾ ਆ। ਬਾਕੀ ਸਿਆਸੀ ਪਾਰਟੀਆਂ ਦੇ ਲੀਡਰ ਵੀ ਇੱਦਾਂ ਹੀ ਕਰਨ। ਹਾਂ, ਅਸੀਂ ਇੰਨਾ ਜ਼ਰੂਰ ਚਾਹੁੰਦੇ ਹਾਂ ਕਿਉਂਕਿ ਵਿੱਚ ਜਿਹਾ ਰੌਲਾ ਇਹ ਵੀ ਪਿਆ ਸੀ ਕਿ ਸ਼ਾਇਦ ਇੱਕ ਬਹੁਤ ਵੱਡੀ ਪੰਜਾਬ ਦੀ ਸਿਆਸੀ ਪਾਰਟੀ ਦੇ ਮੁਖੀ ਨੂੰ ਰੋਕਿਆ ਵੀ ਗਿਆ ਕਿਸੇ ਕਾਰਨ ਕਰਕੇ, ਉਹਨਾਂ ਦੀ ਪਾਰਟੀ ਦੇ ਵੱਲੋਂ ਇਤਰਾਜ਼ ਵੀ ਕੀਤਾ ਗਿਆ ਕੁਝ ਲੀਡਰਾਂ ਨੇ ਕਿ ਇੱਦਾਂ ਕਿਉਂ। ਹੁਣ ਰੌਲਾ ਇਸ ਗੱਲ ਦਾ ਕਿ ਸਮਾਗਮ ਚੱਲਣੇ ਲੰਬੇ, ਸਾਡੇ ਲੀਡਰ 10 ਮਿੰਟ 15 ਮਿੰਟ ਅੱਧਾ ਘੰਟਾ 1 ਘੰਟਾ ਰੋਜ਼ ਥੋੜ੍ਹੀ ਜਿਹੀ ਵਿਚਾਰ ਕਰਨ। ਆਮ ਬੰਦਾ ਤਾਂ ਕਰੇ ਹੀ ਕਰੇ, ਅਸੀਂ ਵੀ ਇੱਕ ਦੂਜੇ ਦੇ ਨਾਲ ਲੜਦੇ ਹਾਂ, ਫਸਦੇ ਹਾਂ, ਮਾਰੋ ਮਾਰੀ ਕਰਦੇ ਹਾਂ, ਵੱਟ ਲਈ, ਬੰਨੇ ਲਈ, ਟਾਹਲੀ ਲਈ, ਆਹ ਗਲੀ ਮੇਰੀ ਆ ਕੰਧ ਸਾਡੇ ਭਾਪੇ ਨੇ ਕੱਢੀ ਆ, ਇਹਦੇ ਉੱਤੇ ਤੁਸੀਂ ਐਵੇਂ ਗਾਡਰ ਰੱਖ ਦਿੱਤਾ ਸੀ ਉਦੋਂ ਮੜ ਜਾ ਪੁੱਛ ਕੇ ਕਿ ਅਸੀਂ ਛੱਤ ਪਾ ਲਈਏ। ਕਿਉਂਕਿ ਇਹ ਸਮਾਂ ਜਿਹੜਾ ਨਾ ਉਹਨਾਂ ਚੀਜ਼ਾਂ ਨੂੰ ਵਿਚਾਰਨ ਦਾ ਜੋ ਸਾਨੂੰ ਗੁਰੂ ਸਾਹਿਬਾਨ ਦੇ ਕੇ ਗਏ ਆ ਤੇ ਨਾਲ ਦੀ ਨਾਲ ਸਾਡੇ ਲੀਡਰ ਤਾਂ ਸੱਚੀ ਵਿਚਾਰਨ ਕਿ ਠੀਕ ਹੈ ਤੁਸੀਂ ਸ਼ਾਮਲ ਹੋ ਪਾਉਂਦੇ ਹੋ ਫਿਜ਼ੀਕਲੀ ਕਿ ਨਹੀਂ, ਉਹ ਇੱਕ ਵੱਖਰੀ ਗੱਲ ਹੈ। ਪਰ ਪੰਜਾਬ ਦੇ 3.25 ਕਰੋੜ ਲੋਕਾਂ ਦੀ ਜ਼ਿੰਦਗੀ ਤੁਹਾਡੇ ਹੱਥ ਹੈ। ਉਹਨਾਂ ਦਾ ਭਵਿੱਖ ਕਿੱਦਾਂ ਦਾ ਹੋਏਗਾ, ਉਹਨਾਂ ਦੀ ਸਿਹਤ ਕਿੱਦਾਂ ਦੀ ਹੋਏਗੀ ਤੇ ਚੰਗਾ ਕਿਰਦਾਰ ਜੇ ਨਿਭਾਉਣਾ, ਮੈਂ ਕਹਿੰਦਾ ਕਿ 1 ਘੰਟਾ ਕਿਤੇ ਗੁਰਬਾਣੀ ਵਿਚਾਰ ਘਰੇ ਬੈਠੇ ਕਰ ਲੈਣ ਉਹਨਾਂ ਦੀਆਂ ਸਿੱਖਿਆਂ ਕਿ ਇਕੱਲਾ ਗੁਰਬਾਣੀ ਤੇ ਵਿਚਾਰ ਜ਼ਰੂਰ ਕਰ ਲੈਣ। ਇਹ ਨਾ ਹੋਵੇ ਕਿ ਇਕੱਲੀ ਗੁਰਬਾਣੀ ਸਰਵਣ ਹੀ ਕਰ ਲੈਣ ਤੇ ਮੁੜ ਕੇ ਵਿਚਾਰ ਨਾ ਕਰਨ। ਫਿਰ ਤਾਂ ਚਲੋ ਲੀਡਰ ਜਾਂਦੇ ਹੁੰਦੇ ਆ, ਫੋਟੋ ਖਿਚਵਾਉਂਦੇ ਹੁੰਦੇ ਆ, ਬਾਹਰ ਆ ਕੇ ਵੀ ਕਹਿੰਦੇ ਹੁੰਦੇ ਆ ਜੀ ਬਹੁਤ ਖੁਸ਼ੀ ਪ੍ਰਾਪਤ ਹੋਈ ਸੰਗਤ ਦੇ ਦਰਸ਼ਨ ਕਰਕੇ। ਸੰਗਤ ਜਿਹੜੀ ਆ ਨਾ ਉਹਦੇ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ। ਹਾਂ, ਮਤਲਬ ਸੰਗਤ ਦੇ ਦਰਸ਼ਨ ਕਰਕੇ ਖੁਸ਼ੀ ਪ੍ਰਾਪਤ ਨਾ ਕਰਨ, ਸੰਗਤਾਂ ਲਈ ਕੁਛ ਇਹੋ ਜਿਹਾ ਕਰਨ ਵੀ ਸੰਗਤ ਵਾਕਿਆ ਵੀ ਖੁਸ਼ ਹੋਵੇ, ਸੰਗਤ ਵੀ ਉਹਨਾਂ ਨੂੰ ਸੰਗਤ 'ਚ ਦੇਖ ਖੁਸ਼ ਹੋਵੇ। ਚਲੋ ਖੈਰ ਇਹ ਤਾਂ ਚਲੋ ਹੁਣ ਉਹਨਾਂ ਦਾ ਕੰਮ ਹੈ ਭਾਈ ਸਾਹਿਬ, ਉਹ ਕਿਵੇਂ ਕਿਹੜੀ ਚੀਜ਼ ਦੇਖਦੇ ਆ। ਪਰ ਇੱਕ ਗੱਲ ਹੈ ਬਾਠ ਸਾਹਿਬ, ਹੁਣ ਇਹ ਜਿਸ ਮੌਕੇ ਦੇ ਉੱਪਰ ਵੀ ਸਾਰਾ ਕੁਝ ਹੋ ਰਿਹਾ, ਚਲੋ ਜੇ ਪ੍ਰੀਕਾਸ਼ਨਸ ਰੱਖੀਆਂ ਜਾ ਰਹੀਆਂ ਵਧੀਆ ਗੱਲ ਹੈ। ਕਿਉਂਕਿ ਜਿਸ ਹਿਸਾਬ ਨਾਲ ਕਰੋਨੇ ਵਾਲਾ ਕੰਮ ਚੱਲਿਆ, ਪਹਿਲਾਂ ਤਾਂ ਆਪਾਂ ਬਾਹਰਲੇ ਮੁਲਕਾਂ ਬਾਰੇ ਸੋਚਦੇ ਸੀ ਵੀ ਲੈ ਵੀ ਫਲਾਣੇ ਮੁਲਕ ਦਾ ਬੜਾ ਮੰਦਾ ਹਾਲ ਹੈ, ਢੀਂਗੜੇ ਦਾ ਬੜਾ ਮੰਦਾ ਹਾਲ ਹੈ। ਪਰ ਹੁਣ ਜੇ ਸਾਰੇ ਕੁਝ ਦੇ ਵਿੱਚ ਸਭ ਤੋਂ ਵੱਧ ਇਸ ਵਕਤ ਮੰਦਾ ਹਾਲ ਆ ਉਹ ਤਾਂ ਫਿਰ ਭਾਰਤ ਦਾ ਹੀ ਹੈ। ਨਹੀਂ, ਭਾਰਤ ਦਾ ਹੀ ਹੈ ਜੀ। ਦੇਖੋ ਪਹਿਲਾਂ ਤਾਂ ਅਮਰੀਕਾ ਵਾਲਿਆਂ ਨੇ ਮਦਦ ਦਾ ਐਲਾਨ ਕੀਤਾ ਸੀ ਕਿ ਅਸੀਂ ਆਹ ਚੀਜ਼ਾਂ ਤੁਹਾਨੂੰ ਭੇਜਾਂਗੇ, ਪਹੁੰਚਣ ਲੱਗ ਪਈਆਂ। ਮੈਨੂੰ ਇਹ ਵੀ ਲੱਗਦਾ ਹੁੰਦਾ ਸੰਧਾਲੀਆ ਸਾਹਿਬ ਐਵੇਂ ਘਰੇ ਬੜ ਕੇ ਸਰਦਾਰ ਬਣੇ ਰਹਿਣ ਦਾ ਕੋਈ ਫਾਇਦਾ ਨਹੀਂ। ਜੇ ਕੋਈ ਸਮੱਸਿਆ ਆ ਨਾ ਤਾਂ ਕੋਠੇ ਚੜ੍ਹ ਕੇ ਰੌਲਾ ਪਾਉਣਾ ਚਾਹੀਦਾ। ਜਦੋਂ ਕੋਈ ਹੋਰ ਰੌਲਾ ਪਾਵੇ ਤਾਂ ਆਪ ਮਦਦ ਕਰੀਏ, ਜਦੋਂ ਅਸੀਂ ਰੌਲਾ ਪਾਈਏ ਤਾਂ ਦੂਸਰੇ ਮਦਦ ਕਰਨ। ਦੁਨੀਆ ਦੇ ਵਿੱਚ ਭਾਈਚਾਰਾ ਅਸਲ ਦੇ ਵਿੱਚ ਤਾਂ ਕਹਿੰਦੇ ਸੀ ਦੁਨੀਆ ਪਿੰਡ ਬਣ ਗਈ, ਗਲੋਬਲ ਵਿਲੇਜ ਬਣ ਗਿਆ। ਉਹ ਪਿੰਡ ਬਣਿਆ ਕਿ ਨਹੀਂ ਬਣਿਆ ਹੁਣ ਪਤਾ ਲੱਗਣਾ ਤੇ ਲੱਗ ਵੀ ਰਿਹਾ। ਬਹੁਤ ਸਾਰੇ ਦੇਸ਼ਾਂ ਨੇ ਮਦਦ ਭਾਰਤ ਦੀ ਕੀਤੀ ਹੈ ਕਿ ਆਕਸੀਜਨ ਚਾਹੀਦੀ, ਵੈਂਟੀਲੇਟਰ ਚਾਹੀਦੇ, ICU ਦੇ ਲਈ ਤੁਹਾਨੂੰ ਉਪਕਰਨ ਚਾਹੀਦੇ, ਆਹ ਚੱਕੋ, ਪੈਸੇ ਵੀ ਚੱਕੋ, ਆਹ ਸਮਾਨ ਵੀ ਚੱਕੋ, ਕੋਈ ਗੱਲ ਨਹੀਂ। ਹੁਣ ਅਮਰੀਕਾ ਨੇ 4 ਤਰੀਕ ਤੋਂ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ, ਜਿਹੜੇ ਭਾਰਤ ਦੇ ਲੋਕ ਨੇ ਉਹਨਾਂ ਦੇ ਉੱਤੇ ਹੁਣ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ ਕਿ ਭਾਈ ਤੁਸੀਂ ਹਾਲ ਦੀ ਘੜੀ ਨਾ ਆਇਓ। ਵੀ ਅਸੀਂ ਚਾਹੁੰਦੇ ਨਹੀਂ ਸੀ ਪਰ ਕਿਉਂਕਿ ਅਸੀਂ ਆਪਣੇ ਦੇਸ਼ 'ਚ ਵੀ ਦੇਖਣਾ ਸੀ, ਬਹੁਤ ਵੱਡੀ ਸੱਟ ਖਾਧੀ ਹੈ ਪਿਛਲੇ ਸਾਲ 'ਚ। US 'ਚ ਸਭ ਕਿੰਨੀਆਂ ਮੌਤਾਂ ਹੋਈਆਂ, ਕੀ ਕੁਛ ਨਹੀਂ ਹੋਇਆ, ਇਕਨੋਮੀ ਕਿੱਧਰਲੇ ਪਾਸੇ ਚਲੇਗੀ। ਪਹਿਲਾਂ ਕੈਨੇਡਾ ਵਾਲਿਆਂ ਨੇ, ਦੂਸਰੇ ਪਾਸੇ ਨਿਊਜ਼ੀਲੈਂਡ ਵਾਲਿਆਂ ਨੇ ਤੇ ਹੋਰ ਕਈ ਦੇਸ਼ਾਂ ਨੇ ਪਾਬੰਦੀਆਂ ਲਾਈਆਂ ਸੀ। ਹੁਣ ਅਮਰੀਕਾ ਅਜੇ ਖੁੱਲ੍ਹਿਆ ਸੀ ਪਰ ਭਾਰਤ ਦੇ ਲੋਕਾਂ ਦੇ ਲਈ ਹੁਣ 4 ਮਈ ਤੋਂ USA ਵਾਲੇ ਵੀ ਆਵਾਜਾਈ ਹਾਲ ਦੀ ਘੜੀ ਬੰਦ ਕਰਨ ਲੱਗੇ ਆ। ਸਮੱਸਿਆ ਬਹੁਤ ਵੱਡੀ ਹੈ, ਕੋਈ ਛੋਟੀ ਨਹੀਂ ਹੈ। ਨਹੀਂ, ਸਮੱਸਿਆ ਤਾਂ ਬਹੁਤ ਵੱਡੀ ਹੈ। ਸਮੱਸਿਆ ਦੇਖੋ ਇੱਥੋਂ ਤੱਕ ਹੈ ਵੀ ਉਹ ਜਿਹੜਾ ਇਸ ਵਕਤ ਜੇ ਆਪਾਂ ਮੀਡੀਆ ਦੀ ਗੱਲ ਕਰੀਏ ਤਾਂ ਮੀਡੀਆ ਦੇ ਵਿੱਚ ਉਹ ਵੱਡਾ ਨਾਂ ਸੀ ਰੋਹਿਤ ਸਰਦਾਨਾ ਜੀ। ਸ਼ਖਸ ਦੇਖੋ ਜੇ ਕਿੰਨੀ ਕੁ ਉਮਰ ਦਾ ਸੀ, 41 ਸਾਲਾਂ ਦਾ, ਤੇ ਕਹਿੰਦੇ ਗੱਲਾਂ ਕਰਦਾ ਜੇ ਚੰਦ ਘੰਟੇ ਪਹਿਲਾਂ ਜਿਹੜੇ ਲੋਕ ਮਿਲ ਕੇ ਆਏ ਉਹ ਕਹਿੰਦੇ ਬੜਾ ਵਧੀਆ, ਜਿਨ੍ਹਾਂ ਨਾਲ ਫੋਨ 'ਤੇ ਜਾਂ ਵੀਡੀਓ ਦੇ ਉੱਪਰ ਗੱਲ ਹੁੰਦੀ ਉਹ ਕਹਿੰਦੇ ਹਾਂ ਬੜਾ ਵਧੀਆ। ਡਾਕਟਰ ਦਾ ਫੋਨ ਆਉਂਦਾ ਵੀ ਉਹ ਸ਼ਾਇਦ ਵੈਂਟੀਲੇਟਰ 'ਤੇ ਪਾਉਣਾ ਪਵੇ ਤੇ ਜਦ ਤੱਕ ਦੂਸਰੇ ਬੰਦੇ ਪਤਾ ਕਰਨ ਦੇ ਲਈ ਫੋਨ ਕਰਦੇ ਵੀ ਹਾਂਜੀ ਕਿੱਦਾਂ ਦੇ। ਨਹੀਂ, ਕੁਛ ਸੰਧਾਲੀਆ ਸਾਹਿਬ ਸਮਝ ਨਹੀਂ ਆਉਂਦੀ ਕਿਉਂਕਿ ਐਤਕੀ ਨਾ
ਵੱਖਰੇ ਵੱਖਰੇ ਤਰ੍ਹਾਂ ਦੇ ਵੇਰੀਐਂਟ ਆ, ਕਿਸਮਾਂ ਵੱਖੋ ਵੱਖਰੇ ਤਰ੍ਹਾਂ ਦੀਆਂ, ਤੇ ਉਹ ਕਿਹੜੇ ਤਰੀਕੇ ਬੰਦੇ ਦੇ ਕਿਹੜੇ ਅੰਗ ਨੂੰ ਫੜ ਲੈਣੀਆਂ। ਵੈਸੇ ਵੀ ਆਪਾਂ ਕਈ ਵਾਰ ਗੱਲ ਕਰਦੇ ਹੁੰਦੇ ਕਿ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਜ਼ਰੂਰੀ ਨਹੀਂ ਹੈ ਕਿ ਬੰਦਾ ਕੋਟ ਪੈਂਟ ਪਾ ਕੇ ਬੈਠਾ ਠੀਕ ਬੈਠਾ ਲੱਗਦਾ ਕਿ ਭਾਈ ਉਹਦੀ ਵਧੀਆ ਲਾਈਫ ਹੈ ਤੇ ਉਹ ਅੰਦਰਲੇ ਪਾਸਿਓਂ ਵੀ ਉਹਦੀ ਬਾਡੀ ਠੀਕ ਹੀ ਹੋਏਗੀ। ਕਿਉਂਕਿ ਸਾਡੇ ਖਾਸ ਤੌਰ ਦੇ ਉੱਤੇ ਭਾਰਤ ਦੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ, ਕਿਉਂਕਿ ਜਿਹੜੇ ਵੱਡੇ ਮੀਡੀਆ ਅਦਾਰਿਆਂ ਦੇ ਵਿੱਚ ਕੰਮ ਕਰਦੇ ਬੰਦੇ ਆ, ਕੋਈ ਦਿੱਲੀ ਰਹਿੰਦਾ, ਕੋਈ ਮੁੰਬਈ ਰਹਿੰਦਾ, ਉੱਥੋਂ ਦੀ ਆਬੋ ਹਵਾ ਕਿੱਦਾਂ ਦੀ ਹੈ, ਉੱਥੋਂ ਦਾ ਰਹਿਣ ਸਹਿਣ ਕਿੱਦਾਂ ਦਾ ਆ, ਉੱਥੋਂ ਦਾ ਖਾਣ ਪੀਣ ਕਿੱਦਾਂ ਦਾ। ਮੈਂ ਇਹ ਸੋਚਦਾ ਹੁੰਦਾ ਕਦੇ ਕਦੇ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਬੰਦਾ ਸੈਰ ਕਰਨ ਵੀ ਕਿੱਥੇ ਚਲੇ ਜੂ। ਤੁਸੀਂ ਸੈਰ ਕਰਨ ਚਲੇਂਗੇ, ਆਕਸੀਜਨ ਦਾ ਸਿਲੰਡਰ ਪਿੱਠ ਤੇ ਲੱਦ ਕੇ ਥੋੜੀ ਚਲੇ ਜਾਓਗੇ। ਬੰਦਾ ਘਰੋਂ ਬਾਹਰ ਨਿਕਲਦਾ ਤੇ ਬਾਹਰਲੇ ਪਾਸੇ ਕਿੰਨਾ ਦੂਸ਼ਿਤ ਵਾਤਾਵਰਨ ਆ, ਕਿੰਨੀ ਮਾੜੀ ਹਵਾ ਆ। ਤੇ ਜਦੋਂ ਸਾਡੀਆਂ ਸਰਕਾਰਾਂ ਨੂੰ ਪੁੱਛਦੇ ਹੁੰਦੇ ਸੀ ਪਹਿਲਾਂ, ਹੁਣ ਅੱਜ ਕਿਉਂਕਿ ਆਪਣਾ ਪੱਤਰਕਾਰ ਭਾਈ ਗਿਆ ਤੇ ਚਰਚਾ ਤਾਂ ਕਰਨੀ ਬਣਦੀ ਹੈ, ਕੋਈ ਉਸ ਪੱਤਰਕਾਰ ਦੇ ਵਿਚਾਰਾਂ ਦੇ ਨਾਲ ਸਹਿਮਤ ਹੋ ਸਕਦਾ, ਕੋਈ ਅਸਹਿਮਤ, ਪਰ ਸੂਬਿਆਂ ਵਾਲੇ ਕੇਂਦਰ ਤੇ, ਕੇਂਦਰ ਵਾਲੇ ਸੂਬਿਆਂ ਤੇ, ਜਾਣੀ ਅਸਲ ਸਮੱਸਿਆ ਧੂਆਂ ਤਾਂ ਹੈਗਾ ਹੀ ਆ ਨਾ, ਚਾਹੇ ਪੰਜਾਬ ਵਾਲਿਆਂ ਫਲਾਇਆ, ਹਰਿਆਣੇ ਵਾਲਿਆਂ ਜਾਂ ਦਿੱਲੀ ਸਰਕਾਰਾਂ ਜਾਂ ਕੇਂਦਰ ਵਾਲਿਆਂ ਨੇ। ਇੰਨੀ ਗੱਲ ਐਗਜ਼ਿਸਟ ਕਰਦੀ ਆ ਕਿ ਧੂਆਂ ਹੈਗਾ, ਹਵਾ ਸਾਹ ਲੈਣ ਜੋਗੀ ਨਹੀਂ, ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਸ ਇੱਧਰਲੇ ਪਾਸੇ ਚੱਕ ਕੇ, ਜਿੱਦਾਂ ਕਈ ਹੁੰਦੀ ਨਾ, ਬਹੁਤ ਸੁਚੱਜੀਆਂ ਬੀਬੀਆਂ ਹੁੰਦੀਆਂ, ਸਿਆਣੀਆਂ ਹੁੰਦੀਆਂ, ਪਰ ਬਿਰਲੀ ਟਾਮੀ ਕੋਈ ਕਚੱਜੀ ਹੋਵੇ ਤਾਂ ਉਹ ਆਪਣੇ ਘਰੋਂ ਕੂੜਾ ਕੱਢ ਕੇ ਦੂਜਿਆਂ ਦੇ ਮੂਹਰੇ ਸੁੱਟ ਦਿੰਦੀ ਹੈ। ਨਹੀਂ, ਆਪਣੇ ਤੇ ਸ਼ੁਰੂ ਤੋਂ ਰਿਵਾਜ ਚੱਲਦਾ ਨਾ ਵੀ ਜੇ ਮੰਨ ਲਓ ਗਲੀ ਸਾਫ਼ ਕਰਨੀ ਆ ਤੇ ਗਲੀ ਤੋਂ ਕੂੜਾ ਜਿਹਾ ਹੂੰਜ ਕੇ ਰੂੜੀ ਤੇ ਕਰ ਦਿਓ। ਤੇ ਉਹ ਕਹਿੰਦੇ ਵੀ ਰੂੜੀ, ਕਹਿੰਦੇ ਇਹ ਤੇ ਨਹੀਂ ਚੁੱਕੀ ਜਾਣੀ, ਜਾਂ ਤਾਂ ਕਨਾਤ ਲਾ ਦਿਓ, ਨਹੀਂ ਤੇ ਫਿਰ ਕਲੀ ਪਾ ਦਿਓ ਤੇ ਵੈਲਕਮ ਲਿਖ ਦਿਓ। ਉਹ ਜਿਹੜਾ ਮਤਲਬ ਇਹ ਵਾਲਾ ਆਪਣਾ ਕੰਮ ਹੈ ਨਾ ਵੀ ਹਰੇਕ ਸਮੱਸਿਆ ਨੂੰ ਕਰਾਂ ਢੱਕ ਕੇ ਟਾਈਮ ਜਿਹਾ ਸਾਰ ਲਈਏ ਆਪਾਂ, ਸ਼ਾਇਦ ਉਹਦਾ ਕਰਕੇ ਹਾਲਾਤ ਦੇਖਣੇ ਪੈਣੇ। ਤੁਸੀਂ ਹਵਾ ਦੀ ਗੱਲ ਕੀਤੀ ਵਾਟ ਸਾਹਿਬ, ਮੈਂ ਸੋਚ ਰਿਹਾ ਸੀ ਵੀ ਹੁਣ ਇਹ ਜਿਹੜਾ ਇਸ ਵਕਤ ਜੋ ਵੀ ਇਹਨੂੰ ਵੇਰੀਐਂਟ ਕਹਿ ਲਓ ਜਾਂ ਜੋ ਵੀ ਕਹਿ ਲਓ, ਉਹ ਜੇ ਲੰਗਸ ਨੂੰ ਫੜਦਾ, ਫੇਫੜਿਆਂ ਨੂੰ ਪੈਂਦਾ, ਤਾਂ ਮੇਰਾ ਖਿਆਲ ਆ ਵੀ ਫੇਫੜਿਆਂ ਨੂੰ ਸੰਭਾਲਣ ਲਈ ਥਾਂ ਥਾਂ 'ਤੇ ਰੌਲਾ ਜ਼ਰੂਰ ਪੈਂਦਾ। ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਇਹ এনवायरमेंट ਮੰਤਰਾਲਾ ਵੀ ਹੈਗਾ, ਪਰ ਉਹਨਾਂ ਨੇ ਕਦੀ ਸੋਚਿਆ ਹੋਊਗਾ ਕਿ ਯਾਰ ਬੰਦੇ ਦੇ ਸਰੀਰ 'ਚ ਜਿਹੜੇ ਫੇਫੜੇ ਆ, ਇਹ ਕੱਢ ਕੇ ਜੇ ਆਖੀਏ ਵੀ ਚੱਲ ਕੋਈ ਨਹੀਂ ਗੱਲ ਨਹੀਂ, ਜਿਸ ਤਰ੍ਹਾਂ ਉਂਗਲ ਮੰਨ ਲਓ ਨੁਕਸਿਆ ਤੇ ਕੱਟ ਦਈਏ ਤਾਂ ਚੱਲ ਜੂ, ਫੇਫੜੇ ਕੱਢ ਕੇ ਤਾਂ ਬੰਦਾ ਖਤਮ ਹੋ ਸਕਦਾ। ਤੇ ਜੇ ਉਹਨਾਂ ਦੇ ਲਈ ਅਜੇ ਤੱਕ ਕਦੀ ਕਿਸੇ ਨੇ ਸੋਚਿਆ ਨਹੀਂ, ਤੇ ਹੁਣ ਉਹੀ ਫੇਫੜੇ ਜਦੋਂ ਐਂ ਫੇਲ ਹੁੰਦੇ ਆ ਵੀ ਸਾਰਿਆਂ ਫੇਫੜਿਆਂ ਦੇ ਵਿੱਚ ਜੀ ਉਹ ਫੈਲ ਗਿਆ ਵਾਇਰਸ, ਫੇਫੜਿਆਂ ਨੇ ਕੰਮ ਕਰਨਾ ਛੱਡਤਾ, ਉਹਨਾਂ 'ਚ ਸੋਜ ਪੈ ਗਈ, ਉਹਨਾਂ 'ਚ ਇਨਫੈਕਸ਼ਨ ਹੋ ਗਈ, ਕੋਈ ਕਾਰਨ ਵੀ ਬਣ ਗਿਆ ਜਿਹਦਾ ਉਹ ਇਲਾਜ ਨਹੀਂ ਕਰ ਪਾਉਂਦੇ। ਜਿੰਨੀ ਛੇਤੀ ਵਾਇਰਸ ਵੱਧਦਾ ਉਨੀ ਛੇਤੀ ਇਲਾਜ ਨਹੀਂ ਵੱਧਦਾ। ਤੇ ਅੱਜ ਹੀ ਸੋਚ ਲਿਆ ਜਾਵੇ ਵੀ ਯਾਰ ਜੇ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਸਿਰਫ ਤੇ ਸਿਰਫ ਇਸ ਕਰਕੇ ਹੋ ਰਹੀਆਂ ਕਿ ਜਿਹੜੇ ਸਾਡੇ ਸਰੀਰ ਦਾ ਉਹ ਅੰਗ ਹੈ ਜਿਹਦਾ ਕਰਕੇ ਸਰੀਰ ਚੱਲਣਾ, ਅਸੀਂ ਉਹਨੂੰ ਜਿਹੜੀ ਉਹਨੇ ਹਰ ਪਲ ਹਵਾ ਲੈਣੀ ਉਹੀ ਨਹੀਂ ਸ਼ੁੱਧ ਦੇ ਪਾ ਰਹੇ, ਤੇ ਫਿਰ ਹੋਰ ਆਪਾਂ ਕਿਹੜੀਆਂ ਡੀਂਗਾਂ ਮਾਰਦੇ ਹਾਂ। ਸੰਧਾਲੀਆ ਸਾਹਿਬ, ਕਈ ਚੀਜ਼ਾਂ ਨੇ ਸੋਚ ਵਿਚਾਰ ਵਾਲੀਆਂ ਜਿਨ੍ਹਾਂ ਦੇ ਉੱਤੇ ਸੋਚ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਜਦੋਂ ਦਰਿਆ ਦੇ ਵਿੱਚ ਇੱਕ ਮਿੱਲ ਦਾ ਸੀਰਾ ਡਿੱਗਿਆ ਸੀ ਨਾ, ਉਦੋਂ ਪਹਿਲੀ ਵਾਰੀ ਇਹ ਚਰਚਾ ਦੇ ਵਿੱਚ ਆਈ ਸੀ ਕਿ ਦਰਿਆ ਦੇ ਵਿੱਚ ਬਹੁਤ ਸਾਰੇ ਜੀਵ ਹੁੰਦੇ ਆ, ਉਹਦੀ ਆਪਣੀ ਬਨਸਪਤੀ ਆ, ਉਹਦੇ ਵਿੱਚ ਬਹੁਤ ਸਾਰੇ ਜੀਵ ਨੇ, ਤੇ ਆਮ ਲੋਕਾਂ ਨੂੰ ਅੱਛਾ ਉਹਨਾਂ ਨੂੰ ਨੁਕਸਾਨ ਪਹੁੰਚਾ। ਜੇ ਉਹਨਾਂ ਨੂੰ ਨੁਕਸਾਨ ਪਹੁੰਚਾ ਤਾਂ ਕਿੰਨਾ ਆਮ ਬੰਦੇ ਨੂੰ ਨੁਕਸਾਨ ਹੈ। ਉਦੋਂ ਬਹੁਤ ਸਾਰੇ ਆਮ ਲੋਕਾਂ ਨੇ ਉਹਦੇ ਬਾਰੇ ਸੋਚਣਾ ਸ਼ੁਰੂ ਕੀਤਾ। ਆ ਪਿੱਛੇ ਜਿਹਾ ਮੱਛੀਆਂ ਫਿਰ ਮਰੀਆਂ ਸੀ ਕਿ ਭਾਈ ਕਿਸੇ ਨੇ ਫਿਰ ਜ਼ਹਿਰੀਲਾ ਪਾਣੀ ਪਾ ਦਿੱਤਾ, ਬੁੱਢੇ ਨਾਲੇ ਦੇ ਕੀ ਹਾਲਾਤ ਨੇ। ਅੱਜ ਜਦੋਂ ਸੂਬਿਆਂ ਦੀਆਂ ਸਰਕਾਰਾਂ ਜਾਂ ਕੇਂਦਰ ਦੀਆਂ ਸਰਕਾਰਾਂ ਇੱਕ ਦੂਜੇ ਤੇ ਇਲਜ਼ਾਮ ਲਾਉਂਦੀਆਂ, ਕੋਈ ਸੂਬੇ ਤੇ ਲਾਊ ਜੀ ਇਹਨਾਂ ਨੇ ਠੀਕ ਨਹੀਂ ਕੀਤਾ, ਸੂਬੇ ਵਾਲੇ ਲਾਊ ਕੇਂਦਰ ਨੇ, ਕੀ ਤੁਸੀਂ ਆਪਣਾ ਪਾਰਟ ਪਲੇ ਕਰ ਰਹੇ ਹੋ? ਤੁਸੀਂ ਆਪਣਾ ਰੋਲ ਜਿਹੜਾ ਉਹ ਠੀਕ ਨਿਭਾ ਰਹੇ? ਬਿਲਕੁਲ ਨਹੀਂ। ਹੁਣ ਇਹ ਕਿਹੜਾ ਹੈਗਾ ਕਿ ਕਈ ਵਾਰੀ ਆਪਾਂ ਬੋਤਲ ਹੁੰਦੀ ਆ, ਪੰਜਾਬ 'ਚ ਕਈ ਥਾਈਂ ਪਾਣੀ ਇੱਦਾਂ ਦਾ, ਜੇ ਤੁਸੀਂ ਬੋਤਲ 'ਚ ਪਾਣੀ ਪਾ ਰੱਖੀ ਉਹ ਥੱਲੇ ਉਹ ਪੀਲੀ ਹੋ ਜਾਂਦੀ ਆ, ਫਿਰ ਤਾਰਾਂ ਵਾਲਾ ਬੁਰਸ਼ ਉਹ 'ਚ ਫੇਰੀਦਾ। ਫੇਫੜਿਆਂ 'ਚ ਕੋਈ ਤਾਰਾਂ ਵਾਲਾ ਬੁਰਸ਼ ਨਹੀਂ ਫੇਰਿਆ ਜਾ ਸਕਦਾ। ਇੱਕ ਵਾਰੀ ਹੋ ਗਏ ਤਾਂ ਹੋ ਗਏ, ਇਹਨਾਂ ਨੂੰ ਤਾਂ ਪਹਿਲਾਂ ਹੀ ਬਚਾਉਣਾ ਪਊਗਾ, ਪਰ ਉਧਰ ਬਚਾਉਣ ਦੇ ਲਈ ਕੋਈ ਢੰਗ ਤਰੀਕਾ ਨਹੀਂ। ਆਮ ਲੋਕਾਂ ਨੂੰ ਪੰਜਾਬੀ 'ਚ ਕਹਿੰਦੇ ਹੁੰਦੇ ਬਲਦੀ ਦੇ ਬੁੱਥੇ ਸੁੱਟੀ ਜਾਂਦੇ ਆ, ਬਚਣਾ ਚਾਹੀਦਾ। ਬਿਲਕੁਲ। ਹੁਣ ਆਪਾਂ ਜੇ ਕਾਨੂੰਨ ਵਾਲੇ ਪਾਸੇ ਆਈਏ, WhatsApp ਤੇ ਕਾਨੂੰਨ ਦੀ ਵਿਆਖਿਆ ਕਰਨ ਲਈ ਸਰਵਉੱਚ ਅਦਾਲਤ ਮੇਰੇ ਖਿਆਲ ਨਾਲ ਜਿਸ ਦਿਨ ਦਾ ਉਹਨਾਂ ਨੇ ਛਾਂਟਾ ਫੜਿਆ, ਕਿਸੇ ਨਾ ਕਿਸੇ ਦੇ ਮੋਹਰਾਂ 'ਚ ਵੱਜੀ ਜਾਂਦਾ। ਉਹ ਗੱਲ ਵੱਖਰੀ ਹੈ ਵੀ ਉਹ ਕਹਿੰਦੇ ਦੋ ਪਈਆਂ ਤੇ ਵਿਸਰ ਗਈਆਂ ਵਾਲਾ ਕੰਮ ਚੱਲੀ ਜਾਂਦਾ। ਪਰ ਹੁਣ ਜਿਹੜਾ ਆਪਾਂ ਜੇ ਕੱਲ੍ਹ ਪਰਸੋਂ ਹੀ ਗੱਲ ਕਰਦੇ ਸੀ ਵੀ ਜੇ ਕੋਈ ਸੋਸ਼ਲ ਮੀਡੀਆ 'ਤੇ ਵੀ ਗੱਲ ਪਾਉਂਦਾ ਵੀ ਯਾਰ ਕੋਈ ਮੇਰੀ ਸੁਣ ਲਓ ਸਰਕਾਰ ਜੀ, ਮੈਂ ਮਰ ਗਿਆ, ਮੇਰਾ ਜੀ ਏਜੰਟ ਮਰ ਗਿਆ ਜੀ, ਸਾਡੀ ਕੋਈ ਪਸਾਰ ਲੈ ਲਓ, ਤੇ ਨਾਲ ਹੋਰ ਕੋਈ ਆਵੇ ਨਾ ਆਵੇ, ਕਹਿੰਦੇ ਪੁਲਿਸ ਵਾਲੇ ਜ਼ਰੂਰ ਆ ਜਾਂਦੇ ਵੀ ਚੱਲ ਬਹਿ ਜਿਪਸੀ 'ਚ ਆ ਜਾ ਤੇਰੀ ਸਮੱਸਿਆ ਦੂਰ ਕਰੀਏ। ਹੁਣ ਜਿਹੜੇ ਇਸ ਮੁੱਦੇ ਨੂੰ ਸੁਪਰੀਮ ਕੋਰਟ ਦੇ ਵਿੱਚ ਇਹਦੀ ਚਰਚਾ ਹੋਣੀ ਤੇ ਇਹ ਕਿਹਾ ਜਾਣਾ ਵੀ ਜੇ ਤੁਸੀਂ ਇਸ ਤਰ੍ਹਾਂ ਕਿਸੇ ਮਦਦ ਮੰਗਣ ਵਾਲੇ ਦੇ ਉੱਪਰ ਇਹੋ ਜਿਹੀ ਕਾਰਵਾਈ ਕਰਦੇ ਹੋ ਤੇ ਇਹਨੂੰ ਅਦਾਲਤੀ ਤੋਹੀਨ ਮੰਨਿਆ ਜਾਊਗਾ। ਇਹ ਨੌਬਤ ਆਉਣ ਦੇਣੀ ਨਹੀਂ ਸੀ ਚਾਹੀਦੀ ਮੇਰੇ ਖਿਆਲ ਨਾਲ। ਉਹਨੂੰ ਜੇ ਸੰਵੇਦਨਸ਼ੀਲਤਾ ਸੀ ਤੇ ਪਹਿਲਾਂ ਹੀ ਸੋਚ ਲੈਂਦੇ ਵੀ ਯਾਰ ਜੇ ਕੋਈ ਮਦਦ ਮੰਗਦਾ ਤੇ ਉਹ ਕੋਈ ਸੌਖ ਨੂੰ ਥੋੜ੍ਹਾ ਮੰਗਦਾ, ਫਸਿਆ ਹੀ ਮੰਗਣ ਡਿਆ। ਅੱਜ ਜਦੋਂ ਗੱਲ ਕਰਾਂਗੇ ਤਾਂ ਕਈਆਂ ਬੰਦਿਆਂ ਨੇ ਕਹਿਣਾ ਨਹੀਂ ਜੀ ਅਦਾਲਤਾਂ ਪਹਿਲਾਂ ਸੁੱਤੀਆਂ ਸੀ, ਆਹ ਸੀ। ਮੈਂ ਕਹਿੰਦਾ ਕਿ ਅੱਜ ਹਾਲ ਦੀ ਘੜੀ ਪਿੱਛੇ ਜੋ ਹੋਇਆ ਉਹ ਤੋਂ ਅੱਖਾਂ ਮੀਟ ਲੈਂਦੇ ਆ। ਅਦਾਲਤਾਂ ਅੱਜ ਜੋ ਕਹਿ ਰਹੀਆਂ ਉਧਰਲੇ ਪਾਸੇ ਆਉਂਦੇ ਆ। ਤੁਸੀਂ ਇਹ ਦੇਖੋ ਕਿ ਸੁਪਰੀਮ ਕੋਰਟ ਜਿਹੜੇ ਕੇਸ ਦੀ ਹੀਅਰਿੰਗ ਕਰ ਰਹੀ ਸੀ ਨਾ, ਸੁਣਵਾਈ ਕਰ ਰਹੀ ਸੀ, ਉਹਦੇ ਵਿੱਚ ਉਹਨਾਂ ਨੇ ਆਖਰੀ ਕਿਹਾ ਕਿ 70 ਸਾਲਾਂ 'ਚ
ਭਾਰਤ ਦੇ 70 ਸਾਲ ਜਾਣੀ ਕਿ ਆਜ਼ਾਦੀ ਤੋਂ ਬਾਅਦ ਸਾਡੇ ਅਸੀਂ ਢਾਂਚਾ ਨਹੀਂ ਚੰਗਾ ਬਣਾਇਆ। ਇਹਦਾ ਮਤਲਬ ਹੈ ਕਿ ਪਿਛਲੇ 17 ਸਾਲਾਂ 'ਚ ਜਿੰਨੇ ਪ੍ਰਾਈਮ ਮਿਨਿਸਟਰ ਹੋਏ ਆ, ਜਿੰਨੇ ਸਿਹਤ ਮੰਤਰੀ ਹੋਏ ਆ, ਜਿੰਨੇ ਗ੍ਰਹਿ ਮੰਤਰੀ ਹੋਏ ਆ, ਜਿੰਨੇ ਮੁੱਢਲੇ ਢਾਂਚੇ ਨੂੰ ਨਿਰਮਾਣ ਮੰਤਰੀ ਹੋਏ ਆ, ਸਾਡੇ ਜਿੰਨੇ ਲੋਕਲ ਬਾਡੀਜ਼ ਮੰਤਰੀ ਹੋਏ ਆ, ਸਾਰਿਆਂ ਦੇ ਉੱਤੇ ਸੁਪਰੀਮ ਕੋਰਟ ਨੇ ਇੱਕ ਪ੍ਰਸ਼ਨ ਚਿੰਨ੍ਹ ਲਾਇਆ। ਦੇਖੋ ਉਹ ਬੰਦੇ, ਅੱਜ ਜੇ ਕੋਈ ਬੰਦਾ ਮਾਸਕ ਨਾ ਲਾਵੇ ਉਹਨੂੰ ਜੁਰਮਾਨਾ ਹੁੰਦਾ, ਜੇ ਕੋਈ ਬੰਦਾ ਸੋਸ਼ਲ ਡਿਸਟੈਂਸ ਨਾ ਰੱਖੇ ਉਹਨੂੰ ਜੁਰਮਾਨਾ ਹੁੰਦਾ, ਜੇ ਲੋਕਡਾਊਨ ਦੇ ਵਿੱਚੋਂ ਕੋਈ ਬੰਦਾ ਬਾਹਰ ਨਿਕਲੇ ਉਹਨੂੰ ਜੁਰਮਾਨਾ ਹੁੰਦਾ, ਗੈਰ ਜ਼ਰੂਰੀ ਬਾਹਰ ਨਿਕਲੇ, ਕੋਈ ਬੰਦਾ ਅਫਵਾਹ ਫੈਲਾਵੇ ਉਹਨੂੰ ਸਜ਼ਾ ਹੁੰਦੀ, ਜੁਰਮਾਨਾ ਹੁੰਦਾ। ਜਿਨ੍ਹਾਂ ਬੰਦਿਆਂ ਦੇ ਕਰਕੇ, ਜਿਨ੍ਹਾਂ ਨੂੰ ਅਸੀਂ ਡਿਊਟੀਆਂ ਦਿੱਤੀਆਂ ਸੀ, ਉਹ ਸਾਡੇ ਟੈਕਸ ਦੇ ਪੈਸੇ 'ਚੋਂ ਤਨਖਾਹ ਲੈਂਦੇ ਸੀ, ਉਹਨਾਂ ਨੂੰ ਡਰਾਈਵਰ, ਉਹਨਾਂ ਨੂੰ ਕਾਰਾਂ, ਉਹਨਾਂ ਨੂੰ ਰਸੋਈਏ, ਉਹਨਾਂ ਨੂੰ ਹਰ ਸਹੂਲਤ, ਹਵਾਈ ਸਫ਼ਰ, ਰੇਲ ਸਫ਼ਰ, ਬੱਸ ਸਫ਼ਰ ਮੁਫਤ ਸੀ, ਤੇ ਉਹਦੇ ਪੈਸੇ ਅਸੀਂ ਭਾਰਤ ਦੇ ਲੋਕ, ਤੁਸੀਂ ਲੋਕ, ਸਾਰੇ ਲੋਕ, ਵੋਟਰ ਜਿਹੜੇ ਨੇ, ਉਹਨਾਂ ਦੇ ਟੈਕਸ ਦੇ ਪੈਸੇ 'ਚੋਂ ਜਾਂਦੇ ਸੀ। ਇਹਦਾ ਮਤਲਬ ਹੈ ਕਿ ਜੇ ਅੱਜ ਮੁੱਢਲਾ ਢਾਂਚਾ ਮਾਣਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਠੀਕ ਨਹੀਂ ਬਣਿਆ, ਜੇ ਉਹ ਕਹਿੰਦੇ ਆ ਕਿ ਹੈਲਥ ਕੇਅਰ ਸੈਕਟਰ, ਸਿਹਤ ਸੇਵਾਵਾਂ ਦਾ ਜਿਹੜਾ ਸਾਡਾ ਡਿਪਾਰਟਮੈਂਟ ਹੈ, ਉਹ ਕਹਿੰਦੇ ਤਕਰੀਬਨ ਕਰ ਗਿਆ, ਖਤਮ ਹੋਣ ਕਿਨਾਰੇ ਤੇ ਪਹੁੰਚ ਗਿਆ, ਇਹ ਸੁਪਰੀਮ ਕੋਰਟ ਦੀ ਵਰਡਿੰਗ ਆ। ਇਹਦਾ ਮਤਲਬ ਹੈ ਕਿ ਭਾਰਤ ਦੇ ਜਿੰਨੇ ਅੱਜ ਤੱਕ ਦੇ ਸਿਹਤ ਮੰਤਰੀ ਹੋਏ, ਉਹਨਾਂ ਨੇ ਡਿਊਟੀ ਨਹੀਂ ਨਿਭਾਈ। ਜੇ ਉਹਨਾਂ ਨੇ ਡਿਊਟੀ ਨਿਭਾਈ ਹੁੰਦੀ, ਸਾਡੀਆਂ ਸਰਕਾਰਾਂ ਨੇ ਤੇ ਸਾਡੇ ਮੰਤਰੀਆਂ ਨੇ, ਖਾਸ ਤੌਰ ਤੇ ਸਾਰੇ ਸਿਹਤ ਮੰਤਰੀ, ਅੱਜ ਫਿਰ ਜਨਸੰਖਿਆ ਦੇ ਲਈ ਜਿੰਨੇ ਹਸਪਤਾਲ ਚਾਹੀਦੇ ਸੀ ਉਹਨੇ ਹਸਪਤਾਲ ਹੋਣੇ ਸੀ, ਉਨੇ ਉਹਨਾਂ ਦੇ ਵਿੱਚ ਬੈੱਡ ਹੋਣੇ ਸੀ, ਉਨੇ ਉਹਨਾਂ ਦੇ ਵਿੱਚ ਡਾਕਟਰ, ਸਹਾਇਕ ਅਮਲਾ, ਫੈਲਾ, ਸਕੈਨਿੰਗ ਮਸ਼ੀਨਾਂ, ਸਾਰਾ ਕੁਝ ਹੋਣਾ ਸੀ। ਹੁਣ ਜਦੋਂ ਸੁਪਰੀਮ ਕੋਰਟ ਕਹਿੰਦੀ ਹੈ ਕਿ 70 ਸਾਲਾਂ ਦੇ ਇਤਿਹਾਸ 'ਚ ਤੁਸੀਂ ਢਾਂਚਾ ਨਹੀਂ ਠੀਕ ਬਣਾ ਸਕੇ, ਸਿਹਤ ਢਾਂਚਾ ਜਿਹੜਾ, ਹੈਲਥ ਕੇਅਰ ਸਿਸਟਮ ਜਿਹੜਾ, ਉਹ ਤਕਰੀਬਨ ਕਹਿੰਦੇ ਭੁਰ ਗਿਆ, ਇਹ ਸਾਨੂੰ ਨਜ਼ਰ ਆਉਂਦਾ ਸਾਹਮਣੇ। ਹੁਣ ਸੰਧਾਲੀਆ ਸਾਹਿਬ, ਜਿਹੜੀ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ, ਤੁਸੀਂ ਦੇਖੋ ਕਿ ਇੱਕ ਬੰਦਾ, ਜੇ ਉਹਦੇ ਪਰਿਵਾਰ ਦੇ ਜੀ ਨੂੰ ਬੈੱਡ ਮਿਲ ਗਿਆ ਹੋਵੇ, ਆਕਸੀਜਨ ਮਿਲ ਗਈ ਹੋਵੇ, ਕਿਹਦਾ ਜੀ ਕਰਦਾ ਕਿ ਭਾਈ ਆ ਕੇ ਦੋ ਹੱਥੜੀਆਂ ਪਿੱਟੇ ਕਿ ਭਾਈ ਸਾਡੇ ਪਰਿਵਾਰ ਦੇ ਜੀ ਨੂੰ ਬਚਾ ਲਓ। ਤੇ ਸਰਕਾਰਾਂ ਕੀ ਕਹਿੰਦੀਆਂ, ਪ੍ਰਸ਼ਾਸਨ ਕਹਿੰਦਾ ਤੁਸੀਂ ਜੀ ਲੋਕਾਂ 'ਚ ਡਰ ਪੈਦਾ ਕਰਦੇ ਹੋ, ਤੁਸੀਂ ਲੋਕਾਂ 'ਚ ਸਹਿਮ ਪੈਦਾ ਕਰਦੇ ਹੋ, ਤੁਹਾਡੀ ਇਸ ਪੋਸਟ ਦੇ ਕਰਕੇ ਲੋਕਾਂ ਦੇ ਵਿੱਚ ਅਫਰਾ ਤਫਰੀ ਮਚ ਗਈ, ਉਹ ਆਕਸੀਜਨ ਦੇ ਸਿਲੰਡਰ ਲੈਣ ਭੱਜ ਗਏ। ਜਾਂ ਤਾਂ ਕਹੋ ਕਿ ਉਹ ਜਿਹੜੇ ਬੰਦੇ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਕਿ ਮੈਨੂੰ ਬੈੱਡ ਚਾਹੀਦਾ, ਮੈਨੂੰ ਆਕਸੀਜਨ ਦਾ ਸਿਲੰਡਰ ਚਾਹੀਦਾ, ਜਾਂ ਮੇਰੇ ਪਰਿਵਾਰ ਦਾ ਜੀ ਮਰ ਚੱਲਿਆ, ਜਾਂ ਉਹਨੂੰ ਹਸਪਤਾਲ ਦੇ ਵਿੱਚ ਕਿਸੇ ਨੇ ਟਰੀਟ ਨਹੀਂ ਕੀਤਾ, ਜਾਂ ਮੈਂ ਫਲਾਨੀ ਜਗ੍ਹਾ ਤੇ ਉੱਤੇ ਈਮੇਲ ਕੀਤੀ ਸੀ ਮੈਨੂੰ ਜਵਾਬ ਨਹੀਂ ਆਇਆ, ਜਾਂ ਤਾਂ ਕਹੋ ਕਿ ਉਹਦਾ ਕੋਈ ਬਿਮਾਰ ਨਹੀਂ ਸੀ, ਉਹਨੇ ਉਦਾਂ ਹੀ ਅਫਵਾਹ ਫੈਲਾਤੀ। ਸੁਪਰੀਮ ਕੋਰਟ ਨੇ ਬਹੁਤ ਚੰਗਾ ਕੀਤਾ, ਉਹ ਕਹਿੰਦੇ ਕਿ ਦੇਖੋ ਸਾਡੇ ਕੰਨਾਂ ਤੱਕ ਆਵਾਜ਼ ਪੁੱਜਣ ਦਿਓ ਲੋਕਾਂ ਦੀ, ਤੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਲੋਕਾਂ ਦੀ ਆਵਾਜ਼ ਦਬਾਉਂਦੇ ਆ ਤਾਂ ਗਲਤ ਹੈ ਤੇ ਅਦਾਲਤ ਦੀ ਤੋਹੀਨ ਹੈ। ਇਹਦਾ ਮਤਲਬ ਕਿ ਜਿਹੜੇ ਬੰਦੇ ਪ੍ਰਸ਼ਾਸਨਿਕ ਅਧਿਕਾਰੀ, ਸਿਆਸੀ ਲੀਡਰ, ਸੱਤਾਧਾਰੀ, ਵਿਰੋਧੀ ਧਿਰ ਵਾਲੇ ਲੋਕਾਂ ਦੀ ਆਵਾਜ਼ ਸੁਣਨ ਲਈ ਬਿਠਾਲੇ, ਉਹਨਾਂ ਨੂੰ ਦੋ ਕੰਨ ਦਿੱਤੇ ਕੁਦਰਤ ਨੇ, ਅਸੀਂ ਉਹਨਾਂ ਨੂੰ ਵੋਟਾਂ ਪਾਈਆਂ। ਜੇ ਸੁਪਰੀਮ ਕੋਰਟ ਕਹਿੰਦੀ ਹੈ ਨਾ ਕਿ ਆਹ ਲੋਕ ਨੇ, ਆਹ ਅਸੀਂ ਆ, ਲੋਕਾਂ ਦੀ ਆਵਾਜ਼ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਤੱਕ ਆਉਣ ਦਿਓ, ਇਹਦਾ ਮਤਲਬ ਕਿ ਵਿੱਚ ਜਿਹੜੀਆਂ ਸਰਕਾਰਾਂ ਬਿਠਾਈਆਂ, ਵਿਰੋਧੀ ਧਿਰਾਂ ਬਿਠਾਈਆਂ, ਪ੍ਰਸ਼ਾਸਨਿਕ ਅਧਿਕਾਰੀ ਬਿਠਾਏ ਆ ਜਿਹੜੇ ਤਨਖਾਹ ਲੈਂਦੇ ਆ, ਇਹ ਲੋਕਾਂ ਦੀ ਆਵਾਜ਼ ਉਸ ਤੱਕ ਨਹੀਂ ਲੈ ਕੇ ਜਾਂਦੇ। ਇਹ ਸਿੱਧੇ ਤੌਰ ਦੇ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ, ਜੇ ਕੋਈ ਗੰਭੀਰਤਾ ਦੇ ਨਾਲ ਸਮਝੇ ਤਾਂ। ਇਹਦੇ 'ਚ WhatsApp ਇੱਕ ਚੀਜ਼ ਹੋਰ ਮੈਂ ਜ਼ਿਕਰ ਕਰਾਂ, ਦੇਖੋ ਸਮੇਂ-ਸਮੇਂ ਤੇ ਸਰਕਾਰਾਂ ਵੀ ਆਪਣੇ ਹਿਸਾਬ ਨਾਲ ਜਿਹੜੀ ਚੀਜ਼ ਸੂਟ ਕਰਦੀ ਹੈ ਨਾ, ਉਹਦੇ ਹਿਸਾਬ ਨਾਲ ਸ਼ੁਰੂ ਹੋ ਜਾਂਦੇ ਆ। ਆਪਾਂ ਨੂੰ ਯਾਦ ਹੈ ਕਿ ਮੋਦੀ ਸਾਹਿਬ ਦੇ ਆਉਣ ਤੋਂ ਬਾਅਦ ਜਦੋਂ ਕਹਿੰਦੇ ਵੀ ਸਾਰਾ ਕੁਝ ਡਿਜੀਟਾਈਜੇਸ਼ਨ ਹੋਏਗੀ, ਬਹਿ ਜਾ ਬੱਲੇ ਕਰਾ ਦਿਆਂਗੇ, ਪਰਵਾਹ ਨਹੀਂ ਕਰਨੀ। ਰੇਲਾਂ 'ਚ ਚੱਲਿਆ ਸੀ ਨਾ ਵੀ ਹਾਂਜੀ ਭਾਈ ਸਾਹਿਬ, ਜੇ ਤੁਸੀਂ ਕੋਈ ਪੀਜ਼ਾ ਖਾਣਾ, ਬਰਗਰ ਖਾਣਾ, ਬਸ ਤੁਸੀਂ ਆਰਡਰ ਕਰ ਦਿਓ ਤੇ ਅਗਲੇ ਸਟੇਸ਼ਨ ਤੇ ਤੁਹਾਨੂੰ ਅਵੇਲੇਬਲ ਉਪਲਬਧ ਕਰਾ ਦਿਆਂਗੇ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਵੀ ਹਾਂਜੀ ਰੇਲ ਦੇ ਵਿੱਚ ਆਹ ਫਲਾਨੀ ਚੀਜ਼ ਠੀਕ ਨਹੀਂ ਹੈ, ਤਾਂ ਉਸੇ ਵੇਲੇ ਉਹਦੇ ਤੇ ਜਵਾਬ ਕੀਤਾ ਜਾਂਦਾ ਸੀ ਮੰਤਰੀਆਂ ਵੱਲੋਂ ਵੀ ਓਕੇ, ਅੱਛਾ ਯਾਰ ਤੁਹਾਨੂੰ ਆਹ ਪ੍ਰੋਬਲਮ, ਆ ਚੱਕੋ। ਹੁਣ ਜੇ ਉਦੋਂ ਆਪਾਂ ਨੂੰ ਲੱਗਦਾ ਸੀ ਵੀ ਯਾਰ ਇਸ ਚੀਜ਼ ਦਾ ਨੰਬਰ ਬਣਦੇ ਆ ਵੀ ਅਗਲੇ ਬੰਦੇ ਨੇ ਕੀਤਾ, ਦੇਖੋ ਸਾਡਾ ਉਸੇ ਵੇਲੇ ਕੰਮ ਅਸੀਂ ਕਿੱਦਾਂ ਕਰਦੇ। ਜੇ ਲੋਕ ਵਿਚਾਰੇ ਉਸੇ ਚੀਜ਼ ਦਾ ਕਰਕੇ, ਉਸੇ ਆਦਤ ਦਾ ਕਰਕੇ ਅੱਜ ਉਹਨਾਂ ਨੂੰ ਲੱਗਦਾ ਵੀ ਯਾਰ ਇੱਕ ਉਹ ਉਦੋਂ ਨਿੱਕੀ ਜਿਹੀ ਸਮੱਸਿਆ ਦੇ ਲਈ ਵੀ ਜੇ ਇੰਨੀ ਛੇਤੀ ਟਵੀਟ ਦਾ ਜਵਾਬ ਆ ਜਾਂਦਾ ਸੀ, ਤੇ ਅੱਜ ਕੋਈ ਘਰ ਦਾ ਜੀ ਤੁਰ ਚੱਲਿਆ ਤੇ ਸ਼ਾਇਦ ਇੱਦਾਂ ਹੀ ਸਾਨੂੰ ਕੋਈ ਨਾ ਕੋਈ ਮਦਦ ਮਿਲ ਜਾਵੇ। ਜੇ ਉਹ ਵਿਚਾਰੇ ਉਸ ਰਾਹ ਤੁਰ ਪਏ ਤੇ ਫਿਰ ਅਗਲੇ ਕਿਤੇ ਡਾਂਗਾ, ਇਹਦਾ ਮਤਲਬ ਫਿਰ ਦੋ ਅਲੱਗ-ਅਲੱਗ ਕਸਵੱਟੀਆਂ ਹੋ ਗਈਆਂ। ਇਹ ਸਿੱਕਾ ਆ, ਦੋ ਪਾਸੇ ਆ। ਉਦੋਂ ਦਿਖਾਉਣਾ ਸੀ ਕਿਉਂਕਿ ਉਦੋਂ ਚਮਕ ਆਉਂਦੀ ਸੀ, ਹੁਣ ਹਨੇਰਾ ਜਿਹਾ ਤੇ ਫਿਰ ਇੱਧਰਲੇ ਪਾਸੇ ਜੰਗ ਜਿਹਾ ਲੱਗਾ ਤੇ ਉਹ ਨਹੀਂ ਦਿਖਾਉਣਾ ਚਾਹੁੰਦੇ। ਇਹ ਬੜੀ ਅਜੀਬ ਸਥਿਤੀ ਹੈ, ਜਾਣੀ ਤੁਸੀਂ ਜਵਾਬ ਦਿਓ, ਜਵਾਬਦੇਹ ਨੇ। ਹੁਣ ਤਨਖਾਹਾਂ ਕਾਹਦੀਆਂ ਲਈਆਂ ਜੇ ਕੰਮ ਨਹੀਂ ਕੀਤਾ? ਤੁਸੀਂ ਸੁਣੋ, ਇੱਕ ਬੰਦੇ ਨੂੰ ਮਜ਼ਦੂਰੀ ਲਈ ਤੁਸੀਂ ਘਰੇ ਲਿਆਉਂਦੇ ਹੋ ਕਿ ਭਾਈ ਆਪਾਂ ਕੰਧ ਕੱਢਣੀ ਆ, ਇੱਟਾਂ ਫੜਾ, ਤੇ ਜੇ ਉਹ ਕਹੇ ਕਿ ਭਾਈ ਠੀਕ ਹੈ ਮੈਂ ਇੱਥੇ ਮਿੱਟੀ ਦੀ ਢੇਰੀ ਦੇ ਉੱਤੇ ਬੈਠਾ ਜਾਂ ਮੈਂ ਕੁਰਸੀ ਤੇ ਬੈਠਾ, ਮੈਂ ਨੀਟਾਂ ਫੜਾਉਂਦਾ, ਸ਼ਾਮ ਨੂੰ 350 ਰੁਪਇਆ ਫੜਾਉਂਗੇ? ਕਦੇ ਨਹੀਂ ਫੜਾਉਂਗੇ, ਤੁਸੀਂ 2 ਘੰਟੇ ਬਾਅਦ ਤੋੜ ਦੇਣਾ, ਜਾ ਯਾਰ ਮੈਂ ਕਿ ਹੋਰ ਨੂੰ ਲੈ ਆਉਣਾ। ਤੇ ਜਿਹੜੇ ਬੰਦਿਆਂ ਨੂੰ ਅਸੀਂ ਮੋਟੀਆਂ ਤਨਖਾਹਾਂ ਦਿੱਤੀਆਂ, ਤੇ ਤਨਖਾਹਾਂ ਵੀ ਇੱਦਾਂ ਦਿੱਤੀਆਂ ਤੁਸੀਂ ਜਦੋਂ ਮਰਜ਼ੀ ਵਧਾ ਲਓ, ਆਪ ਹੀ ਵਧਾਉਣੀਆਂ। ਤੇ ਜੇ ਉਹ ਕੰਮ ਨਹੀਂ ਕਰਦੇ, ਜਾਂ ਠੀਕ ਕੰਮ ਨਹੀਂ ਕਰਦੇ, ਜਾਂ ਉਹਨਾਂ ਕੰਮ ਨਹੀਂ ਕਰਦੇ ਜਿੰਨੀ ਉਹਨਾਂ ਦੀ ਡਿਊਟੀ ਹੈ, ਤਾਂ ਫਿਰ ਤਾਂ ਕਿਤੇ ਨਾ ਕਿਤੇ ਬਣਦਾ ਨਾ ਤੁਹਾਨੂੰ ਹਿਸਾਬ ਕਿਤਾਬ। ਮੈਨੂੰ ਲੱਗਦਾ ਕਿ ਕੋਈ ਨਾ ਕੋਈ ਅਦਾਲਤ ਦਾ ਆਰਡਰ ਆ ਜਾਣਾ
ਕਿ ਭਾਈ ਮੰਤਰੀਆਂ ਤੋਂ ਮਾੜਾ ਜਿਹਾ ਪੁੱਛਿਆ ਜਾਵੇ, ਅਧਿਕਾਰੀਆਂ ਤੋਂ ਪੁੱਛਿਆ ਜਾਵੇ ਕਿ ਜੇ ਤੁਸੀਂ ਜ਼ਿਲ੍ਹੇ ਦੇ ਅਧਿਕਾਰੀ ਸੀ ਜਾਂ ਤੁਸੀਂ ਕੇਂਦਰ ਦੇ ਮੰਤਰੀ ਜਾਂ ਸੂਬੇ ਦੇ ਮੰਤਰੀ, ਕੀ ਤੁਸੀਂ ਠੀਕ ਤਰੀਕੇ ਡਿਊਟੀ ਨਿਭਾਈ? ਇਸੇ ਸੁਪਰੀਮ ਕੋਰਟ ਦੇ ਆਰਡਰ 'ਚ ਸੰਧਾਵਾਲੀਆ ਸਾਹਿਬ ਇੱਕ ਬਹੁਤ ਕਮਾਲ ਦੀ ਗੱਲ ਉਹਨਾਂ ਨੇ ਕਰ ਦਿੱਤੀ। ਆਪਾਂ ਕਿੰਨੇ ਦਿਨਾਂ ਤੋਂ ਰੌਲਾ ਪਾਉਂਦੇ ਸੀ ਵੈਕਸੀਨ ਦਾ, ਕੋਵੀਸ਼ੀਲਡ ਦਾ ਤੇ ਕੋਵੈਕਸਿਨ ਦਾ, ਕਿ ਉਹਨਾਂ ਦੇ ਰੇਟ ਅੱਡ ਨੇ। ਕਿਉਂ ਭਾਈ? 200 ਰੁਪਏ ਦੀ 300 ਰੁਪਏ ਦੀ ਵਿਦੇਸ਼ਾਂ ਨੂੰ ਭੇਜੋ, 600 ਦੀ 1200 ਦੀ ਭਾਰਤ ਦੇ ਲੋਕਾਂ ਨੂੰ ਦਿਓ, ਇਦਾਂ ਕਿਦਾਂ? ਹੁਣ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਹਿ ਦਿੱਤਾ ਕਿ ਤੁਸੀਂ ਕਿਵੇਂ ਕਰ ਸਕਦੇ ਹੋ ਕਿ ਨਿੱਜੀ ਹੱਥਾਂ ਦੇ ਵਿੱਚ ਫੈਸਲਾ ਛੱਡ ਦਿਓ ਨਾ, ਕੰਪਨੀਆਂ ਦੇ ਕੋਲੇ ਫੈਸਲਾ ਛੱਡ ਦਿਓ ਕਿ ਤੁਸੀਂ ਦਵਾਈ ਕਿਹਨੂੰ ਦੇਣੀ ਹੈ। ਇਹ ਕਦੇ ਨਹੀਂ ਹੋ ਸਕਦਾ। ਉਹ ਕਹਿੰਦੇ ਤੁਸੀਂ ਸਾਰੀ ਦਵਾਈ ਆਪ ਖਰੀਦੋ, ਤੁਸੀਂ ਦਵਾਈ ਖਰੀਦ ਕੇ ਤੁਸੀਂ ਸੂਬਿਆਂ ਨੂੰ ਵੰਡੋ ਜਿਸ ਆਧਾਰ ਦੇ ਉੱਤੇ ਉਹਨਾਂ ਨੂੰ ਚਾਹੀਦੀ ਹੈ। ਕਿਤੇ ਕੇਸ ਘੱਟ ਨੇ, ਕਿਤੇ ਵੱਧ ਨੇ, ਕਿਤੇ ਥੋੜੀ ਚਾਹੀਦੀ ਹੈ, ਕਿਤੇ ਬਹੁਤੀ ਚਾਹੀਦੀ ਹੈ। ਜੇ ਕੇਂਦਰ ਦੇ ਕੋਲੇ ਹੋਏਗੀ ਤੁਸੀਂ ਖਰੀਦ ਲਓ, ਤੁਸੀਂ ਸੂਬਿਆਂ ਨੂੰ ਦੇ ਦਿਓ, ਮੁੱਲ ਦੇਣੀ ਮੁੱਲ ਦੇ ਦਿਓ, ਮੁਫਤ ਦੇਣੀ ਮੁਫਤ ਦੇ ਦਿਓ, ਅੱਧ ਮੁੱਲ ਦੇ ਦੇਣੀ ਅੱਧ ਮੁੱਲ ਤੇ ਦੇ ਦਿਓ। ਹੁਣ ਕੇਂਦਰ ਸਰਕਾਰ ਨੂੰ ਤਾਂ ਕੋਈ ਜਵਾਬ ਦੇ ਆ। ਸੰਧਾਲੀਆ ਸਾਹਿਬ ਕਿੱਡੀ ਕਮਾਲ ਦੀ ਗੱਲ ਹੈ ਕਿ ਜਦੋਂ ਲੋਕਡਾਊਨ ਸੀ ਸਾਡੀਆਂ ਸਰਕਾਰਾਂ ਇਹ ਤਾਂ ਮੰਨਦੀਆਂ ਸੀ ਕਿ ਨਹੀਂ ਜੀ ਪ੍ਰਾਈਵੇਟ ਮੰਡੀਆਂ ਬਹੁਤ ਜ਼ਰੂਰੀ ਨੇ, ਉਦੋਂ ਅਸੀਂ ਸਿੱਧੇ ਤੌਰ ਦੇ ਉੱਤੇ ਕਰ ਦਿੰਨੇ ਕੀ ਆਰਡੀਨੈਂਸ ਜਾਰੀ। ਨਹੀਂ ਜੀ, ਆਹ ਕੰਮ ਜਿਹੜਾ ਚਾਹੀਦਾ ਕਿ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਵਿੱਚ ਆਰਡੀਨੈਂਸ ਜਾਰੀ, ਟਾਈਮ ਸੀਗਾ। ਪਰ ਅੱਜ ਜਦੋਂ ਲੋਕਾਂ ਨੂੰ ਮਰਨ ਤੋਂ ਬਚਾਉਣਾ ਹੈ, ਦੋ ਹੀ ਕੰਪਨੀਆਂ ਦਵਾਈ ਬਣਾਉਂਦੀਆਂ ਤੇ ਕੋਈ ਨਿਯਮ ਨਹੀਂ। ਤੁਸੀਂ ਇਹ ਦੇਖੋ ਕਿ ਇੱਕ ਪਾਸੇ ਹਾਲਾਤ ਕੀ ਨੇ, ਆ ਊੜਾ ਤੇ ਆ ਐਡਾ ਕੰਪਨੀ, ਆਪਾਂ ਦੋਨੇ ਕੰਪਨੀਆਂ, ਸਾਡੇ ਲਈ ਨਿਯਮ ਕੀ ਆ ਕਿ ਤੁਸੀਂ ਅੱਧੀ ਦਵਾਈ ਜਿਹੜੀ ਬਣਾਉਣੀ ਹੈ, ਅੱਧੀ ਦਵਾਈ ਕੇਂਦਰ ਨੂੰ ਦੇਣੀ, ਅਸੀਂ ਦੇਤੀ 150 ਨੂੰ, ਬਾਕੀ ਅੱਧੀ ਦਵਾਈ ਚਾਹੇ ਅਸੀਂ 1200 ਦੀ ਹਸਪਤਾਲ ਨੂੰ ਦੇ ਦਈਏ ਤੇ ਚਾਹੇ ਅਸੀਂ 600 ਜਾਂ 400 ਦੀ ਸੂਬੇ ਸਰਕਾਰ ਨੂੰ ਦੇ ਦਈਏ। ਸੂਬਾ ਸਰਕਾਰ ਵਾਲੇ ਸਾਡੇ ਕੋਲੇ ਆਉਂਦੇ ਆ ਜੀ ਸਾਨੂੰ 5 ਟੀਕੇ ਦਿਓ, ਆ ਚੱਕੋ 400 ਦੇ ਹਿਸਾਬ ਨਾਲ। ਉਧਰੋਂ ਨਿੱਜੀ ਹਸਪਤਾਲ ਆਉਂਦੇ ਆ, ਚੱਕੋ ਜੀ 5 ਟੀਕੇ ਦੇ ਦਿਓ 1200 ਦੇ ਹਿਸਾਬ ਨਾਲ। ਮੈਂ ਸੂਬਾ ਸਰਕਾਰ ਨੂੰ ਕਿਉਂ ਦਊਂ ਬਈ? ਮੈਂ ਤਾਂ 1200 ਰੁਪਏ ਦੇ ਹਿਸਾਬ ਨਾਲ ਨਿੱਜੀ ਹਸਪਤਾਲ ਨੂੰ ਦਊਂ, ਕਿਉਂਕਿ ਮੇਰੇ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਕਿ ਭਾਈ ਤੂੰ ਸੂਬੇ ਨੂੰ ਕਿਉਂ ਦਿੱਤੀ ਨੇ, ਤੈਨੂੰ ਸਜ਼ਾ ਹੋਊ, ਕਾਨੂੰਨ ਹੀ ਨਹੀਂ। ਹੁਣ ਉਹਦੇ ਤੋਂ ਬਾਅਦ ਜਿਹੜਾ ਨਿੱਜੀ ਹਸਪਤਾਲ ਵਾਲਾ, ਮੈਂ ਕਹਿੰਦਾ 12,000 ਦੀ 1200 ਦੀ 2400 ਦੀ, ਤੁਹਾਡੇ ਹਿਸਾਬ ਨਾਲ 24,000 ਦੀ ਜਾਂ 1 ਲੱਖ ਦੀ, ਉਹ ਜਿਹੜਾ ਨਿੱਜੀ ਹਸਪਤਾਲ ਆ, ਕਿਉਂਕਿ ਦਵਾਈ ਇੰਨੀ ਨਹੀਂ ਬਣ ਰਹੀ ਕਿ ਇੱਕੋ ਦਿਨ ਭਾਰਤ ਦੇ ਸਾਰੇ ਲੋਕਾਂ ਨੂੰ ਟੀਕੇ ਲਾ ਦਈਏ, ਉਹ ਫਿਰ ਅਮੀਰ ਲੋਕ ਉੱਥੇ ਆਉਣਗੇ, ਉੱਥੋਂ ਟੀਕਾ ਲਵਾਉਣਗੇ, ਸੂਬਾ ਸਰਕਾਰਾਂ ਨੂੰ ਦਵਾਈ ਨਹੀਂ ਮਿਲੂਗੀ, ਉਹਨਾਂ ਨੇ ਮੁਫਤ ਲਾਉਣੀ ਹੈ, ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦਾ ਵੀ ਨੰਬਰ ਆਉਣਾ। ਇਹਦਾ ਮਤਲਬ ਕਿ ਜਿੱਥੇ ਸਾਨੂੰ ਆਰਡੀਨੈਂਸ ਚਾਹੀਦਾ ਸੀ, ਜਿੱਥੇ ਸਾਨੂੰ ਨਿਯਮ ਚਾਹੀਦਾ ਸੀ ਕਿ ਭਾਈ ਦਵਾਈ ਆਪ ਖਰੀਦੀਏ ਜਾਂ ਉਹਨਾਂ ਨੂੰ ਕਹੀਏ ਕਿ ਪਹਿਲਾਂ ਸੂਬਾ ਸਰਕਾਰਾਂ ਨੂੰ ਦਿਓ, ਸੂਬਾ ਸਰਕਾਰਾਂ ਨੇ ਅਮੀਰਾਂ ਦੇ ਵੀ ਲਾਉਣੇ ਆ, ਉਹਨਾਂ ਨੇ ਗਰੀਬਾਂ ਦੇ ਵੀ ਲਾਉਣੇ ਆ, ਕਿਉਂਕਿ ਇੱਕ ਪਾਲਿਸੀ ਦੇ ਤਹਿਤ ਲਾਉਣਗੇ। ਹਸਪਤਾਲ ਦੀ ਕਿਹੜੀ ਪਾਲਿਸੀ ਹੈ? ਹੁਣ ਸੁਪਰੀਮ ਕੋਰਟ ਨੇ ਕਹਿ ਦਿੱਤਾ, ਉਹ ਕਹਿੰਦੇ ਤੁਸੀਂ ਕਿਵੇਂ ਛੱਡ ਸਕਦੇ ਹੋ ਭਾਰਤ ਦੇ ਲੋਕਾਂ ਨੂੰ ਨਿੱਜੀ ਹੱਥਾਂ 'ਚ, ਕਿ ਕੰਪਨੀ ਕਿਵੇਂ ਡਿਸਾਈਡ ਕਰੂ ਕਿ ਅਸੀਂ ਕਿਹਨੂੰ ਟੀਕਾ ਵੇਚਣਾ ਤੇ ਕਿਹਨੂੰ ਨਹੀਂ ਵੇਚਣਾ? ਤੁਸੀਂ ਇਸ ਮੁੱਦੇ ਦੇ ਉੱਤੇ ਤੁਹਾਡੀ ਕੀ ਨੀਤੀ ਹੈ? ਤੁਸੀਂ ਸਾਰੀ ਦਵਾਈ ਆਪ ਖਰੀਦ ਕੇ ਸੂਬਿਆਂ ਨੂੰ ਕਿਉਂ ਨਹੀਂ ਦੇ ਸਕਦੇ? ਇਹ ਗੱਲ ਸੁਪਰੀਮ ਕੋਰਟ ਤੱਕ ਕਿਉਂ ਗਈ ਬਈ? ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸਾਹਿਬ ਨੂੰ ਇਹ ਗੱਲ ਕਿਉਂ ਕਹਿਣੀ ਪਵੇ? ਇਹ ਸਾਡੀਆਂ ਸਰਕਾਰਾਂ ਨੂੰ ਸਮਝ ਨਹੀਂ ਆਉਂਦੀ। ਪੰਜਾਬ ਦੇ ਵਿੱਚੋਂ ਵੀ ਮੰਤਰੀ ਨੇ, ਹਰਿਆਣੇ 'ਚੋਂ ਵੀ ਮੰਤਰੀ ਨੇ, ਦਿੱਲੀ ਸ਼ਹਿਰ ਦੇ ਵਿੱਚੋਂ ਮੰਤਰੀ ਨੇ, ਸੁਖਨਾ ਸਿਹਤ ਮੰਤਰੀ ਦਿੱਲੀ 'ਚੋਂ ਨੇ, ਤੇ ਅਜੇ ਤੱਕ ਇਹ ਨਹੀਂ ਸਮਝ ਆਇਆ। ਤੇ ਮੁੜ ਕੇ ਅੱਜ ਜਦੋਂ ਪ੍ਰਧਾਨ ਮੰਤਰੀ ਸਾਹਿਬ ਦੀ ਮੰਤਰੀਆਂ ਨਾਲ ਬੈਠਕ ਹੋਈ ਹੈ ਕਿ ਸਾਨੂੰ ਟੀਮ ਇੰਡੀਆ ਦੇ ਵਾਂਗੂ ਸੋਚਣਾ ਚਾਹੀਦਾ। ਠੀਕ ਹੈ, ਸੋਚਣਾ ਚਾਹੀਦਾ, ਸੂਬਾ ਕੇਂਦਰ ਸਰਕਾਰਾਂ ਸਥਾਨਕ ਸਰਕਾਰਾਂ ਇੱਕ ਹੋ ਕੇ ਚੱਲਣ, ਪਰ ਜਿਹੜੀ ਚੀਜ਼ ਦੀ ਸਭ ਤੋਂ ਵੱਡੀ ਲੋੜ ਹੈ ਉੱਥੇ ਸੁਪਰੀਮ ਕੋਰਟ ਨੂੰ ਕਹਿਣਾ ਪੈ ਰਿਹਾ ਕਿ ਭਾਈ ਇੱਕ ਹੋ ਕੇ ਚੱਲੋ, ਨੈਸ਼ਨਲ ਪਾਲਿਸੀ ਹੋਵੇ। ਨਹੀਂ ਠੀਕ ਹੈ, ਸੁਪਰੀਮ ਕੋਰਟ ਨੇ ਕਹਿਤਾ ਤੇ ਕੋਈ ਗੱਲ ਨਹੀਂ ਯਾਰ, ਬਟ ਸਾਹਿਬ ਤੁਸੀਂ ਬੀਪੀ ਨਹੀਂ ਵਧਾਉਣਾ, ਦੇਖਦੇ ਅਸੀਂ ਕਰਦੇ ਹਾਂ ਦਿੱਤੇ। ਮਤਲਬ ਸੁਪਰੀਮ ਕੋਰਟ ਨੇ ਕਿਹਾ ਹੁਣ ਪਾਲਿਸੀ ਬਣਾਓ ਤੇ ਫਿਰ ਬਣਾ ਲੈਂਦੇ ਹਾਂ, ਸੱਦੀ ਆ ਮੀਟਿੰਗ, ਕੋਈ ਨਹੀਂ, ਠੀਕ ਹੈ ਜੀ, 2 ਦਿਨ ਲੱਗ ਜਾਣੇ ਆ, ਫਿਰ ਉਦੋਂ ਬਾਅਦ ਦੇਖਦੇ ਹਾਂ ਜੇ ਕੋਈ ਗੱਲ ਬਣਦੀ ਹੈ ਫਿਰ ਆਪਾਂ ਆਰਡਰ ਜਾਰੀ ਕਰ ਦਾਂਗੇ ਤੇ ਨਾਲ ਥੋੜ੍ਹੇ ਸਖਤੀ ਨਾਲ ਆਰਡਰ ਜਾਰੀ ਕਰ ਦਾਂਗੇ ਵੀ ਜੇ ਕਿਸੇ ਨੇ ਨਾ ਇਹਦੇ 'ਤੇ ਕੰਮ ਕੀਤਾ ਤੇ ਫਿਰ ਉਹਦੇ ਖਿਲਾਫ ਸਖਤੀ ਕਰਾਂਗੇ, ਕਿਉਂਕਿ ਬਿਨਾਂ ਸਖਤੀ ਤੋਂ ਇਹ ਕੰਮ ਹੋਣਾ ਨਹੀਂ ਹੈ। ਦੇਖੋ ਤੁਸੀਂ ਕਿੰਨੇ ਜੋਸ਼ ਦੇ ਵਿੱਚ ਇਹ ਸਾਰਾ ਕੁਝ ਕਿਹਾ, ਅਗਲੇ ਪਾਸੇ ਮੈਂ ਆਰਾਮ ਨਾਲ ਸਾਰਾ ਕੁਝ ਕਹਿ ਤਾ ਕਿਉਂਕਿ ਮੈਨੂੰ ਪਤਾ ਵੀ ਸਿਸਟਮ ਕਿਵੇਂ ਚੱਲਦਾ। ਸੁਪਰੀਮ ਕੋਰਟ ਨੂੰ ਠੀਕ ਹੈ, ਮਾਨਯੋਗ ਸੁਪਰੀਮ ਕੋਰਟ ਅੱਜ ਗਰਮ ਹੈ, ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਗਰਮ ਨੇ, ਜੱਜ ਸਾਹਿਬ ਗਰਮੀ 'ਚ ਨੇ, ਪਰ ਜਿਹੜਾ ਅਮਲਾ ਫੈਲਾ ਨਾ ਉਹਨਾਂ ਨੂੰ ਤਾਂ ਪਤਾ ਵੀ ਕਿੰਨੇ ਕਿੰਨੇ ਸਾਲਾਂ ਤੋਂ ਕੰਮ ਚੱਲ ਰਿਹਾ ਤੇ ਕਿਵੇਂ ਚੱਲ ਰਿਹਾ। ਸੋ ਕੋਈ ਗੱਲ ਨਹੀਂ ਯਾਰ, ਠੀਕ ਹੈ ਕਰਦੇ ਸਰ। ਉਹਨੇ ਕਿਹਾ ਵੀ ਯਾਰ ਉੱਥੇ ਜਾ ਕੇ ਜਵਾਬ ਦੇਣਾ, ਕੋਈ ਗੱਲ ਨਹੀਂ, ਜਵਾਬ ਕਾਗਜ਼ ਤੇ ਲਿਖ ਦੇਣਾ, ਹਾਂਜੀ ਹਾਂਜੀ ਅਸੀਂ ਕਰ ਰਹੇ ਹਾਂ। ਵਕੀਲ ਸਾਹਿਬ ਨੇ ਜਾ ਕੇ ਕਹਿਣਾ ਵੀ ਸਰ ਤੁਸੀਂ ਨੇ 1 ਹਫ਼ਤੇ ਦੀ ਤਰੀਕ ਪਾ ਦਿਓ, ਅਸੀਂ ਇੰਨਾ ਕੰਮ ਕਰ ਲਿਆ, ਇਸ ਕੰਮ ਲਈ ਸਾਨੂੰ 1 ਹਫ਼ਤਾ ਚਾਹੀਦਾ। ਜੱਜ ਸਾਹਿਬ ਜੇ ਫਿਰ ਗਰਮ ਹੋਏ, ਕੋਈ 1 ਹਫ਼ਤਾ ਨਹੀਂ 3 ਦਿਨ ਮਿਲਣੇ ਆ, ਕੋਈ ਗੱਲ ਨਹੀਂ ਸਰ 3 ਤੇ ਦਿਓ, 3 ਦਿਨ ਬਾਅਦ ਦੁਬਾਰਾ ਜਾਵਾਂਗੇ। ਸਰ ਦੇਖੋ ਅੱਧਾ ਪੇਜ ਹੋ ਗਿਆ, ਦਿਨ ਤੁਸੀਂ 4 ਦੇ ਦਿਓ, ਕੋਈ 4 ਨਹੀਂ ਮਿਲਣੇ, ਦੋਵਾਂ 'ਚ ਕਰ, ਕੋਈ ਗੱਲ ਨਹੀਂ ਦੋਵਾਂ 'ਚ ਕਰ ਲਈ। ਜਦ ਅਗਲੇ ਦੇ ਵਕੀਲ ਸਾਹਿਬ ਢਿੱਡ ਦੁਖਣਾ ਪੈਣਾ। ਮੈਂ ਤੁਹਾਨੂੰ ਉਹੀ ਦਾ ਦੇਖੋ ਕਾਰਨ ਇਹ ਆ ਵੀ ਇਹ ਜਿਹੜੀ ਚੀਜ਼ ਆਪਾਂ ਜਦੋਂ ਇਹੋ ਜਿਹੀ ਸਿਚੁਏਸ਼ਨ 'ਚ ਦੇਖਦੇ ਹਾਂ ਉਹਦੇ 'ਚ ਅਦਾਲਤਾਂ ਵੀ ਵਿਚਾਰੀਆਂ ਕੀ ਕਰਨ ਯਾਰ। ਹੁਣ ਉਹ ਉੱਪਰੋਂ ਹੁਕਮ ਕਰਦੇ ਨੇ ਕਿ ਇਹ ਤੋਂ ਥੱਲੇ ਵਾਲੀ ਢੀਠਤਾ ਹੀ ਹੈ, ਅਗਲਿਆਂ ਨੂੰ ਪਤਾ ਵੀ ਭਾਈ ਸਾਹਿਬ ਜਿਹੜਾ ਕੰਮ ਜਿਵੇਂ ਚੱਲ ਰਿਹਾ। ਹੁਣ ਜਦੋਂ ਤੁਸੀਂ ਆਹ ਗੱਲ ਦੱਸੀ
ਵੀ 1200 ਵਾਲਾ ਗਾਹਕ ਵੀ ਖਲੋਤਾ, 300 ਵਾਲਾ ਵੀ ਖਲੋਤਾ ਤੇ 150 ਵਾਲਾ ਵੀ ਹੈਗਾ। ਜੇ ਉਹ 6 ਦਿਨ ਮੈਨੂੰ ਮਿਲ ਜਾਂਦੇ ਆ ਤੇ 6 ਦਿਨ ਮੈਂ 1200 ਵਾਲਾ ਕੰਮ ਚੱਕੀ ਆਉਣਾ ਤੇ ਮੇਰਾ ਤੇ ਕੰਮ ਸੈੱਟ ਆ ਪੂਰਾ। ਕੋਈ ਗੱਲ ਨਹੀਂ, 7ਵੇਂ ਦਿਨ ਆਪਾਂ ਕਰ ਲਾਂਗੇ 150 ਵਾਲੇ ਨਾਲ ਗੱਲ ਸਮਝੇ। ਸੋ ਆਹ ਜਿਹੜੀ ਇੱਕ ਪ੍ਰੋਬਲਮ ਹੈ ਨਾ ਵੀ ਯਾਰ ਉਹ ਹੁਣ ਬਣਦੇ ਹੋਏ ਬਣਾ ਲਓ, ਉਹ ਬਣਦੇ ਹੋਏ ਬਣਾ ਲਓ। ਇਹ ਬਣਦੇ ਆ ਤੇ ਬਣਾ ਲਓ ਦੇ ਚੱਕਰ ਦਾ ਕਰਕੇ ਆ ਜਲੂਸ ਨਿਕਲਿਆ, ਹੋਰ ਗੱਲ ਕੋਈ ਨਹੀਂ। ਬਹੁਤਾ ਨਿਕਲਿਆ ਸੰਧਾਲੀਆ ਸਾਹਿਬ, ਇੰਨਾ ਨਿਕਲਣਾ ਨਹੀਂ ਸੀ ਚਾਹੀਦਾ। ਮੈਂ ਬੜਾ ਹੈਰਾਨ ਆ ਕਿ ਹਰ ਗੱਲ ਸੁਪਰੀਮ ਕੋਰਟ ਨੇ ਥੋੜ੍ਹਾ ਦੱਸਣੀ ਆ। ਤੁਸੀਂ ਦੇਖੋ ਕਿੱਡੀ ਕਮਾਲ ਦੀ ਗੱਲ ਹੈ, ਮਦਰਾਸ ਹਾਈ ਕੋਰਟ ਦੇ ਵਿੱਚ ਇੱਕ ਗੱਲ ਚੱਲਦੀ ਆ ਨਾ, ਇਲੈਕਸ਼ਨ ਕਮਿਸ਼ਨ ਨੇ ਇੱਕ ਅਰਜ਼ੀ ਦਿੱਤੀ। ਅਰਜ਼ੀ ਕੀ ਦਿੱਤੀ ਜੀ? ਕਿਉਂਕਿ ਮਦਰਾਸ ਹਾਈ ਕੋਰਟ ਨੇ ਪਿਛਲੇ ਦਿਨ ਹੀ ਕਹਿਤਾ ਸੀ ਕਿ ਇਲੈਕਸ਼ਨ ਕਮਿਸ਼ਨ ਨੇ ਵੋਟਾਂ ਦੇ ਵਿੱਚ ਠੀਕ ਰੋਲ ਨਹੀਂ ਨਿਭਾਇਆ, ਇਹਨਾਂ ਦੇ ਉੱਤੇ ਅਧਿਕਾਰੀਆਂ ਦੇ ਉੱਤੇ ਹੱਤਿਆ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਕਿਉਂ ਨਾ ਕਰ ਦਈਏ? ਕਿਉਂਕਿ ਕਿੰਨੇ ਬੰਦੇ ਮਰੇ ਨੇ, ਤੁਸੀਂ ਸੋਸ਼ਲ ਡਿਸਟੈਂਸ ਨਹੀਂ ਧਿਆਨ ਦੇ ਵਿੱਚ ਰਖਾਇਆ, ਕਰੋਨਾ ਪ੍ਰੋਟੋਕਾਲ ਨਹੀਂ ਤੁਸੀਂ ਧਿਆਨ ਦੇ ਵਿੱਚ ਰੱਖਿਆ। ਉਹ ਪਤਾ ਕੀ ਕਹਿੰਦੇ ਇਲੈਕਸ਼ਨ ਕਮਿਸ਼ਨ ਵਾਲੇ, ਦੇਖੋ ਕਿੰਨੇ ਸੁਚੱਜੇ ਕਿੰਨੇ ਨੇ। ਉਹ ਕਹਿੰਦੇ ਜੀ ਦੇਖੋ ਅਸੀਂ ਅਦਾਲਤ ਨੂੰ ਬੇਨਤੀ ਕਰਦੇ ਹਾਂ ਕਿ ਜੱਜ ਸਾਹਿਬ ਨੇ ਜਿਹੜੀਆਂ ਟਿੱਪਣੀਆਂ ਸਾਡੇ ਬਾਬਤ ਕੀਤੀਆਂ ਸੀ, ਅਸੀਂ ਇਹ ਕਹਿੰਦੇ ਹਾਂ ਕਿ ਮੀਡੀਆ ਟ੍ਰਾਇਲ ਨਾ ਹੋਵੇ। ਜਾਣੀ ਕਿ ਤੁਸੀਂ ਟਿੱਪਣੀਆਂ ਕਰਤੀਆਂ, ਇਹ ਨਹੀਂ ਕਿਹਾ ਕਿ ਅਸੀਂ ਗਲਤੀ ਕੋਈ ਨਹੀਂ ਕੀਤੀ। ਤੁਸੀਂ ਪੱਤਰਕਾਰਾਂ ਨੂੰ ਰੋਕੋ, ਉਹ ਨਾ ਬੋਲਣ। ਯਾਨੀ ਠੀਕ ਹੈ ਗੱਲ ਕਿ ਉਹ ਕਹਿੰਦੇ ਵੀ ਠੀਕ ਹੈ ਜੀ ਗਲਤੀ ਹੋ ਗਈ ਸਾਡੇ ਕੋਲੋਂ, ਇਹਦਾ ਮਤਲਬ ਥੋੜਾ ਵੀ ਬਾੜ ਸਾਹਿਬ ਟਾਈ ਲਾ ਕੇ ਦੇ ਸਾਡੇ ਦੁਆਲੇ ਇਦਾਂ ਕਿਉਂ ਨਹੀਂ ਕੀਤਾ ਹੋਏ। ਉਹ ਕਹਿੰਦੇ ਵੀ ਜੱਜ ਸਾਹਿਬ ਦੀ ਸੁਣ ਲਾਂਗੇ ਅਸੀਂ, ਹੋਰ ਕਿਸੇ ਦੀ ਨਹੀਂ ਸੁਣਨੀ। ਰੌਲਾ ਤੇ ਆਹੀ ਹੈ। ਅਗਲੇ ਅਫਸਰ ਨੇ ਦੇਖੋ ਹੁਣ ਇਸ ਉਦਾਹਰਨ ਤੋਂ ਮੇਰੀ ਗੱਲ ਤੁਸੀਂ ਸਮਝ ਗਏ ਨਾ ਵੀ ਅਗਲੇ ਮਾਲਕ ਨੇ। ਅਗਲੇ ਕਹਿੰਦੇ ਵੀ ਭਾਈ ਸਾਹਿਬ ਇੰਨੀ ਮੇਰੀ ਤਨਖਾਹ ਆ, ਗੱਡੀਆਂ ਨੇ, ਸਲੂਟ ਵੱਜਦੇ ਆ, ਨਾਲ ਸਿਕਿਉਰਿਟੀ ਆ, ਬਹਿ ਜਾ ਬੱਲੇ ਬੱਲੇ ਆ, ਲੀਡਰ ਹੱਥ ਜੋੜਦੇ ਆ। ਠੀਕ ਹੈ, ਅਦਾਲਤ ਦੇ ਸਾਹਮਣੇ ਸਾਨੂੰ ਉਹਨਾਂ ਨੇ ਕਹਿਤਾ ਤੇ ਕਹਿਤਾ, ਤੇ ਹੁਣ ਕੋਈ ਮੀਡੀਆ ਵਾਲਾ ਸਾਨੂੰ ਆਖੀ ਜਾਵੇ ਓਏ ਤੈਨੂੰ ਇਦਾਂ ਕਿਹਾ ਸੀ, ਓਏ ਤੂੰ ਕਿਉਂ ਕਵੇਂ ਵੀ ਮੈਨੂੰ ਕਿਹਾ ਸੀ। ਜਾਣੀ ਇਹਦਾ ਮਤਲਬ ਹੈ ਕਿ ਅਦਾਲਤ ਦੇ ਵਿੱਚ 5 ਵਕੀਲ ਬੈਠੇ ਆ, 5-7 ਅਮਲੇ ਫੈਲੇ ਦੇ ਬੰਦੇ ਆ, 4 ਬੰਦੇ ਉਹਨਾਂ ਦੇ ਆ, ਕਿ 20 ਤੋਂ ਬਾਅਦ 21 ਮੈਨੂੰ ਪਤਾ ਨਾ ਲੱਗੇ। ਜਦੋਂ ਪੱਤਰਕਾਰ ਬੋਲਦਾ ਤਾਂ ਸਾਰੀ ਦੁਨੀਆ ਨੂੰ ਪਤਾ ਲੱਗਦਾ। ਹਾਂ ਗੱਲ ਦੁਨੀਆ ਨੂੰ ਪਤਾ ਨਾ, ਟੱਕੀ ਰਿਜਣੀ ਚਾਹੀਦੀ ਹੈ। ਪਰ ਮਦਰਾਸ ਹਾਈ ਕੋਰਟ ਨੇ ਵੀ ਕਹਿਤਾ, ਉਹ ਕਹਿੰਦੇ ਤੁਸੀਂ ਬੇਨਤੀ ਕੀਤੀ, ਅਸੀਂ ਪੜ੍ਹ ਲਈ, ਬਿਲਕੁਲ ਅਸੀਂ ਇਹ ਹੁਕਮ ਨਹੀਂ ਦੇਣਾ। ਇਹ ਅਸੀਂ ਪੱਤਰਕਾਰਾਂ ਦੀ ਮੀਡੀਆ ਦੇ ਉੱਤੇ ਛੱਡਦੇ ਹਾਂ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਦੇ ਲਈ ਇਹ ਜਾਣਕਾਰੀ ਠੀਕ ਹੈ ਤੇ ਲੋਕਾਂ ਨੂੰ ਮਿਲਣੀ ਚਾਹੀਦੀ, ਉਹਨਾਂ ਨੂੰ ਦੱਸਣ ਦਿਓ। ਚਲੋ ਜੱਜ ਸਾਹਿਬ ਨੇ ਗੱਲ ਕੀਤੀ, ਸਾਡੇ ਹੱਕ ਦੀ ਸੀ, ਉਹਨਾਂ ਦਾ ਧੰਨਵਾਦ ਕਰ ਦਿੰਨੇ, ਵੱਧ ਤੋਂ ਵੱਧ ਹੋਰ ਕੀ ਕਰ ਸਕਦੇ। ਨਹੀਂ ਗੱਲ ਠੀਕ ਹੈ। ਇੱਕ ਗੱਲ ਦਿੱਲੀ ਹਾਈ ਕੋਰਟ ਦੀ ਵੀ ਕਰ ਲਈਏ। ਕਰ ਲਓ। ਅੱਜ ਤੁਸੀਂ ਵਾਹ ਅਦਾਲਤਾਂ ਦੀ ਮਤਲਬ ਗੱਲ ਕਰ ਰਹੇ ਹੋ। ਨਹੀਂ ਉਹ ਸਿਰਫ ਇਸ ਕਰਕੇ ਕਿ ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਜੰਗ ਆ, ਤੇ ਇਸ ਜੰਗ ਦੇ ਵਿੱਚ ਤੁਸੀਂ ਦੇਖੋ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਾਂਦੀ ਹੈ, ਵਕੀਲਾਂ ਦਾ ਪ੍ਰਧਾਨ ਕਹਿੰਦਾ ਬਾਰ ਐਸੋਸੀਏਸ਼ਨ ਦਾ ਕਿ ਸਾਡੇ ਬੰਦੇ ਮਰ ਰਹੇ, ਆਕਸੀਜਨ ਨਹੀਂ ਮਿਲ ਰਹੀ, ਵਕੀਲ ਮਰ ਰਹੇ। ਉਹ ਕਹਿੰਦੇ ਕਿ ਨਹੀਂ ਤਾਂ ਔਖਾ ਹੋ ਜੂ। ਦਿੱਲੀ ਹਾਈ ਕੋਰਟ ਨੇ ਸਿੱਧਾ ਹੀ ਕਹਿਤਾ, ਉਹ ਕਹਿੰਦੇ ਜੀ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਸਿਆਸਤ ਛੱਡ ਦਿਓ, ਸੂਬਾ ਸਰਕਾਰ ਦਿੱਲੀ ਵਾਲੀ ਵੀ ਛੱਡ ਦੇਵੇ, ਕੇਂਦਰ ਸਰਕਾਰ ਵੀ ਛੱਡ ਦੇਵੇ। ਸਾਨੂੰ ਪਤਾ ਹੈ ਕਿ ਆਕਸੀਜਨ ਥੋੜੀ ਹੈ, ਪਰ ਹੁਣ ਘੱਟੋ ਘੱਟ ਲੋਕਾਂ ਨੂੰ ਮਰਨੋਂ ਬਚਾਉਣ ਦੇ ਲਈ ਕੰਮ ਕਰੋ। ਤੇ ਜਦੋਂ ਸੰਧਾਲੀਆ ਸਾਹਿਬ ਇੰਨੇ ਦਿਨ ਹੋ ਗਏ ਆਕਸੀਜਨ ਦੀ ਘਾਟ ਦਾ ਰੌਲਾ ਪੈਂਦਾ, ਤੇ ਉਹਦੇ ਤੋਂ ਬਾਅਦ ਵੀ ਦਿੱਲੀ ਹਾਈ ਕੋਰਟ ਨੂੰ ਕਹਿਣਾ ਪਵੇ ਕਿ ਜੰਗ ਵਾਂਗੂ ਲੜੋ ਇਹਨੂੰ, ਕਰੋਨਾ ਨੂੰ, ਤੇ ਤੁਸੀਂ ਸਿਆਸਤ ਛੱਡ ਦਿਓ, ਇਹਦਾ ਮਤਲਬ ਉਹਨਾਂ ਨੂੰ ਪਤਾ ਕਿ ਇਹ ਸਿਆਸਤ ਹੀ ਹੁੰਦੀ ਹੈ। ਉਹ ਯਾਰ ਨਹੀਂ, ਏਡੀ ਛੇਤੀ ਨਹੀਂ ਛੁੱਟਦੀ ਬਾਟ ਸਾਹਿਬ। ਇਹ ਤਾਂ ਦੇਖੋ ਜਿੱਦਾਂ ਉਹ ਕਹਿੰਦੇ ਨੇ ਵੀ ਬਜ਼ੁਰਗ ਨੂੰ ਉਹ ਤੁਰ ਚੱਲਿਆ ਸੀ, ਘੋਗੜੂ ਵੱਜਦਾ ਸੀ, ਤੇ ਉਦੋਂ ਪੁੱਛਿਆ ਵੀ ਹਾਂ ਬਾਪੂ ਖੋਲ ਮੂੰਹ ਮਾੜਾ ਜਿਹਾ ਹੈ ਨਾ, ਤੇ ਉਹਨੂੰ ਛੁਹਾਰਾ ਆਉਂਦਾ ਸੀ, ਉਦੋਂ ਵੀ ਬਾਪੂ ਕਦੇ ਛੁਹਾਰਾ ਡੀ। ਉਹ ਹਾਲ ਸਾਡੇ ਲੀਡਰਾਂ ਦਾ। ਪੂਰੀ ਗੱਲ ਸੁਣਾਓ ਨਾ ਤੁਸੀਂ, ਹੁਣ ਤੁਹਾਨੂੰ ਸੁਣਾਉਂਦੇ ਗੱਲ ਲੱਗਾ ਵੀ ਸੁਣਾਉਣ ਵਾਲੀ ਨਹੀਂ। ਨਹੀਂ ਇੰਨਾ ਕੀ ਉਹ ਸਾਰਿਆਂ ਨੇ ਪਤਾ ਹੀ ਹੈ। ਉਹ ਕਿਹੜਾ ਪੰਜਾਬੀ ਜਿਹਨੂੰ ਨਹੀਂ ਪਤਾ ਛੁਹਾਰੇ ਵਾਲੀ ਗੱਲ। ਅੱਛਾ ਹੁਣ ਰਹਿ ਗਈ ਗੱਲ ਲੀਡਰਾਂ ਦੀ। ਲੀਡਰਾਂ ਦਾ ਕੰਮ ਇਹ ਹੁੰਦਾ ਵੀ ਜੇ ਗੋਡੇ ਭਾਰ ਚੱਲਦੇ ਆ ਕੋਈ ਗੱਲ ਨਹੀਂ, ਆਪਾਂ ਵੀਲ ਚੇਅਰ 'ਤੇ ਜਾ ਵੜਾਂਗੇ। ਜੇ ਨਹੀਂ ਉੱਠ ਕੇ ਤੁਰਿਆ ਜਾਂਦਾ ਤੇ 4 ਬੰਦੇ ਜਿਹੜੇ ਸਿਕਿਉਰਿਟੀ ਵਾਲੇ, ਉਹਦੇ ਨਾਲ 2 ਬੰਦੇ ਮਤਲਬ ਉਹ ਮੋਢਿਆਂ 'ਤੇ ਚੁੱਕ ਕੇ ਖੜਾ ਕਰਨ ਵਾਲੇ ਵੀ ਨਾਲ ਲੈ ਲਾਂਗੇ ਜੀ। ਉੱਥੇ ਕੰਮ ਦੇ ਹੱਥਾਂ ਨਾਲ ਕੋਈ ਸਾਈਨ ਹੁੰਦਾ ਹੋਵੇ, ਨਹੀਂ ਹੁੰਦਾ ਨਾ ਹੋਵੇ, ਕੰਨਾਂ ਤੋਂ ਸੁਣਦਾ ਨਹੀਂ ਸੁਣਦਾ, ਕੋਈ ਫਰਕ ਨਹੀਂ। ਬਸ ਕੁਰਸੀ ਚਾਹੀਦੀ ਹੈ ਕਰਾਂ, ਮੈਨੂੰ ਪਤਾ ਲੱਗੇ ਵੀ ਮੈਂ ਰਾਜ ਕਰਦਾ ਹਾਂ ਬਈ, ਬੱਲੇ ਬੱਲੇ ਬੱਲੇ। ਉਹ ਜਿਹੜੀ ਆਦਤ ਨਹੀਂ ਜਾਂਦੀ। ਤੁਸੀਂ ਕਹਿੰਦੇ ਵੀ ਹੁਣ ਜੱਜ ਸਾਹਿਬ ਦੇ ਕਹਿਣ ਤੇ ਸਿਆਸਤ ਛੱਡ ਦੇਣਾ। ਅਗਲੇ ਸਿਆਸਤ ਤਾਂ ਅਗਲੇ ਗਾਂ ਪੋਤਾ ਕਿ ਦੋਤਾ ਕਿ ਉਦੋਂ ਵੀ ਗਾਂ ਅਗਲੀ ਪੀੜ੍ਹੀ ਰੈਡੀ ਕੀਤੀ ਹੁੰਦੀ ਵੀ ਪੁੱਤ ਤੂੰ ਨਾ ਫਲਾਨਾ ਬਣਨਾ ਹੀ ਨਹੀਂ। ਗੱਲ ਠੀਕ ਹੈ ਮਹਾਰਾਜ। ਹੁਣ ਬਣਨਾ ਪਤਾ ਕੀ ਹੈ, ਕਮਾਈ ਕਰਨ ਦੇ ਸਾਧਨ ਬੜੇ ਨੇ। ਸੰਧਾਲੀਆ ਸਾਹਿਬ ਐਵੇਂ ਪੱਤਰਕਾਰੀ ਜੀ ਤੁਸੀਂ ਆ ਗਏ। ਹੁਣ ਹੋਇਆ ਪਤਾ ਕੀ ਹੈ, ਉਦੈਪੁਰ ਰਾਜਸਥਾਨ 'ਚ ਪੈਂਦਾ, ਉੱਥੋਂ ਦੇ ਜਿਹੜੇ ਐਡੀਸ਼ਨਲ ਮੈਜਿਸਟ੍ਰੇਟ ਸਾਹਿਬ ਆ, ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਸ਼ਮਸ਼ਾਨ ਘਾਟ 'ਚ 15-15 ਹਜ਼ਾਰ ਰੁਪਈਏ ਲਈ ਜਾਂਦੇ। ਸਾਨੂੰ ਨਹੀਂ ਪਤਾ ਬੰਦੇ ਕੌਣ ਆ, ਕਿ ਪਰਚੀ ਵਸੂਲੀ ਜਾਂਦੇ ਆ। ਹੁਣ ਅੱਗੇ ਰੇਤਾ 'ਤੇ ਤਾਂ ਪਰਚੀਆਂ ਲੱਗਦੀਆਂ ਸੁਣੀਆਂ ਸੀ, ਮੁਰਦਿਆਂ 'ਤੇ ਪਰਚੀਆਂ ਲਾਤੀਆਂ। ਉਹ ਬੰਦੇ ਨੇ ਕੱਪੜੇ ਪਾਏ ਜੱਜ ਸਾਹਿਬ ਨੇ, ਉੱਥੇ ਜਾ ਕੇ ਕਹਿੰਦੇ ਜੀ ਮੇਰੇ ਰਿਸ਼ਤੇਦਾਰ ਦੀ ਮੌਤ ਹੋ ਗਈ ਕੋਵਿਡ ਦੇ ਕਰਕੇ ਸ਼ਮਸ਼ਾਨ ਘਾਟ ਦੇ ਵਿੱਚ, ਕਿਉਂਕਿ ਦੇਖੋ ਡੈੱਡ ਬੋਡੀਜ਼ ਆ ਰਹੀਆਂ ਜ਼ਿਆਦਾ। ਉਹ ਕਹਿੰਦੇ ਜੀ ਦੇਖੋ ਜੇ ਤਾਂ ਬੰਦਾ ਮਰਿਆ ਸਧਾਰਨ ਮੌਤ, ਫਿਰ ਰੁਪਈਆ ਲੱਗੂਗਾ 5000, ਤੇ ਜੇ ਉਹਨੂੰ ਕਰੋਨਾ ਦੇ ਨਾਲ ਮੌਤ ਹੋਈ ਆ ਫਿਰ ਰੁਪਈਆ ਲੱਗੂਗਾ 15000। ਉਹ ਕੋਈ ਓਫੀਸ਼ੀਅਲੀ ਕੋਈ ਬੰਦੇ ਨੇ ਉਹਨਾਂ ਦੇ ਉੱਥੇ ਕੋਈ ਅਹੁਦਾ ਨਹੀਂ ਹੈ ਕਿ ਉਹਨਾਂ ਦਾ ਹੋਣਾ ਉੱਥੇ ਬਹੁਤ ਜ਼ਰੂਰੀ ਹੈ। ਕਹਿੰਦੇ ਜੀ ਤੁਸੀਂ ਕਰੋਗੇ ਕੀ? ਕਹਿੰਦੇ ਕੁਛ ਨਹੀਂ, ਤੁਸੀਂ ਐਂਬੂਲੈਂਸ ਦੇ ਵਿੱਚ ਡੈੱਡ ਬੋਡੀ ਲੈ ਆਉਣੀ ਆ,
ਲੱਕੜਾਂ ਦੇ ਪੈਸੇ ਤੁਸੀਂ ਦੇਣੇ ਆ 15,000 ਤੋਂ ਵਾਧੂ, ਤੇ ਲੱਕੜਾਂ ਇੱਥੇ ਲਿਆਉਣੀਆਂ ਤੇ ਚਿਣਕੇ ਵੀ ਤੁਸੀਂ ਜਾਣੀਆਂ, ਯਾਨੀ ਜਿਹੜੀ ਥਾਂ ਤੁਹਾਨੂੰ ਦੱਸਾਂਗੇ ਚਿਣਕੇ ਤੁਸੀਂ ਜਾਣੀਆਂ। ਐਂਬੂਲੈਂਸ ਦੇ ਪੈਸੇ ਤੁਸੀਂ ਦੇਣੇ ਆ। ਡੈੱਡ ਬੋਡੀ ਜਿਹੜੀ ਉੱਥੇ ਲੈਣੀ, ਅਸੀਂ ਬਸ ਐਂਬੂਲੈਂਸ ਦੇ ਵਿੱਚੋਂ ਲਾ ਕੇ ਡੈੱਡ ਬੋਡੀ ਤੁਹਾਡੀਆਂ ਲੱਕੜਾਂ ਤੇ ਰੱਖਣੀ ਆ, ਤੇ ਰੁਪਈਆ 15,000 ਚਾਹੀਦਾ। ਵੀਡੀਓ ਬਣ ਗਈ, ਸਾਰਾ ਕੁਝ ਹੋ ਗਿਆ। ਹੁਣ ਇਹ ਬੰਦੇ ਕੌਣ ਨੇ ਭਾਈ, ਇਹਨਾਂ ਦਾ ਅੱਜ ਤੱਕ ਕਿਉਂ ਨਾ ਪਤਾ ਲੱਗਾ? ਜੇ ਇੱਕ ਜੱਜ ਸਾਹਿਬ ਤੱਕ ਉਹ ਗੱਲ ਪਹੁੰਚ ਸਕਦੀ ਹੈ, ਪ੍ਰਸ਼ਾਸਨ ਤੱਕ, ਲੀਡਰਾਂ ਤੱਕ, ਸਥਾਨਕ MLA ਸਾਹਿਬਾਨ ਤੱਕ, MP ਸਾਹਿਬਾਨ ਤੱਕ, ਸਰਪੰਚ ਸਾਹਿਬਾਨ ਤੱਕ, ਕੌਂਸਲਰ ਸਾਹਿਬਾਨ ਤੱਕ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਤੇ ਚੇਅਰਮੈਨਾਂ ਤੱਕ ਗੱਲ ਨਾ ਪਹੁੰਚੀ ਹੋ, ਫਿਰ ਉਹ ਗੱਲ ਉਹਨਾਂ ਤੱਕ ਗੱਲ ਨਹੀਂ ਪਹੁੰਚੀ, ਉਹਨਾਂ ਤੱਕ ਕੁਝ ਹੋਰ ਪਹੁੰਚਿਆ। ਇਸ ਕਰਕੇ ਕਹਿੰਦੇ ਕੋਈ ਗੱਲ ਨਹੀਂ, ਲੱਗੇ ਰਹੋ। ਇਹਦਾ ਮਤਲਬ ਇਹ ਹੋ ਗਿਆ ਵੀ ਕੁਝ ਹੋਰ ਪਹੁੰਚਾ, ਉਹ ਕਹਿੰਦੇ ਗੱਲੇ ਹੀ ਕੋਈ ਨਹੀਂ। ਹਾਂ, ਇੱਧਰ ਜੱਜ ਸਾਹਿਬ ਤੱਕ ਕੱਲੀ ਗੱਲ ਹੀ ਪਹੁੰਚੀ ਨਾ, ਇਸ ਕਰਕੇ ਜੱਜ ਸਾਹਿਬ ਪਹੁੰਚ ਗਏ। ਜੇ ਕੁਝ ਉਧਰ ਪਹੁੰਚਿਆ ਹੁੰਦਾ ਤੇ ਜੱਜ ਸਾਹਿਬ ਨੇ ਵੀ ਨਹੀਂ ਪਹੁੰਚਣਾ। ਦੇਖੋ ਇਹ ਉਹਨਾਂ ਦੀ ਗਲਤੀ ਹੈ ਬਈ, ਉਹਨਾਂ ਨੂੰ ਚਾਹੀਦਾ ਹੈ ਜਦੋਂ ਬਾਕੀ ਸਾਰੇ ਪਾਸੇ ਧਿਆਨ ਰੱਖਿਆ ਤੇ ਇੱਧਰ ਵੀ ਧਿਆਨ ਰੱਖਦੇ। ਅਸੀਂ ਕੋਈ ਗੱਲ ਨਹੀਂ ਅੱਗੇ ਤੋਂ ਸਮਝਾਵਾਂਗੇ ਬੰਦਿਆਂ ਨੂੰ ਕਿ ਵੀਰ ਜੀ ਇਦਾਂ ਦਾ ਕੰਮ ਕਰਨਾ ਹੁੰਦਾ ਤੇ ਤੁਸੀਂ ਪੱਕਾ ਨੋਟ ਕਰੋ ਵੀ ਹਿੱਸਾ ਪੱਤੀ ਕਿੱਥੋਂ ਤੱਕ ਜਾਣਾ ਚਾਹੀਦਾ। ਕਿਉਂਕਿ ਜੇ ਹੁਣ ਦੇਖੋ 15,000 ਦੇ ਹਿਸਾਬ ਨਾਲ ਜੇ ਉਹ ਕੰਮ ਦੱਬੀ ਆਉਂਦੇ ਕਿੱਲੀ ਤੇ ਦਿਹਾੜੀ 'ਚ ਕਿੰਨੇ ਬੰਦੇ ਆਉਂਦੇ? ਉਹ ਤਾਂ ਸਗੋਂ ਸੁੱਖ ਮੰਗਦੇ ਹੁਣ। ਮੈਂ ਕਿਹਾ ਝਾੜੂ ਵੀ ਖੜਾ ਕਰਕੇ ਮੜੀਆਂ ਦੇ ਬਾਹਰ ਰੱਖਿਆ ਹੋਣਾ ਵੀ ਲੈ ਵੀ ਆ ਲੈ ਟੁੱਟੇ ਨਾ। ਹੁਣ ਜਿਹੜੇ ਬੰਦੇ ਦੀ ਇੱਥੋਂ ਕਮਾਈ ਹੈ, ਤੁਸੀਂ ਦੇਖੋ WhatsApp, ਉਹ ਬੰਦਾ ਸ਼ਾਮ ਨੂੰ ਖੁਸ਼ੀ 'ਚ ਗੱਲ ਤੇ ਕਰਦਾ ਵੀ ਬੱਲੇ 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 ਅੱਜ 55,000 ਵੱਟਿਆ ਹੀ ਮੈਂ ਆਪਣੇ ਹਿੱਸੇ ਦਾ। ਹੈ ਉਹ ਘਰ ਵਾਲੀ ਵੀ ਨਾਲੇ ਰੋਟੀਆਂ ਥੱਪੀ ਜਾਂਦੀ ਨੇ ਨਾਲ, ਅੱਛਾ ਇੰਨੇ ਆਏ, ਚਲੋ ਮਹਾਰਾਜ ਕਰੇ ਕੱਲ ਨੂੰ ਹੋਰ ਆਉਣ, ਅਗਲੇ ਦੀ ਅਰਦਾਸ ਕਰਨਗੇ। ਫਿਰ ਇੱਦਾਂ ਹੋ ਸਕਦਾ ਕਿ ਉੱਥੇ ਜੇ ਆਮ ਬੰਦੇ ਜਾ ਕੇ ਫੜ ਲੈਂਦੇ ਚਰਚ ਪੇੜਾ ਉਹਦੇ ਸਿੱਟਦੇ, ਅਸੀਂ ਨਹੀਂ ਚਾਹੁੰਦੇ ਕਿ ਭਾਈ ਇਦਾਂ ਕਦੀ ਕਰੋ। ਫਿਰ ਉਹ ਕਹਿੰਦੇ ਉਹਨੇ ਯਾਰ ਸਾਡੇ ਕਦੋਂ ਮਾਰੀ ਜਾਂਦੇ ਹੁਣੇ, ਸਾਨੂੰ ਤਾਂ 500 ਹੀ ਬਚਦਾ ਅਤੇ ਇੰਨੇ ਗਾਲੀ ਆ ਉਹ ਰੋਜ਼ ਸਾਰੇ ਉੱਪਰ ਜਾਈ ਜਾਂਦੇ। ਹੁਣ ਜੇ ਉਹ ਮੰਨ ਲਓ ਵੀ ਸਾਰੀ ਪਰਚੀ ਵਾਲੇ ਥਾਂ ਵਾਲਿਆਂ ਨੂੰ ਬਚੇ ਤੇ ਫਿਰ ਹੁਣ ਤੱਕ ਤੇ ਜਿੰਨਿਆਂ ਥਾਵਾਂ ਤੋਂ ਆਪਣੇ ਰੇਤ ਬਜਰੀ ਨਿਕਲਦੀ, ਹੁਣ ਨੂੰ ਤੇ ਉਹ ਬੰਦੇ ਵਿਚਾਰੇ ਰੱਜ ਗਏ ਹੋਣੇ। ਤੇ ਜੇ ਅਜੇ ਵੀ ਵਿਚਾਰੇ ਉਹ ਉਸੇ ਪਲਟੀਨਾ ਮੋਟਰਸਾਈਕਲ ਤੇ ਆ ਕੇ ਤੇ ਪਰਚੀਆਂ ਹੀ ਕੱਟੀ ਜਾਂਦੇ ਰਹਿੰਦੇ, ਥੁੱਕ ਲਾ ਲਾ ਕੇ ਨੋਟ ਗਿਣੀ ਜਾਂਦੇ ਰਹਿੰਦੇ, ਇਹਦਾ ਮਤਲਬ ਉਹਨਾਂ ਵਿਚਾਰੇ ਨੂੰ ਉਨੇ ਕੀ ਵੱਜਦੇ। ਵੈਸੇ ਖਬਰ ਕਿੱਦਾਂ ਲੱਗਦੀ ਹੁੰਦੀ ਹੈ ਨਾ ਕਿ ਉੱਥੋਂ ਜੀ 7 ਟਰੱਕ ਫੜੇ, 3 ਟਰਾਲੀਆਂ ਫੜੀਆਂ ਤੇ ਨਾਲ ਉਹ ਚਲਾਉਣ ਵਾਲੇ 15 ਬੰਦੇ ਫੜੇ। ਉੱਪਰ ਵਾਲੇ ਤਾਂ 500 ਵਾਲੇ ਫੜ ਹੋ ਜਾਂਦੇ ਆ, ਬਾਕੀ ਜਿਹੜਾ 14,500 ਜਿੱਥੇ ਜਾਂਦਾ ਉਹ ਬੰਦੇ ਕਦੇ ਫੜੇ ਨਹੀਂ ਹੁੰਦੇ। ਜੇ ਉਹਨਾਂ ਨੂੰ ਕਿਹਾ ਹੁੰਦਾ ਨਾ ਵੀ ਪੁੱਤ ਕੋਈ ਗੱਲ ਨਹੀਂ, ਆਰਾਮ ਨਾਲ ਬਹਿਣਾ ਥਾਣੇਦਾਰ ਦੇ ਸਾਹਮਣੇ, ਬਾਕੀ ਚਿੰਤਾ ਸਾਡੀ। ਵਕੀਲ ਨੂੰ ਭੇਜਤਾ, ਚੰਡੀਗੜ੍ਹ ਨੂੰ ਤੋਰਤਾ, ਕਾਗਜ਼ ਬਣੇ, ਬਸ ਤੁਸੀਂ ਸਾਈਨ ਕਰਨੇ ਆ, ਬਾਕੀ ਕੰਮ ਸਾਡਾ ਹੀ। ਬਾਕੀ ਕੰਮ ਸਾਡਾ। ਅੱਛਾ WhatsApp ਯਾਰ, ਹੋ ਸਕਦਾ ਤੁਸੀਂ ਸਾਨੂੰ ਕਹਿੰਦੇ ਹੋ ਵੀ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਸੀਂ ਹੱਸਦੇ ਹੋ। ਸਾਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ। ਪਤਾ ਕਿਉਂ? ਉਹ ਇਸ ਕਰਕੇ ਨਹੀਂ ਆਉਂਦੀ ਕਿਉਂਕਿ ਜਿਹੜੇ ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਨੇ, ਜੋ ਸ਼ਰਮ ਕਰਨੋਂ ਹਟ ਗਏ, ਐਂਡ ਉਹਨਾਂ ਨੂੰ ਸ਼ਰਮ ਆਵੇ, ਇਹਦੇ ਲਈ ਆਪਾਂ ਲੋਕ ਵੀ ਕੁਝ ਕਰਨੋਂ ਹਟ ਗਏ। ਹੁਣ ਜਦੋਂ ਦੋਵੇਂ ਧਿਰਾਂ ਹੀ ਕਰਨੋਂ ਹਟ ਗਈਆਂ, ਆਪੋ ਆਪਣਾ ਕੰਮ, ਲੋਕ ਵੀ ਹਟ ਗਏ, ਲੀਡਰ ਵੀ ਹਟ ਗਏ, ਤੇ ਫਿਰ ਕੀ ਗੱਲ, ਮੀਡੀਆ ਰਹਿ ਗਿਆ ਸ਼ਰਮ ਕਰਨ ਨੂੰ? ਹਾਂ ਨਹੀਂ, ਕਿਤੇ ਨਾ ਕਿਤੇ ਦੇਖੋ ਹੁਣ ਲੋਕ ਚਿੰਤਤ ਨੇ, ਬਹੁਤ ਜ਼ਿਆਦਾ ਬੇਬਸ ਜਿਹਾ ਨੇ। ਜੇ ਅਸੀਂ ਆਹੀ ਖਬਰ ਤੁਹਾਨੂੰ ਜਿਹੜਾ ਵੱਡੀ ਖਬਰ ਕਹਿ ਕੇ ਦਈਏ, ਜਾਂ ਬ੍ਰੇਕਿੰਗ ਆ ਗਈ, ਜਾਂ ਹੋ ਗਿਆ, ਜੇ ਉੱਥੇ ਲੋਕ ਕਿਉਂਕਿ ਹੱਸ ਕੇ ਥੋੜ੍ਹਾ ਜਿਹਾ ਵਿੱਚ ਕੁਛ ਫਲੇਵਰ ਜਿਹਾ ਪਾ ਕੇ ਦੇਵਾਂਗੇ, ਡਾਈਜੈਸਟ ਕਰਨੀ ਸਮਝਣੀ ਥੋੜ੍ਹੀ ਜਿਹੀ ਸੌਖੀ ਹੋ ਜੂ। ਅੱਛਾ ਹੁਣ ਆਪਾਂ ਪੰਜਾਬ ਵੱਲ ਆ ਜਾਈਏ। ਪੰਜਾਬ 'ਚ ਕੈਪਟਨ ਸਾਹਿਬ ਕਹਿੰਦੇ ਵੀ ਸਾਡੇ ਹੱਥ ਖੜਿਆ ਭਾਈ। ਪਹਿਲਾਂ ਸ਼ਾਇਦ 18 ਤੋਂ 44 ਵਾਲਿਆਂ ਨੂੰ ਲਾਉਣਾ ਸੀ ਤੀਸਰਾ ਗੇੜ ਵੈਕਸੀਨੇਸ਼ਨ ਦਾ, ਉਹ ਕਹਿੰਦੇ ਵੀ ਆਪਣੇ ਕੋਲੇ ਟੀਕਾ ਕੋਈ ਨਹੀਂ, ਇਸ ਕਰਕੇ ਆਪਾਂ ਲਾਉਣਾ ਕੋਈ। ਹੁਣ ਬਾਕੀ ਸਟੇਟਾਂ ਵਾਲਿਆਂ ਦੇ ਵਿੱਚੋਂ ਇਹ ਖਬਰਾਂ ਆਉਂਦੀਆਂ ਨੇ ਵੀ ਉਹਨਾਂ ਨੇ ਇੰਨੀ ਤਰੀਕ ਨੂੰ ਫਲਾਣੇ ਸੱਦ ਲਏ, ਇੰਨੀ ਤਰੀਕ ਨੂੰ ਫਲਾਣੇ ਸੱਦ ਲਏ, ਇੰਨੀ ਤਰੀਕ ਨੂੰ ਫਲਾਣੇ ਨੂੰ ਟੀਕੇ ਲੱਗਣਾ। ਜਿਹਨੇ ਨਹੀਂ ਲਵਾਉਣਾ ਜਾਂ ਜਿਹਨੂੰ ਨਹੀਂ ਲੱਗਾ ਉਹ ਰਜਿਸਟ੍ਰੇਸ਼ਨ ਕਰਵਾ ਲਓ, ਦੱਸ ਦਿਓ ਭਾਈ। ਇੱਧਰ ਹੀ ਰਮਾਨ ਨਾਲ ਉਹ ਕਹਿੰਦੇ ਵੀ ਕੁੰਡੀ ਲਾ ਦਿਓ, ਕੁੰਡੀ ਆਰਾਮ ਨਾਲ। ਉਹ ਕਹਿੰਦੀ ਕੀ ਗੱਲ ਟੀਕਾ, ਕਹਿੰਦੇ ਟੀਕੇ ਹੈ ਨਹੀਂ, ਵਾ ਸ਼ਟਰ ਸੁੱਟ ਦਿਓ ਉਹਦੇ ਟਾਈਮ ਨਾਲ, ਚਲੋ ਮਤਲਬ ਹੱਦ ਹੋਈ ਪਈ। ਮੈਂ ਕਮਾਲ ਹੋ ਗਈ। ਸੰਧਾਲੀਆ ਸਾਹਿਬ, ਪੰਜਾਬ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਭਾਈ ਸਾਡੇ ਕੋਲ ਟੀਕੇ ਨਹੀਂ, ਦਿੱਲੀ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਕੋਈ ਇੱਦਾਂ ਦੀ ਗੱਲ ਨਹੀਂ, ਸਾਡੇ ਕੋਲ ਵੀ ਟੀਕੇ ਨਹੀਂ। ਮੈਨੂੰ ਫਿਰ ਚੇਤਾ ਆ ਗਿਆ ਕਿ ਅਜੇ ਥੋੜ੍ਹੇ ਘੰਟੇ ਪਹਿਲਾਂ ਤਾਂ ਕੇਂਦਰ ਦੀ ਸਰਕਾਰ ਕਹਿ ਕੇ ਹਟੀ ਹੈ ਕਿ 1 ਕਰੋੜ ਟੀਕੇ ਸੂਬਿਆਂ ਨੂੰ ਭੇਜ ਦਿੱਤੇ ਆ, ਤੇ 3 ਦਿਨਾਂ ਦੇ ਵਿੱਚ 30 ਲੱਖ ਟੀਕੇ ਹੋਰ ਭੇਜ ਦੇਣੇ ਆ। 1 ਕਰੋੜ 30 ਲੱਖ ਹੋ ਗਏ, ਤੇ 3 ਦਿਨਾਂ ਦਾ ਮਤਲਬ ਕੀ ਆ ਕਿ 1-2 ਤਰੀਕ ਤੱਕ। ਉਹ ਫਿਰ 1.25 ਕਰੋੜ ਤੋਂ ਵੱਧ ਟੀਕੇ ਹੈ ਕਿੱਥੇ ਆ? ਜਦੋਂ ਫਿਰ ਸੁਪਰੀਮ ਕੋਰਟ ਕਹਿੰਦੀ ਆ ਨਾ ਕਿ ਤੁਸੀਂ ਆਪਣੇ ਹੱਥ ਰੱਖੋ ਸਾਰਾ ਕੁਝ, ਕਿ ਕਿਹੜੇ ਥਾਂ ਦੇ ਉੱਤੇ ਕਿੰਨੇ ਚਾਹੀਦੇ ਆ, ਸਾਰਿਆਂ ਨੂੰ ਭੇਜੋ। ਜੇ ਨੈਸ਼ਨਲ ਪਾਲਿਸੀ ਹੁੰਦੀ ਤਾਂ ਨਾ ਹੁੰਦਾ। 2 ਸੂਬੇ, ਦਿੱਲੀ ਵਾਲੇ ਵੀ ਕਹਿਣ ਲੱਗ ਪਏ, ਪੰਜਾਬ ਵਾਲੇ ਵੀ, 1-2 ਸੂਬੇ ਹੋਰ ਆ, ਉਹ ਵੀ ਕਹਿੰਦੇ ਸਾਡੇ ਕੋਲ ਟੀਕੇ ਨਹੀਂ ਹੈਗੇ। ਇਹਦਾ ਮਤਲਬ ਕਿਤੇ ਬਹੁਤੇ ਭੇਜ ਦਿੱਤੇ ਤੇ ਕਿਤੇ ਭੇਜੇ ਨਹੀਂ। ਕਿਉਂ ਨਹੀਂ ਹੈਗੇ ਟੀਕੇ ਪੰਜਾਬ ਦੇ ਕੋਲੇ, ਇਹ ਦੱਸਣ, ਜਾਂ ਕੇਂਦਰ ਵਾਲੇ ਫਿਰ ਮੂਹਰਿਓਂ ਦੱਸਣ ਕਿ ਭਾਈ ਤੁਸੀਂ ਪੰਜਾਬ ਨੂੰ ਕਿਉਂ ਨਹੀਂ ਭੇਜੇ। ਪਰ ਇਹ ਬੜੀ ਅਜੀਬ ਸਥਿਤੀ ਹੈ। ਹੁਣ ਤੁਸੀਂ ਦੇਖੋ, ਗ੍ਰਹਿ ਮੰਤਰਾਲੇ ਦਾ ਬਿਆਨ ਆਇਆ ਸੀ ਨਾ ਕਿ ਸਾਡੇ ਕੋਲੇ ਆਕਸੀਜਨ ਬਹੁਤ ਆ, ਡਿਸਟ੍ਰੀਬਿਊਸ਼ਨ ਨਹੀਂ ਹੋ ਰਹੀ। ਪੰਜਾਬ ਦਾ ਸਿਹਤ ਮੰਤਰੀ ਕਹਿੰਦੇ ਸੀ ਬਲਵੀਰ ਸਿੰਘ ਸਿੱਧੂ ਸਾਹਿਬ ਕਿ ਸਾਡੇ ਕੋਲੇ ਆਕਸੀਜਨ ਘੱਟ ਆ। ਹੁਣ ਫੇਰ ਕਹਿ ਦਿੱਤਾ ਕਿ ਆਕਸੀਜਨ ਬਹੁਤ ਆ। ਕੇਂਦਰ ਸਰਕਾਰ ਨੇ ਕਿਹਾ ਕਿ ਸਾਡੇ ਕੋਲੇ ਆਕਸੀਜਨ ਦੇ ਜਿੰਨੇ ਭੰਡਾਰ ਚਾਹੀਦੇ ਉਨੇ ਹੈਗੇ ਆ, ਅਸੀਂ ਸਿਰਫ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰਾਂ ਨੂੰ ਕਹਿੰਦੇ ਆ ਕਿ ਨਿਆਂ ਸੰਗਤ ਵਰਤੋ, ਕਿ ਜਿੱਥੇ ਲੋੜ ਆ ਸਿਰਫ ਉੱਥੇ ਵਰਤੋ, ਤੁਸੀਂ ਲੋਕਾਂ ਦੇ ਵਿੱਚ ਜਾ ਕੇ ਭਰੋਸਾ ਜਗਾਓ। ਠੀਕ ਹੈ ਗੱਲ ਤੁਹਾਡੀ,
ਪਰ ਜਦੋਂ ਕੁਝ ਸੂਬੇ ਇਹ ਕਹਿੰਦੇ ਆ ਜੀ ਸਾਡੀ ਆਕਸੀਜਨ ਦੀ ਸਪਲਾਈ ਘਟਾਤੀ, ਕਈ ਸੂਬੇ ਕਹਿੰਦੇ ਆ, ਤੇ ਅਦਾਲਤਾਂ ਵੀ ਕਹਿ ਰਹੀਆਂ ਕਿ ਭਾਈ ਕਾਹਨੂੰ ਘਟਾਉਨੇ ਹੋ। ਅਦਾਲਤਾਂ ਨੇ ਪਿਛਲੇ ਦਿਨ ਪੁੱਛਿਆ ਸੀ ਕਿ ਫਲਾਨੀ ਜਗ੍ਹਾ ਵਧਾਤੀ ਤਾਂ ਇੱਥੇ ਘਟਾਈ ਕਿਉਂ ਆ। ਜਾਣੀ ਇਹ ਇੱਕ ਤਰ੍ਹਾਂ ਦੇ ਨਾਲ ਰੋਲ ਘਚੋਲਾ ਪਾਤਾ ਕਿ ਉੱਪਰੋਂ ਜੇ ਕੇਂਦਰ ਸਰਕਾਰ ਕਹੇ ਲਗਾਤਾਰ 2 ਬਿਆਨ ਆ ਗਏ ਆਕਸੀਜਨ ਦੇ ਭੰਡਾਰ ਕਾਫੀ ਹੈ, ਫਿਰ ਆ ਜਿਹੜੇ ਲੋਕ ਦਮ ਤੋੜ ਰਹੇ ਨੇ ਆਕਸੀਜਨ ਤੋਂ ਬਿਨਾਂ, ਪੰਜਾਬ 'ਚ ਦਮ ਟੁੱਟਿਆ, ਰਾਜਸਥਾਨ 'ਚ ਦਮ ਟੁੱਟਿਆ, ਮਹਾਰਾਸ਼ਟਰ 'ਚ ਟੁੱਟਿਆ, ਯੂਪੀ 'ਚ ਟੁੱਟਿਆ, ਦਿੱਲੀ 'ਚ ਟੁੱਟਿਆ। ਜਦੋਂ ਵਕੀਲ ਕਹੀ ਜਾਂਦੇ ਸਾਨੂੰ ਆਕਸੀਜਨ ਨਹੀਂ ਮਿਲਦੀ, ਹਾਈ ਕੋਰਟ 'ਚ ਰੋਂਦਾ ਬੰਦਾ ਵਕੀਲਾਂ ਦਾ ਪ੍ਰਧਾਨ ਜਾ ਕੇ, ਉਸੇ ਦਿੱਲੀ ਦੇ ਵਿੱਚ ਕਹੀ ਜਾਂਦੇ ਕਿ ਸਾਡੇ ਕੋਲ ਆਕਸੀਜਨ ਹੈਗੀ ਆ। ਫਿਰ ਘਾਟ ਕਿੱਥੇ ਆ ਸੰਧਾਲੀਆ ਸਾਹਿਬ? ਘਾਟ ਸਾਹਿਬ ਮੈਨੂੰ ਲੱਗਦੀ ਨਹੀਂ, ਵਾਧ ਲੱਗਦੀ ਹੈ। ਵਾਧ ਇੱਕ ਹੁੰਦਾ ਘਾਟਵਾਦ ਹੋ ਗਈ, ਇੱਥੇ ਘਾਟ ਨਹੀਂ ਹੈਗੀ, ਇੱਥੇ ਵਾਧ ਹੈ ਸਿਆਸਤ ਦੀ। ਕਿਉਂਕਿ ਮੈਨੂੰ ਇਹ ਜਾਪਦਾ ਵੀ ਕਿਤੇ ਨਾ ਕਿਤੇ ਅੱਜ ਨਹੀਂ ਕੱਲ ਨਹੀਂ ਪਰਸੋਂ ਇਹਨਾਂ ਹੀ ਕਿੱਸਿਆਂ ਦੇ ਵਿੱਚੋਂ ਕਹਾਣੀਆਂ ਬਣਨੀਆਂ ਨੇ। ਉਹਨਾਂ ਕਹਾਣੀਆਂ ਚੋਂ 15 ਨੰਬਰ ਦੇ ਲੇਖ ਲਿਖੇ ਜਾਣੇ, ਜਿਨ੍ਹਾਂ ਚੋਂ ਕਿਸੇ ਨੇ ਕਹਿਣਾ ਵੀ ਮੇਰੇ 15 ਚੋਂ 12 ਆ ਗਈ, ਬਸ ਉਹਨੇ ਚੰਗੀ ਲਿਖਾਈ ਦੇ 3 ਘੱਟ ਲਏ ਵੀ ਉਹ ਨਹੀਂ ਕੀਤੀ ਮੈਂ। ਹੁਣ ਪੰਜਾਬ ਦੇ ਵਿੱਚ ਅਸ਼ਵਨੀ ਸ਼ਰਮਾ ਸਾਹਿਬ ਪ੍ਰਧਾਨ ਹੈ ਬੀਜੇਪੀ ਦੇ, ਉਹਨਾਂ ਨੇ ਕੈਪਟਨ ਸਾਹਿਬ 'ਤੇ ਇਲਜ਼ਾਮ ਲਾਇਆ। ਉਹ ਕਹਿੰਦੇ ਦੇਖੋ ਜੀ ਮੋਦੀ ਸਾਹਿਬ ਨੂੰ ਬੜਾ ਫਿਕਰ ਸੀ, ਉਹਨਾਂ ਨੇ ਪਿਛਲੇ ਸਾਲ ਦੇ ਹਾਲਾਤਾਂ ਦੇ ਹਿਸਾਬ ਨਾਲ ਹਰੇਕ ਸਟੇਟ ਨੂੰ ਆਪੋ ਆਪਣੇ ਹਿਸਾਬ ਨਾਲ ਚੀਜ਼ਾਂ ਦਿੱਤੀਆਂ, ਜਿਹਦੇ 'ਚ ਉਹਨਾਂ ਨੇ 3 ਆਕਸੀਜਨ ਪਲਾਂਟ ਦਿੱਤੇ ਸੀ, ਭਾਈ ਸਾਹਿਬ ਲਾਓ, ਪੈਸੇ ਵੀ ਦਿੱਤੇ, ਪਰ ਇਹ ਜਿਹੜੀ ਸਰਕਾਰ ਇਹਨਾਂ ਕੋਲੋਂ ਨਹੀਂ ਲੱਗੀ। ਮੈਂ ਨਹੀਂ ਕਹਿੰਦਾ, ਅਸ਼ਵਨੀ ਸ਼ਰਮਾ ਸਾਹਿਬ ਕਹਿੰਦੇ। ਦੂਜੀ ਗੱਲ ਉਹ ਕਰਦੇ ਨੇ ਵੈਂਟੀਲੇਟਰਾਂ ਦੀ ਲੋੜ ਹੁੰਦੀ, ਕੋਈ 290 ਦੇ ਕਰੀਬ ਉਹ ਗਿਣਤੀ ਕਹਿੰਦੇ ਵੀ 290 ਵੈਂਟੀਲੇਟਰ ਘੱਲੇ, ਇਹਨਾਂ ਕੋਲ 40 ਕੁ ਲਾਗੇ, 250 ਖਰਾਬ ਹੋ ਗਿਆ, ਉੱਦਾਂ ਹੀ ਪਿਆ, ਕਿਸੇ ਨੇ ਲਾਇਆ। ਇਹ ਅਸ਼ਵਨੀ ਸ਼ਰਮਾ ਸਾਹਿਬ ਹੁਣ ਜੇ 2 ਇਲਜ਼ਾਮ ਇਸ ਤਰ੍ਹਾਂ ਦੇ ਲਾਉਂਦੇ, ਉਹ ਕਹਿੰਦੇ ਵੀ ਇਹ ਸਰਕਾਰ ਚਲਾਉਣ ਡਿਆ ਵੀ ਜੇ ਪਿੱਛੋਂ ਸਾਰਾ ਕੁਝ ਆਉਂਦਾ ਤੇ ਅੱਗੇ ਇਹਨਾਂ ਕੋਲੋਂ ਵਰਤਿਆ ਨਹੀਂ ਜਾਂਦਾ, ਤੇ ਕੱਲ੍ਹ ਨੂੰ ਬਿਆਨ ਇਹ ਫਿਰ ਉੱਥੇ ਜਾ ਦਿੰਦੇ ਆ ਵੀ ਪ੍ਰਧਾਨ ਮੰਤਰੀ ਸਾਹਿਬ ਸਾਡੇ ਨਾਲ ਇੱਦਾਂ ਦਾ ਵਿਹਾਰ ਕਰਦੇ ਆ, ਤੇ ਫਿਰ ਨੁਕਸ ਕਿੱਥੇ ਆ? ਹੁਣ ਮੈਨੂੰ ਨਹੀਂ ਪਤਾ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਭੇਜਿਆ ਜਾਂ ਅਸ਼ਵਨੀ ਸ਼ਰਮਾ ਸਾਹਿਬ ਨੇ ਜੋ ਕਿਹਾ ਉਹ ਸੱਚ ਹੈ ਕਿ ਝੂਠ ਹੈ, ਉਹਦਾ ਜਵਾਬ ਤਾਂ ਜਾਂ ਪੰਜਾਬ ਸਰਕਾਰ ਦੇਵੇ ਜਾਂ ਫਿਰ ਸਿਹਤ ਮੰਤਰੀ ਸਾਹਿਬ ਦੇਣ। ਪਰ ਇਹ ਜੇ ਗੱਲ ਹੁਣ ਚੱਲ ਪਈ ਹੈ, ਜੇ ਵਰਦੀਆਂ ਪਈਆਂ, ਜੇ ਹਾਲਾਤ ਮਾੜੇ ਆ, ਕਿਉਂਕਿ ਕੰਮ ਸਾਰਿਆਂ ਨੂੰ ਕਰਨਾ ਪੈਣਾ, ਪਰ ਸਿਆਸੀ ਬਿਆਨ ਆਉਣ ਲੱਗ ਪਿਆ, ਤੇ ਜਿੱਦਨੇ ਸਾਰਾ ਕੁਝ ਨਿਬੜ ਗਿਆ ਉਦਨੇ ਭਲੀ ਗੁਜ਼ਾਰਨਗੇ। ਦੇਖੋ 2 ਤਰ੍ਹਾਂ ਦੀ ਚਰਚਾ ਚੱਲਦੀ ਹੈ। ਇੱਕ ਚਰਚਾ ਇਹ ਚੱਲਦੀ ਸੀ ਕੇਂਦਰ ਸਰਕਾਰ ਵਾਲੇ ਪਾਸੇ ਵੀ ਕਿ ਭਾਈ ਉਹਨਾਂ ਨੇ ਵੀ ਜਿਹੜਾ ਸੌਦਾ ਮੰਗਾਇਆ ਸ਼ਾਇਦ ਸਾਰਾ ਠੀਕ ਨਹੀਂ ਸੀ, ਪਰ ਆਪਾਂ ਉਹਨੂੰ ਛੱਡ ਹੀ ਦਿੰਨੇ ਆ। ਦੇਖੋ ਇੱਕ ਪਾਰਟੀ ਦਾ ਸੂਬਾ ਪ੍ਰਧਾਨ, ਉਹ ਪਾਰਟੀ ਜਿਹੜੀ ਕੇਂਦਰ 'ਚ ਸੱਤਾਧਾਰੀ ਹੈ, ਸਾਡੇ ਹਿਮਾਚਲ 'ਚ ਸੱਤਾਧਾਰੀ ਹੈ, ਨਾਲ ਹਰਿਆਣੇ 'ਚ ਸੱਤਾਧਾਰੀ ਹੈ, ਪੰਜਾਬ 'ਚ ਸੱਤਾਧਾਰੀ ਹੋ ਜਾਣਾ ਕਹਿੰਦੇ ਉਹ, ਤੇ ਦਿੱਲੀ ਦੇ ਵਿੱਚ ਉਪ ਰਾਜਪਾਲ ਸਾਹਿਬ ਸੱਤਾਧਾਰੀ ਨੇ, ਆਪਾਂ ਨਹੀਂ ਕਿੰਨੇ ਉਹ। ਹਾਂਜੀ, ਹੁਣ ਸੰਧਾਲੀਆ ਸਾਹਿਬ ਗੱਲ ਕੀ ਹੈ? ਇਹ ਤੁਸੀਂ ਜਿਹੜਾ ਕੇਜਰੀਵਾਲ ਹੋਰਾਂ ਦਾ ਵਾਰ-ਵਾਰ ਜ਼ਖਮ ਛੇੜਦੇ ਹੋ ਨਾ, ਇੱਕ ਤਾਂ ਹੁੰਦਾ ਨਾ ਦੂਰੋਂ ਹਾਲ ਚਾਲ ਪੁੱਛਣਾ, ਭਾਈ ਹੁਣ ਠੀਕ ਹੈ ਜ਼ਖਮ, ਇੱਕ ਕਹਿ ਨਾ ਉਹ ਅੱਛਾ ਲਹੂ ਵਗਦਾ ਜੀ ਕਿਉਂ, ਅਜੇ ਹਰਾ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਅਸ਼ਵਨੀ ਸ਼ਰਮਾ ਵੱਡੇ ਆਗੂ ਨੇ, ਕਿਸੇ ਪਾਰਟੀ ਦਾ ਸੂਬਾ ਪ੍ਰਧਾਨ ਹੋਣਾ ਛੋਟੀ ਗੱਲ ਨਹੀਂ। ਜੇ ਉਹ ਪੰਜਾਬ ਸਰਕਾਰ ਤੇ ਇਲਜ਼ਾਮ ਲਾਉਂਦੇ ਆ ਕਿ ਪੈਸੇ ਆਏ ਤਾਂ ਤੁਸੀਂ ਵਰਤੇ ਨਹੀਂ, ਜਾਨੀ ਆਕਸੀਜਨ ਦੇ ਪਲਾਂਟ ਲੱਗਣੇ ਸੀ, ਤੁਹਾਨੂੰ ਪੈਸੇ ਵੀ ਭੇਜ ਦਿੱਤੇ, ਬਲਵੀਰ ਸਿੰਘ ਸਿੱਧੂ ਬਿਨਾਂ ਇੱਕ ਪਲ ਵੀ ਗਵਾਏ, ਪੰਜਾਬ ਦੇ ਸਿਹਤ ਮੰਤਰੀ ਕਾਂਗਰਸੀ ਆਗੂ ਜਵਾਬ ਦੇਣ ਕਿ ਕੀ ਪੰਜਾਬ ਸਰਕਾਰ ਨੂੰ ਪੈਸੇ ਆਏ ਸੀ। ਦੂਸਰੀ ਗੱਲ, ਜੇ ਵੈਂਟੀਲੇਟਰ ਵਾਲਾ ਮਸਲਾ ਸੀ, ਪਏ ਖਰਾਬ ਹੋ ਗਏ, ਇਲਜ਼ਾਮ ਲਾਤਾ ਉਹਨਾਂ ਨੇ, ਹੁਣ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਪਊਗਾ ਕਿ ਜਵਾਬ ਦਿਓ ਕਿ ਭਾਈ ਤੁਸੀਂ ਉਹ ਕਿਉਂ ਨਹੀਂ ਫਿੱਟ ਕੀਤੇ, ਕੀ ਉਹ ਫਿੱਟ ਕਰਨ ਦੇ ਯੋਗ ਨਹੀਂ ਸੀ? ਜੇ ਯੋਗ ਨਹੀਂ ਸੀ ਤੁਸੀਂ ਸਟੋਰ 'ਚ ਸਿੱਟ ਦਿੱਤੇ ਕਿ ਕੇਂਦਰ ਸਰਕਾਰ ਨੂੰ ਮਗਰ ਚਿੱਠੀ ਵੀ ਲਿਖੀ ਕਿ ਭਾਈ ਤੁਹਾਡਾ ਸੌਦਾ ਆਇਆ ਪਿਆ, ਖੰਡ ਤੁਸੀਂ ਭੇਜੀ ਆ ਪਰ ਗਿੱਲੀ ਆ, ਖੰਡ ਤੁਸੀਂ ਭੇਜੀ ਆ ਪਰ ਡਲੀਆਂ ਵੱਜੀਆਂ, ਖੰਡ ਤੁਸੀਂ ਭੇਜੀ ਆ ਪਰ ਕੀੜੀਆਂ ਚੜੀਆਂ, ਕੀ ਤੁਸੀਂ ਕਿਹਾ? ਤੁਸੀਂ ਕਿਸਿਓਂ ਸਮਾਨ ਆਇਆ, ਸਮਾਨ ਠੀਕ ਨਹੀਂ ਹੈ, ਤੁਸੀਂ ਘਰੇ ਥੋੜੀ ਬੈਠ ਜਾਂਦੇ ਹੋ, ਤੁਸੀਂ ਉਹਦੀ ਵਾਪਸੀ ਚਿੱਠੀ ਲਿਖਦੇ ਹੋ ਕਿ ਭਾਈ ਆ ਦਿਖਾਉਣਾ ਪਊਗਾ ਪੰਜਾਬ ਸਰਕਾਰ ਨੂੰ। ਪਰ ਮੈਂ ਹੋਰ ਕਹਿਣਾ, ਮੰਨ ਲੈਂਦੇ ਆ ਕਿ ਪੰਜਾਬ ਅਸ਼ਵਨੀ ਸ਼ਰਮਾ ਸਾਹਿਬ ਦੇ ਨਾਲ ਦੀ ਕੁਰਸੀ ਤੇ ਬਹਿ ਕੇ ਸੋਚਦੇ ਆ, ਨਹੀਂ ਦੱਸਦੇ ਪੰਜਾਬ ਸਰਕਾਰ ਵਾਲੇ, ਤੁਹਾਨੂੰ ਨਾਲ ਬਿਠਾਉਣਾ ਨਹੀਂ, ਅਗਲੇ ਤੁਹਾਨੂੰ ਬਿਠਾ ਦਿੰਦੇ ਆ, ਮੈਂ ਵੀ ਨਹੀਂ ਬਹਿਣਾ, ਨਹੀਂ ਬਿਠਾਉਣਾ ਹੀ ਤੁਹਾਨੂੰ ਅੱਜ ਕੱਲ ਤੇ ਬਿਲਕੁਲ ਨਹੀਂ ਉਹਨਾਂ ਨਾਲ ਬਹਿਣਾ। ਹੁਣ ਕਿਉਂਕਿ ਹੋਰ ਕਿਸੇ ਨੂੰ ਕੋਈ ਮਿਲੇ ਨਾ ਮਿਲੇ, ਮੈਨੂੰ ਘੜੀਸ ਲੈਣਾ ਅਗਲੇ ਨੇ, ਉਹਨਾਂ ਨਾਲ ਵੀ ਆ ਪਹਿਲਾਂ ਕਿਸਾਨਾਂ ਦੀਆਂ ਬੜੀਆਂ ਗੱਲਾਂ ਕਰਨ ਡਿਆ, ਸੰਧਾਲੀਆ ਲਿਆਓ ਕੇ ਇੱਧਰ ਆਓ ਪਹਿਲਾਂ। ਸੰਧਾਲੀਆ ਸਾਹਿਬ ਹੁਣ ਤੁਸੀਂ ਦੇਖੋ, ਮੈਂ ਕਹਿੰਦਾ ਕਿ ਅਸ਼ਵਨੀ ਸ਼ਰਮਾ ਸਾਹਿਬ 2 ਦਿਨ ਅੜਿੱਕਣ, ਜੇ 1 ਮਈ ਤਕਾਲਾਂ ਤੱਕ ਜਾਂ 2 ਮਈ ਤਕਾਲਾਂ ਤੱਕ ਜੇ ਕੋਈ ਜਵਾਬ ਨਹੀਂ ਆਉਂਦਾ, ਗੱਡੀ ਚੱਕਣ ਪਠਾਨਕੋਟੋਂ ਸਿੱਧੇ ਹੁਸ਼ਿਆਰਪੁਰ ਜਾ ਵੱਜਣ, ਹੁਸ਼ਿਆਰਪੁਰ ਜਾ ਕੇ ਨਾਲੇ ਤਾਂ ਮੰਤਰੀ ਸਾਹਿਬ ਦਾ, ਸੋਮ ਪ੍ਰਕਾਸ਼ ਸਾਹਿਬ ਦਾ ਥੋੜੇ ਲਿਓ ਗਏ ਪਤਾ ਲੈ ਲੈਣ, ਨਾਲ ਹੀ ਉਹਨਾਂ ਨੂੰ ਕਹਿਣ ਕਿ ਭਾਈ ਸਾਹਿਬ ਗੱਲ ਇਦਾਂ, ਤੁਸੀਂ ਕੇਂਦਰ 'ਚ ਮੰਤਰੀ ਹੋ, ਸਾਡੀ ਪਾਰਟੀ ਦੇ ਬੰਦੇ ਹੋ, ਬਹੁਤ ਵੱਡਾ ਇਲਜ਼ਾਮ ਲਾਈ ਜਾਂਦੇ ਆ ਕਿ ਕੇਂਦਰ ਸਰਕਾਰ ਨੇ ਦਿੱਤਾ ਕੁਛ ਨਹੀਂ, ਆਪਾਂ ਤਾਂ ਪੈਸੇ ਵੀ ਦਿੱਤੇ ਆ ਤੇ ਆਪਾਂ ਵੈਂਟੀਲੇਟਰ ਵੀ ਦਿੱਤੇ ਆ, ਨਾ ਇਹਨਾਂ ਪੈਸੇ ਵਰਤੇ ਆਕਸੀਜਨ ਦੇ ਲਈ, ਨਾ ਇਹਨਾਂ ਵੈਂਟੀਲੇਟਰ ਵਰਤੇ, ਤੁਸੀਂ ਐਂ ਕਰੋ ਦਿੱਲੀ ਜਾਓ ਜਾਂ ਟੈਲੀਫੋਨ ਖੜਕਾਓ, ਆਪਾਂ ਨੂੰ ਉਹ ਜਦੋਂ ਇਹ ਸਮਾਨ ਭੇਜਿਆ ਸੀ ਤਾਂ ਉਹਦੀ ਚਿੱਠੀ ਪੱਤਰੀ ਹੁੰਦੀ ਹੈ, ਬਕਾਇਦਾ ਹਿਸਾਬ ਕਿਤਾਬ ਹੁੰਦਾ, ਉਹ ਫੈਕਸ ਕਰਨ, ਈਮੇਲ ਕਰਨ, ਆਪਾਂ ਸਵੇਰੇ ਪ੍ਰੈਸ ਕਾਨਫਰੰਸ ਕਰਨੀ ਆ, ਇੱਥੇ ਅਸ਼ਵਨੀ ਸ਼ਰਮਾ ਸਾਹਿਬ ਬਹਿ ਜਾਣ, ਨਾਲ ਸੋਮ ਪ੍ਰਕਾਸ਼ ਜੀ ਨੂੰ ਬਿਠਾ ਲੈਣ, ਨਾਲ ਸਾਡੇ ਵੱਲੋਂ ਭਾਵੇਂ ਹਰਦੀਪ ਸਿੰਘ ਪੁਰੀ ਸਾਹਿਬ ਨੂੰ ਵੀ ਬਿਠਾ ਲੈਣ, ਪੰਜਾਬ ਸਰਕਾਰ ਦੀ ਖਿੱਦੋ 'ਚ ਲੀਰਾਂ ਬਾਹਰ ਕੱਢ ਦੇਣੇ ਕਰੀ ਫੜ ਕੇ। ਐਵੇਂ ਇਕੱਲੇ ਇਲਜ਼ਾਮ ਕਾਹਤੋਂ ਲਾਈ ਜਾਣੇ ਆ
ਤੱਥ ਦੇਣ ਉੱਥੇ ਕਪਾਈਆ ਇਹਨਾਂ ਨੂੰ ਸਮਾਨ ਵੀ ਭੇਜਿਆ ਸੀ, ਪੈਸੇ ਵੀ ਭੇਜੇ ਤੇ ਵੈਂਟੀਲੇਟਰ ਵੀ ਭੇਜੇ। ਦੁੱਧ ਦਾ ਦੁੱਧ ਹੋ ਜੂ, ਸੰਧਾਲੀਆ ਸਾਹਿਬ ਪਾਣੀ ਦਾ ਪਾਣੀ ਪੌਣੀ ਵਿੱਚ ਰੱਖ ਲੈਣੀ ਆ। ਬਿਲਕੁਲ ਸਹੀ ਹੈ। ਸੋ ਇੱਥੇ ਜਿਹੜੀ ਪੰਜਾਬ ਸਰਕਾਰ ਲਈ ਸਲਾਹ ਉਹ ਇਹ ਆ ਵੀ ਉਹ ਖਿੱਦੋ ਬਚਾਉਣ ਫਿਲਹਾਲ, ਕਿਉਂਕਿ ਜੇ ਖਿੱਦੋ ਚੋਂ ਲੀਰ ਨਿਕਲਿਆ ਫਿਰ ਬਹੁਤ ਦੂਰ ਤੱਕ ਜਾਣੀ, ਫਿਰ ਬਾਅਦ ਕੇ ਨਾ ਕੁੱਤੇ ਵੀ ਰੂੜੀਆਂ ਤੇ ਘੜੀਸਦੇ ਨੇ ਲੀਰਾਂ ਨੂੰ। ਪਰ ਜੇ ਇਦਾਂ ਨਾ ਹੋਈ, ਜੇ ਕਿਉਂਕਿ ਡਿਊਟੀ ਹੈ ਅਗਲਿਆਂ ਦੀ, ਸਰਕਾਰ ਹੈ, ਮੰਤਰੀ ਸਾਡੇ ਕੋਲੇ ਪੰਜਾਬ ਦੇ ਨੇ, ਉਹਨਾਂ ਦੇ ਵੀ ਆ ਵੀ 2 ਦਿਨਾਂ ਦੇ ਵਿੱਚ ਚੀਥੜੇ ਉਧੇੜ ਦਿਓ, ਆਪਾਂ ਛੱਡਣੇ ਨਹੀਂ। ਤਾਂ ਪੰਜਾਬ ਸਰਕਾਰ ਵਾਲੇ ਵੀ ਦੱਸ ਦੇਣ ਕਿ ਜੇ ਨਹੀਂ ਪੈਸੇ ਆਏ ਤਾਂ ਤੁਸੀਂ ਵੀ ਕਲੀਅਰ ਕਰ ਦਿਓ, ਸਫੈਦ ਪੱਤਰ ਹੁੰਦਾ ਨਾ ਇੱਕ ਵਾਈਟ ਪੇਪਰ ਜਿਹਨੂੰ ਤੁਸੀਂ ਕਹਿ ਦਿੰਦੇ ਹੋ, ਉਹ ਜਾਰੀ ਕਰ ਦਿਓ ਕਿ ਸਾਨੂੰ ਨਹੀਂ ਕੋਈ ਪੈਸੇ ਆਏ, ਪਤਾ ਲੱਗ ਜੇ ਕੌਣ ਝੂਠ ਬੋਲਦਾ ਕੌਣ ਸੱਚ। ਇੱਕ ਧਿਰ ਤਾਂ ਝੂਠ ਬੋਲਦੀ ਹੈ। ਨਹੀਂ ਇਹ ਤਾਂ ਹੈ, ਬਾਕੀ ਇਹ ਚਲੋ ਜੇ ਤਾਂ ਇਸੇ ਤਰ੍ਹਾਂ ਚੱਲੀ ਜਾਣਾ ਕੰਮ ਵੀ ਉਹ ਕਹਿੰਦਾ ਇਹ ਝੂਠ ਬੋਲਦੇ, ਉਹ ਕਹਿੰਦੇ ਇਹ ਝੂਠ ਬੋਲਦੇ ਆ, ਤੇ ਫਿਰ ਕੁੱਲ ਮਿਲਾ ਕੇ ਉਹੀ ਗੱਲ ਹੋਣੀ ਹੈ ਜਿਹੜੀ 5.5 ਸਾਲਾਂ ਤੋਂ ਬੇਅਦਬੀ ਕਾਂਡ 'ਚ ਹੋਈ ਜਾਂਦੀ। ਕਿਉਂਕਿ ਜੇ ਆਪਾਂ ਕੱਲ੍ਹ ਦੇ ਦਿਨ ਦੀ ਗੱਲ ਕਰੀਏ ਤਾਂ ਪਹਿਲਾਂ ਕੋਟਕਪੂਰੇ ਬੱਤੀਆਂ ਵਾਲੇ ਚੌਂਕ ਜਾਣਾ, ਕਿਉਂਕਿ ਜਥੇਦਾਰ ਰਣਜੀਤ ਸਿੰਘ ਹੁਰੀ ਗਏ ਆ, ਨਾਲ ਉਹਨਾਂ ਦੇ ਹੋਰ ਸਿਆਸੀ ਲੀਡਰ ਵੀ ਪਹੁੰਚੇ, ਖਹਿਰਾ ਸਾਹਿਬ ਵੀ, ਢੀਂਡਸਾ ਸਾਹਿਬ ਵੀ, ਮੇਰੇ ਖਿਆਲ ਬੈਂਸ ਭਰਾਵਾਂ 'ਚੋਂ ਵੀ ਸੀਗੇ, ਹੋਰ ਕਈ ਨੁਮਾਇੰਦੇ ਸਿੱਖ ਜਥੇਬੰਦੀਆਂ ਨਾਲ ਰਿਲੇਟਡ। ਉਹ ਕਹਿੰਦੇ ਵੀ ਆ ਜੋ ਕੁਛ ਭਾਈ ਸਾਹਿਬ ਕਰ ਦਿੱਤਾ ਤੇ ਜਿੱਦਾਂ ਦੇ ਫੈਸਲੇ ਆ ਗਏ ਅਸੀਂ ਇਹਨੂੰ ਮੰਨਦੇ ਨਹੀਂ। ਹੁਣ ਚਰਾਏ 'ਚ ਅਗਲਿਆਂ ਨੇ ਫੈਸਲਾ ਪਾ ਲਿਆ ਭਾਈ। ਦੇਖੋ ਭਾਈ ਰਣਜੀਤ ਸਿੰਘ ਹੋਰਾਂ ਦੀ ਅਗਵਾਈ, ਜਥੇਦਾਰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਦੀ ਅਗਵਾਈ 'ਚ ਸਾਰਾ ਕੁਝ ਹੋਇਆ। ਹੁਣ ਉੱਥੇ ਇੱਕ ਗੱਲ ਜਿਹੜੀ ਦੇਖਣ ਵਾਲੀ ਆ, ਉਹ ਕਹਿੰਦੇ ਜੀ ਗੈਰ ਸਿਆਸੀ ਹੈ ਸਾਰਾ ਕੁਝ, ਬਿਲਕੁਲ ਠੀਕ ਹੈ। ਤੇ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਸਿੱਟ ਦੀ ਜਿਹੜੀ ਰਿਪੋਰਟ ਖਤਮ ਕੀਤੀ ਗਈ ਹੈ, ਉਹ ਸਾਰੇ ਫੈਸਲੇ ਦੀਆਂ ਕਾਪੀਆਂ ਪਾੜ ਦਿੱਤੀਆਂ। ਉਹਨੂੰ ਕਿਹਾ ਸੀ ਫੜਨਾ ਫੜ ਲਓ ਭਾਈ, ਮੈਂ ਪਾੜੀਆਂ ਕਾਪੀਆਂ, ਰਣਜੀਤ ਸਿੰਘ ਹੋਰਾਂ ਨੇ ਕਿਹਾ ਠੀਕ ਹੈ। ਪਰ ਜਿਹੜੀ ਇੱਥੇ ਇੱਕ ਗੱਲ ਦੇਖਣ ਵਾਲੀ ਹੈ ਸੰਧਾਲੀਆ ਸਾਹਿਬ, ਉਹ ਇਹ ਹੈ ਕਿ ਉੱਥੇ ਕੌਣ ਕੌਣ ਗਿਆ, ਕਿਉਂਕਿ ਪੰਜਾਬ 'ਚ ਵੋਟਾਂ ਨੇੜੇ ਨੇ। ਅਸੀਂ ਨਹੀਂ ਕਹਿੰਦੇ ਕਿ ਇਸ ਮਾਮਲੇ ਦਾ ਕੋਈ ਵੋਟਾਂ ਨਾਲ ਸੰਬੰਧ ਨਹੀਂ, ਇਨਸਾਫ ਮਿਲਣਾ ਚਾਹੀਦਾ ਬਸ। ਪਰ ਹਰ ਉਹ ਬੰਦਾ ਜਿਹੜਾ ਕਾਂਗਰਸ, ਅਕਾਲੀ ਦਲ, ਬਾਦਲ, ਭਾਜਪਾ ਤੋਂ ਦੂਰੀ ਬਣਾ ਕੇ ਬੈਠਾ, ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਗੁਰਦਿੱਤ ਸਿੰਘ ਸੇਖੋਂ ਫਰੀਦਕੋਟ ਤੋਂ ਇਲੈਕਸ਼ਨ ਲੜੀ ਸੀ, ਉੱਥੇ ਉਹਨਾਂ ਦੀ ਕਾਫੀ ਸ਼ਖਸੀਅਤ ਦਾ ਪਤਾ ਲੋਕਾਂ ਨੂੰ ਕਿ ਭਾਈ ਇਮਾਨਦਾਰ ਬੰਦੇ ਨੇ, ਉਹ ਵੀ ਸੀਗੇ। ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਵੀ ਸੀਗੇ, ਪੰਜਾਬ ਏਕਤਾ ਪਾਰਟੀ ਦੇ ਲਾ ਲਓ ਹੁਣ ਜਿਹੜੇ ਆ, ਉਹ ਵੀ ਬੰਦੇ ਉੱਥੇ ਸੀਗੇ। ਇਹਦੇ ਨਾਲ ਨਾਲ ਤੁਸੀਂ ਹੋਰ ਦੇਖੋ, ਪਰਮਿੰਦਰ ਸਿੰਘ ਢੀਂਡਸਾ ਡੈਮੋਕ੍ਰੈਟਿਕ ਪਾਰਟੀ ਦੇ ਬ੍ਰਹਮਪੁਰਾ ਸਾਹਿਬ ਦੇ ਬੰਦੇ ਵੀ ਉੱਥੇ ਸੀਗੇ, ਹੋਰ ਕਈ ਧਿਰਾਂ, ਜਾਣੀ ਹਰ ਉਹ ਧਿਰ ਜਿਹੜੀ ਕਿ ਪੰਜਾਬ ਦੇ ਵਿੱਚ ਚੌਥਾ ਫਰੰਟ ਬਣ ਸਕਦੀ ਹੈ। ਪੰਜਵਾਂ ਕਹੋ ਯਾਰ, ਪੰਜਵਾਂ ਕਹਿਤਾ ਮੈਂ, 4 ਦੂਜੀਆਂ ਪਾਰਟੀ ਤਾਂ ਇਹੀ ਤੇ ਪ੍ਰੋਬਲਮ ਹੈ ਨਾ। ਮੈਂ ਆਮ ਆਦਮੀ ਪਾਰਟੀ ਦਾ ਜ਼ਿਕਰ ਇੱਧਰ ਕਰ ਲਿਆ। ਨਹੀਂ ਇਦਾਂ ਨਹੀਂ, ਉਹ ਕਹਿੰਦੇ ਰਲਣੇ ਨਹੀਂ ਉਹਦੇ ਨਾਲ। ਉਹ ਮਹਾਰਾਜ ਪਿਛਲੀ ਵਾਰ ਵੀ ਕਹਿੰਦੇ ਲੋਕ ਇਨਸਾਫ ਪਾਰਟੀ ਨਾਲ ਗੱਠਜੋੜ ਨਹੀਂ ਕਰਨਾ। ਤੋ ਗੱਠਜੋੜ ਦੀ ਤਾਂ ਗੱਲ ਹੀ ਨਹੀਂ ਹੋਈ ਨਾ। ਦੇਖੋ ਤੁਸੀਂ ਇਸ ਵਕਤ ਦੇਖੋ ਕੈਬਨਿਟ ਮੰਤਰੀ ਦਾ ਰੈਂਕ ਆ ਚੀਮਾ ਸਾਹਿਬ ਕੋਲ, ਉਹਨਾਂ ਦੇ ਬਿਆਨ ਦੀ ਰਿਸਪੈਕਟ ਕਰੋ। ਮੈਂ ਕੀਤੀ, ਉਹਨਾਂ ਕਿਹਾ ਵੀ ਗੱਠਜੋੜ ਕੋਈ ਨਹੀਂ, ਜਿੰਨੇ ਆਉਣਾ ਅਗਲੀ ਪਾਰਟੀ ਭੰਗ ਕਰ ਲਓ, ਸਾਡੇ ਚ ਜਾਓ। ਅਗਲੇ ਕਹਿੰਦਾ ਵੀ ਜਾਓ ਤੁਸੀਂ ਆਪਣੀ ਪਾਰਟੀ ਲੈ ਫਿਰੋ, ਆਪਣੀ ਬਣਾ ਲਾਂਗੇ। ਜਦੋਂ ਯਾਰ ਅਗਲੇ ਨਹੀਂ ਮੰਨਦੇ ਤੁਸੀਂ ਧੱਕੇ ਨਾਲ, ਇਸ ਕਰਕੇ ਦੇਖੋ ਮੈਂ ਗਿਣਾਦਾ ਕਾਂਗਰਸ, ਅਕਾਲੀ, ਬੀਜੇਪੀ ਤੇ ਆਪ, ਇਹ ਹੋਈਆਂ 4 ਪਾਰਟੀਆਂ। ਹੁਣ ਜਿੰਨੇ ਵੀ ਬਣਾਉਣਾ ਉਹ ਪੰਜਵਾਂ ਬਦਲ ਬਣਾਵੇ, ਤੀਜਾ ਬਦਲ ਨਹੀਂ। ਇਹ ਧੱਕੇ ਨਾ ਕਹੀ ਅਸੀਂ ਪੰਜਾਬ 'ਚ ਤੀਜਾ ਬਦਲ ਦੇਵਾਂਗੇ, ਤੀਜਾ ਕਦਾਂ ਦੇ ਦੋਗੇ ਯਾਰ। ਸੰਧਾਲੀਆ ਸਾਹਿਬ ਅਸਲ 'ਚ ਅਸੀਂ ਹੈਗੇ ਦੂਰ ਬੈਠ ਕੇ ਦੇਖਣ ਵਾਲੇ, ਸਾਨੂੰ ਹਿਸਾਬ ਨਹੀਂ ਆਉਂਦਾ। ਤੁਸੀਂ ਵਿੱਚ ਬਹਿ ਕੇ ਆਉਣੇ, ਤੁਹਾਨੂੰ ਪਤਾ ਕਿ ਕਿਹੜੇ ਬੰਦੇ ਨੇ ਕੀ ਕਰਨਾ। ਕਰੋ ਬੇਇੱਜ਼ਤੀਆਂ, ਗੱਲ ਹੀ ਕਰਦੇ ਆ, ਕਰੋ ਬੇਇੱਜ਼ਤੀਆਂ ਫਿਰ, ਕਿਉਂਕਿ ਤੁਹਾਨੂੰ ਅੰਦਰਲੀ ਸਾਰੀ ਗੱਲ ਦਾ ਪਤਾ ਕਿ ਅਸੀਂ ਪੁਰਾਣੇ ਹਿਸਾਬ ਨਾਲ ਲਾਉਣਾ ਨਹੀਂ। ਉਦੋਂ ਫਿਰ ਜਦੋਂ ਇਧਰਲੇ ਪਾਸਿਓਂ ਬੱਦਲ ਚੜਿਆ ਸੀ, ਬੜਾ ਮੀਂਹ ਪਿਆ ਸੀ, ਤੁਸੀਂ ਕਹਣਾ ਨਹੀਂ ਮੈਂ ਤਾਂ ਉੱਥੋਂ ਆਇਆ ਜਿੱਥੋਂ ਬੱਦਲ ਚਾੜੀ ਦੇ ਆ। ਅੱਛਾ ਹੁਣ ਇੱਧਰੋਂ ਜਿਹੜੇ ਬੱਦਲ ਆ ਕੁੱਲ ਮਿਲਾ ਕੇ ਉਹ ਭਾਵੇਂ ਕਹਿ ਲਓ ਕਿ ਵੀ ਇਹ ਪੰਥਕ ਮੁੱਦਾ ਹੈ, ਧਾਰਮਿਕ ਮੁੱਦਾ ਹੈ, ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ, ਪਰ ਉਹ ਸਾਰੇ ਕੁਛ ਦੇ ਵਿੱਚ ਉਹ ਇੱਕ ਹੁੰਦਾ ਨਾ ਵੀ ਮੁੱਦਾ ਹੈ ਤੇ ਦੂਰ ਵਾਹਵਾ ਮਤਲਬ ਜਿੱਦਾਂ ਗਹਿਰ ਜੀ ਚੜੀ ਹੋਈ ਤੇ ਬੰਦਾ ਕਹਿੰਦਾ ਯਾਰ ਇੱਧਰੋਂ ਹਨੇਰੀ ਆਊ, ਹਨੇਰੀ। ਉਹ ਹਨੇਰੀ ਜਿਹੜੀ ਵੋਟਾਂ ਵਾਲੀ ਹਨੇਰੀ ਡੀਕਦੇ ਨੇ ਨਾ ਬੰਦੇ, ਉਹ ਵੀ ਬੰਦੇ ਬਹੁਤ ਨੇ ਇਹਦੇ 'ਚ। ਤੁਸੀਂ ਦੇਖੋ ਕਿ ਕੋਟਕਪੂਰੇ ਜਿੱਥੇ ਉਹ ਘਟਨਾ ਵਾਪਰੀ ਸੀ, ਬੱਤੀਆਂ ਵਾਲੇ ਚੌਂਕ, ਇੱਕ ਉੱਥੇ ਇਕੱਠ ਹੋਇਆ, ਉਸੇ ਵੇਲੇ ਸ਼ੂ ਕਰਕੇ ਤੁਸੀਂ ਕਰੋ ਫਲਾਈ ਕਹਿੰਦੇ ਹੁੰਦੇ ਸ਼ਾਇਦ ਨਾ, ਉਹ ਅੰਮ੍ਰਿਤਸਰ ਵਾਲੇ ਪਾਸੇ ਭਾਈ ਬਲਜੀਤ ਸਿੰਘ ਦਾਦੂਵਾਲ ਹੋਰੇ ਵੀ ਸੀਗੇ। ਹਾਲਾਂਕਿ ਲੱਗਦਾ ਸੀ ਕਿ ਇੱਥੇ ਹੋਣਗੇ, ਪਰ ਉਹ ਉੱਥੇ ਸੀ ਨਹੀਂ। ਉਹਨਾਂ ਨੇ ਜਗ੍ਹਾ ਹੀ ਉਹ ਪਹਿਲੇ ਮੁਕਰਰ ਕੀਤੀ ਸੀ ਵੀ ਅਸੀਂ ਬਾਰ-ਬਾਰ ਉੱਥੇ ਗਲਿਆਰੇ ਦੇ ਵਿੱਚ ਗੋਲਡ ਮੈਡਲ ਦੇਣਾ। ਕੱਲ ਦਿੱਤਾ ਅਗਲਿਆਂ ਨਹੀਂ ਦਿੱਤਾ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ, ਤੇ ਉਹ ਕਹਿੰਦੇ ਜੀ ਇਹਨਾਂ ਦੀ ਜਾਂਚ ਬੜੀ ਵਧੀਆ, ਇੱਦਾਂ ਦੇ ਇਮਾਨਦਾਰ ਅਫਸਰਾਂ ਦੀ ਸਾਨੂੰ ਲੋੜ ਬਹੁਤ ਹੈ, ਤੇ ਉੱਥੇ ਗੋਲਡ ਮੈਡਲ ਦੇ ਨਾਲ ਸਨਮਾਨਿਤ ਕਰ ਦਿੱਤਾ। ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਫਿਰ ਪੱਤਰਕਾਰਾਂ ਨੇ ਸਵਾਲ ਤਾਂ ਕਰਨੇ ਸੀਗੇ ਭਾਈ। ਹੁਣ ਪਹਿਲੀ ਗੱਲ ਕਿ ਪਹਿਲਾ ਸਨਮਾਨ ਸਮਾਰੋਹ ਉਹਨਾਂ ਦਾ ਕਹਿੰਦੇ ਇਕੱਠ ਬਹੁਤ ਵੱਡਾ ਕਰਨਾ ਇਹ, ਕਿਉਂਕਿ ਕੋਵਿਡ ਦੇ ਕਰਕੇ ਪਾਬੰਦੀਆਂ ਨੇ ਤੇ ਅਸੀਂ ਕਿਸੇ ਦੀ ਵੀ ਜਾਨ ਜ਼ੋਖਮ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ, ਦਾਦੂਵਾਲ ਸਾਹਿਬ ਦਾ ਕਹਿਣਾ ਸੀ। ਕੁੰਵਰ ਵਿਜੇ ਪ੍ਰਤਾਪ ਹੋਰੀ ਕਹਿੰਦੇ ਕਿ ਦੇਖੋ ਮੈਂ ਇਹ ਚਾਹੁੰਦਾ ਸੀ ਕਿ ਅਦਾਲਤ ਦੇ ਵਿੱਚ ਮੇਰੀ ਜਾਂਚ ਰਿਪੋਰਟ ਤੇ ਟਰਾਇਲ ਹੋ ਜਾਂਦਾ, ਗਵਾਹ ਆਉਂਦੇ, ਗਵਾਹੀਆਂ ਦਿੰਦੇ, ਸਬੂਤ ਪੇਸ਼ ਹੁੰਦੇ, ਦੋਨਾਂ ਤਰ੍ਹਾਂ ਦੇ ਵਕੀਲ ਜਿਹੜਾ ਕਰਦੇ, ਪਰ ਮੁੱਢੋਂ ਹੀ ਵੱਢ ਕੇ ਛੱਡ ਦਿੱਤਾ। ਬੜੀ ਅਜੀਬ। ਕਹਿੰਦੇ ਹੁਣ ਖੁਸ਼ ਨੇ, ਮੈਂ ਨੌਕਰੀ ਛੱਡ ਦਿੱਤੀ ਹੈ। ਬਹੁਤ ਵੱਡੇ ਬੰਦੇ ਕਹਿੰਦੇ ਖੁਸ਼ ਹੈ। ਫਿਰ ਉਹ ਕਹਿੰਦੇ ਉਹਨਾਂ ਦੇ ਕੋਲੇ ਪੈਸਾ ਬੜਾ, ਉਹਨਾਂ ਦੇ ਕੋਲੇ ਤਾਕਤ ਬੜੀ ਹੈ, ਸਾਰਾ ਕੁਝ ਹੈਗਾ। ਪੰਜਾਬ ਦੇ ਲੋਕ ਮੇਰੀ ਜਾਂਚ ਰਿਪੋਰਟ ਨੂੰ ਸਾਂਭ ਲੈਣ, ਉਹਦੇ ਵਿੱਚ ਬਹੁਤ ਕੁਛ ਆ, ਤੇ ਜਿੱਤਣਾ ਕਹਿੰਦੇ ਸੱਚ ਦੀ ਅੰਤਮ ਜਿੱਤ ਜਿਹੜੀ ਉੱਥੇ ਹੋਣੀ ਆ। ਮੈਂ ਅਜੇ ਵੀ ਚਾਹੁੰਦਾ ਕਿ ਉੱਥੇ ਟਰਾਇਲ ਹੋ। ਫਿਰ ਉਹਨਾਂ ਨੇ ਕਿਹਾ, ਕਹਿੰਦੇ ਨੌਜਵਾਨ
4-5 ਅਜੇ ਵੀ ਐਗਜ਼ਿਸਟ ਕਰਦੇ ਆ, ਕੁਝ ਰੱਦ ਕਰ ਦਿੱਤੇ ਆ, ਕੁਝ ਐਗਜ਼ਿਸਟ ਕਰਦੇ, ਕਹਿੰਦੇ ਉਹਨਾਂ ਦੀ ਅਗਲੇ ਪਾਸੇ ਨੂੰ ਲੈ ਜਾਓ, ਮੈਂ ਦਾਅਵਾ ਕਰਦਾ ਕੁਝ ਨਾ ਕੁਝ ਹੋ ਜੂ। ਨਹੀਂ ਉਹ ਗੱਲ ਠੀਕ ਆ, ਦਾਅਵਾ ਉਹਨਾਂ ਨੇ ਕੀਤਾ, ਆਪਣੀ ਥਾਂ ਤੇ 골ਡ ਮੈਡਲ ਮਿਲਿਆ, ਪਰ ਦੇਖੋ ਮੇਰਾ ਖਿਆਲ ਜਿੱਥੇ 골ਡ ਮੈਡਲ ਨਾਲ ਸਨਮਾਨ ਕੀਤਾ ਗਿਆ ਉਹਦੇ 'ਚ ਤੇ ਜਿਹੜਾ ਇਧਰਲੇ ਪਾਸੇ ਪਾਰਕਿੰਗ ਵਾਲਾ ਚੌਂਕ ਆ ਉਹਦੇ 'ਚ ਜੀ ਬਹੁਤਾ ਫਰਕ ਨਹੀਂਗਾ। ਸੰਗਤ ਇੱਥੋਂ ਪਾਰਕਿੰਗ ਮਿੰਟਾਂ ਦਾ ਹੀ ਫਰਕ ਗੱਡੀ ਲਾ ਕੇ ਤੁਰ ਕੇ ਹੀ ਚਲੇ ਜਾਂਦੀ ਉੱਥੇ। ਹੁਣ ਉੱਥੇ ਜਿੰਦਾਬਾਦ ਹੋ ਗਈ ਤੇ ਇਧਰਲੇ ਪਾਸੇ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਮੁਰਦਾਬਾਦ ਤੇ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਮੁਰਦਾਬਾਦ ਕਰੀ ਗਿਆ, ਪੁਤਲਾ ਵੀ ਸਾੜਿਆ ਉੱਥੇ ਕੁੰਵਰ ਵਿਜੇ ਪ੍ਰਤਾਪ ਦਾ। ਤੁਸੀਂ ਦੇਖੋ ਵੀ ਇੰਨੇ ਕੁ ਥਾਂ ਦੇ ਵਿੱਚ ਹੀ ਇੱਕ ਪਾਸੇ ਉਸੇ ਸ਼ਖਸ ਨੂੰ 골ਡ ਮੈਡਲ ਪਾਇਆ ਜਾ ਰਿਹਾ, ਦੂਸਰੇ ਪਾਸੇ ਉਸੇ ਸ਼ਖਸ ਦਾ ਪੁਤਲਾ ਸਾੜਿਆ ਜਾ ਰਿਹਾ ਤੇ ਕਿਹਾ ਇਹ ਜਾ ਰਿਹਾ ਵੀ ਇਹਨੇ ਰਲ ਮਿਲ ਕੇ ਭਾਈ ਸਾਹਿਬ ਜਾਂਚ ਖਰਾਬ ਕਰਤੀ, ਇਹਨਾਂ ਨੇ ਕੇਸ ਨਹੀਂ ਕਿਸੇ ਪਾਸੇ ਲੱਗਣ ਦਿੱਤਾ। ਹੁਣ ਦੋਵਾਂ 'ਚੋਂ ਸੱਚ ਕਿਹਨੂੰ ਮੰਨੀਏ ਭਾਈ? ਇਹ ਤਾਂ ਆਉਣ ਵਾਲੇ ਸਮੇਂ ਨੂੰ ਕਲੀਅਰ ਕਰਨਾ ਜੀ। ਇਹ ਤਾਂ ਹੁਣ ਦੇਖੋ ਗੱਲ ਸਿੱਧੀ ਹੈ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਰੱਦ ਹੋਈ ਹੈ, ਉਹਦੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬੋਲੇ ਆ, ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪ੍ਰਗਟ ਸਿੰਘ ਥੋੜ੍ਹਾ ਜਿਹਾ ਬੋਲੇ ਆ, ਥੋੜ੍ਹਾ ਜਿਹਾ ਬਾਜਵਾ ਸਾਹਿਬ ਬੋਲੇ ਸੀ, ਪਰ ਉਹਦੇ ਤੋਂ ਬਾਅਦ ਹੁਣ 3-4 ਮੰਤਰੀ ਬੋਲੇ ਆ। ਆਪਾਂ ਕਿਸੇ ਨੇ ਕਹਿੰਦੇ ਨੇ ਸਾਧੂ ਸੂ ਧਰਮ ਸੋਧ ਤੋਂ ਬਿਨਾਂ ਕੋਈ ਬੋਲਦਾ ਨਹੀਂ ਯਾਰ। ਪਹਿਲਾਂ ਜਿੱਦਾਂ ਕੈਪਟਨ ਸਾਹਿਬ ਦੇ ਹੱਕ 'ਚ ਬੋਲਦੇ ਹੁੰਦੇ ਸੀ, ਕੈਪਟਨ ਸਾਹਿਬ ਨੇ ਇੱਕ ਵਾਰੀ ਕਿਹਾ ਕਿ ਲੈ ਫਲਾਣੇ ਬੰਦੇ ਤਾਂ ਅੰਦਰ ਸਮਝੋ, ਇੱਕੋ ਹੀ ਇੰਟਰਵਿਊ 'ਚ ਆ ਕੇ ਕਿਹਾ ਨਾ, ਤੇ ਨਾਲ ਹੀ ਜਿੱਦਾਂ ਉਹਨਾਂ ਨੇ ਕਹਿਤਾ ਕਿ ਸਿੱਧੂ ਮੇਰੇ ਖਿਲਾਫ ਇਲੈਕਸ਼ਨ ਲੜ ਕੇ ਦੇਖ ਲਵੇ, ਕਾਂਗਰਸ ਦੇ ਦਰਵਾਜ਼ੇ ਫੜਕ ਬੰਦ। ਬਾਕੀਆਂ ਨੇ ਦੇਖਣਾ ਯਾਰ ਉਹ ਤਾਂ ਭੂਹਾ ਭੇੜਨ ਲੱਗ ਪਿਆ, ਵੜ ਜਾਓ ਅੰਦਰਲੇ ਪਾਸੇ ਜਾ ਕੇ। ਹੁਣ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਹੁਸ਼ਿਆਰਪੁਰ ਤੋਂ MLA ਤੇ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਨਾਲ ਦੀ ਨਾਲ ਸਾਧੂ ਸਿੰਘ ਧਰਮਸੋਤ, 1-2 ਮੰਤਰੀ ਹੋਰ ਨੇ ਜਿਨ੍ਹਾਂ ਨੇ ਥੋੜਾ ਜਿਹਾ ਸਹਿੰਦਾ ਬੋਲਿਆ। ਬਿੱਟੂ ਸਾਹਿਬ ਤਾਂ ਬੋਲੇ ਹੀ ਆ। ਇਹ ਕਹਿੰਦੇ ਜੀ ਦੇਖੋ ਨਵਜੋਤ, ਪਹਿਲਾਂ ਧਰਮਸੋਤ ਸਾਹਿਬ ਨੇ ਸਿੱਧਾ ਹੀ ਕਹਿਤਾ, ਕਹਿੰਦੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਨ ਦਾ ਸ਼ੌਕ ਆ ਨਾ, ਜਾਓ ਦਿੱਤੀ ਪ੍ਰਧਾਨਗੀ, ਆਪਣੀ ਪਾਰਟੀ ਬਣਾ ਕੇ ਪ੍ਰਧਾਨ ਬਣ ਜਾਵੇ, ਜਿੱਦਾਂ ਮਰਜ਼ੀ ਫੈਸਲੇ ਕਰੇ, ਪ੍ਰਵਾਹ ਕੋਈ ਨਹੀਂ, ਇਹਨੂੰ ਡਿਸਪਲਿਨ 'ਚ ਬੰਦੇ ਨੂੰ ਰਹਿਣਾ ਹੀ ਨਹੀਂ ਆਉਂਦਾ। ਇਹੀ ਸੁੰਦਰ ਸ਼ਾਮ ਅਰੋੜਾ ਸਾਹਿਬ ਨੇ ਕਹਿਤਾ ਕਿ ਸਿੱਧੂ ਨੂੰ ਡਿਸਪਲਿਨ 'ਚ ਰਹਿਣਾ ਆਉਂਦਾ। ਸੁੱਖ ਸਰਕਾਰੀਆ ਹੋਰੀ ਕਹਿੰਦੇ ਸੱਤਾ ਦੇ ਲਾਲਚੀ ਨੇ ਨਵਜੋਤ ਸਿੰਘ ਸਿੱਧੂ। ਹੁਣ 3-4 ਮੰਤਰੀ ਜਦੋਂ ਬੋਲ ਪਏ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖਿਲਾਫ, ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਸਲਾਹ ਦਿੱਤੀ ਸੀ ਕਿ ਸਿੱਧੂ ਸਾਹਿਬ ਤੁਸੀਂ ਵੀ ਥੋੜਾ ਜਿਹਾ ਠੀਕ ਰਹੋ, ਕੈਪਟਨ ਸਾਹਿਬ ਤੁਸੀਂ ਵੀ ਠੀਕ ਰਹੋ, ਬਹੁਤ ਲੋੜ ਹੈ। ਅਜੇ ਵੀ ਤੁਸੀਂ ਦੇਖੋ ਕਿ 80 ਦੇ ਕਰੀਬ MLA ਹਨ ਕਾਂਗਰਸ ਪਾਰਟੀ ਦੇ, ਉਹਨਾਂ ਦੇ ਵਿੱਚੋਂ ਮਸਾਂ ਜੇ ਬਹੁਤੇ ਗਿਣ ਲਈ 8 ਨਹੀਂ ਬਣਦੇ, 80 ਚੋਂ 8 ਵੀ ਨਹੀਂ ਬਣਦੇ, 10% ਜਿਹੜੇ ਇਸ ਮੁੱਦੇ ਦੇ ਉੱਤੇ ਸਿੱਧੂ ਦੇ ਖਿਲਾਫ ਬੋਲੇ ਆ, 8 ਵੀ ਨਹੀਂ ਬਣਦੇ। ਬਾਕੀ 70-72 ਬੰਦੇ ਸੱਤਾਧਾਰੀ ਧਿਰ ਦੇ ਕਿਸੇ ਨੇ ਵੀ ਠੋਕ ਨਹੀਂ। ਹਾਲਾਂਕਿ ਉਹ ਬੰਦਾ ਬਾਰ-ਬਾਰ ਟਵੀਟ ਕਰਦਾ ਕਿ ਮੈਨੂੰ ਜਵਾਬ ਚਾਹੀਦਾ ਕਿ ਗ੍ਰਹਿ ਮੰਤਰਾਲਾ ਕਿਹਦੇ ਕੋਲ ਸੀ, ਉਹਦੀ ਡਿਊਟੀ ਕੀ ਬਣਦੀ ਸੀ। ਅਜੇ ਵੀ 90% ਦੇ ਕਰੀਬ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦਾ ਚੁੱਪ ਰਹਿਣਾ, ਸੰਧਾਲੀਆ ਸਾਹਿਬ ਤੁਹਾਡੇ ਲੀਡਰਾਂ ਦੇ ਨਾਲ ਬਹਿਣੀ ਉੱਠਣੀ ਤੋਂ ਬਾਅਦ ਸੰਕੇਤ ਕੀ ਦਿੰਦਾ ਹੈ? ਦੇਖੋ ਜੀ ਸੰਕੇਤ ਇਹ ਦਿੰਦਾ, ਅਗਲਾ ਕਹਿੰਦਾ ਵੀ ਤੇਲ ਵੇਖੋ, ਤੇਲ ਦੀ ਧਾਰ ਵੇਖੋ, ਜਿੱਧਰ ਲੋੜ ਪਈ ਜਿੱਧਰ ਲੋੜ ਪਈ ਉਸ ਹਿਸਾਬ ਨਾਲ ਨਾਰਾ ਲਾ ਲਾਂਗੇ। ਇਹਦੇ 'ਚ ਕਿਹੜੀ ਗੱਲ? ਦੇਖੋ ਕਾਰਨ ਇਹ ਹੈ ਵੀ ਸਿਆਸਤ ਜਿਹੜੀ ਹੈ ਨਾ ਉਹ 2 ਤਰ੍ਹਾਂ ਦੀ ਹੋ ਗਈ WhatsApp। ਇੱਕ ਸਿਆਸਤ ਇਹ ਹੋ ਗਈ ਹਮਲਾਵਰ ਸਿਆਸਤ, ਵੀ ਤੁਸੀਂ ਇੱਕ ਬਿਆਨ ਦਿੰਦੇ ਹੋ, ਅਗਲਾ ਬੋਲਣ ਲੱਗਦਾ, ਨਾਲ ਹੀ ਦੂਜਾ ਬਿਆਨ ਆਉਂਦਾ, ਤੀਜਾ ਬਿਆਨ, ਚੌਥਾ ਬਿਆਨ, ਹੈ ਨਾ। ਉਹਨੇ ਜਿਹਨੂੰ ਲੋਕਾਂ 'ਚ ਭੱਲ ਜੀ ਬਣ ਜਾਂਦੀ ਵੀ ਯਾਰ ਲੈ ਵੀ ਆਹ ਹੀ ਬੰਦਾ ਨਰ, ਮੈਂ ਨਾ ਇਹਨੇ ਕਰਾਈ, ਬਹਿ ਜਾ। ਦੂਸਰੀ ਸਿਆਸਤ ਹੁੰਦੀ ਆ ਵੀ ਕੋਈ ਗੱਲ ਨਹੀਂ ਯਾਰ, ਇਹਨਾਂ ਨੂੰ ਵੇਖੋ ਆਪਸ 'ਚ ਇੱਕ ਨਾਲ ਲੜ ਲੈਣ ਦਿਓ, ਫਿਰ ਜਿਹਦਾ ਪਰੜਾ ਥੋੜ੍ਹਾ ਜਿਹਾ ਭਾਰੀ ਹੋਇਆ ਉਹਦੇ ਵਾਲੇ ਪਾਸੇ ਹੋ ਜਾਵਾਂਗੇ। ਸੋ ਇਸ ਵਕਤ ਕਾਂਗਰਸ ਪਾਰਟੀ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਹੈ, ਕਿਉਂਕਿ ਕਾਰਨ ਇਹ ਹੈ ਨਾ ਵੀ ਜਿਹੜੇ ਬੰਦੇ ਇਸ ਵਕਤ ਇੱਥੇ ਨੇ, ਆਪਣੀ 4-4.5 ਸਾਲ ਦੀ ਕਾਪੀ ਉਹਨਾਂ ਕੋਲ ਵੀ ਹੈਗੀ ਹੈ, ਉਹਨਾਂ ਨੂੰ ਪਤਾ ਵੀ ਯਾਰ ਇਹਦੇ ਵਿੱਚ ਕਿਹੜੀਆਂ ਗੱਲਾਂ ਲਿਖ ਕੇ ਆਪਾਂ ਉੱਥੇ ਜਾਣਾ, ਜਾਂ ਫਿਰ ਹੋ ਸਕਦਾ ਵੇਲੇ ਕੋਲੇ PK ਸਾਹਿਬ ਨੂੰ ਫੋਨ ਕਰ ਦੇਣਾ, ਸਰ ਕੁਝ ਦੱਸੋ ਯਾਰ ਇੱਕ ਅੱਧਾ ਨੁਕਤਾ, ਮੈਂ ਜਾਣਾ ਉੱਥੇ ਕੁਛ ਤੇ ਬੋਲਾਂ ਮੈਂ ਜਾ ਕੇ ਵੀ ਅਸੀਂ ਕੀ ਕੀਤਾ। ਹੁਣ ਉਹੋ ਜਿਹੀ ਹਾਲਤ ਦੇ ਵਿੱਚ ਤੁਸੀਂ ਇਹ ਆਖੋ ਵੀ ਅਗਲੇ ਬੰਦੇ ਪੇਚਾ ਪਾ ਕੇ ਬਹਿ ਜਾਣ ਕੈਪਟਨ ਸਾਹਿਬ ਨਾਲ, ਤੇ ਜਾਂ ਫਿਰ ਪੇਚਾ ਪਾ ਕੇ ਬਹਿ ਜਾਣ ਸਿੱਧੂ ਸਾਹਿਬ ਨਾਲ, ਤੇ ਬਾਅਦ ਦੇ ਵਿੱਚ ਹਾਈ ਕਮਾਨ ਨੇ ਪਤਾ ਨਹੀਂ ਕਿਹਦੇ ਸਿਰ ਤੇ ਆਸ਼ੀਰਵਾਦ ਦੇ ਦੇਣਾ, ਤੇ ਮੁੜ ਕੇ ਅਗਲਾ ਆਖੇ ਯਾਰ ਤੇਰਾ ਭਲਾ ਲੜਾਈ ਤੇ ਇਹਨਾਂ ਦੀ, ਮੈਂ ਤੇ ਐਵੇਂ ਰਗੜਿਆ ਗਿਆ। ਮੈਂ ਤਾਂ ਇਹ ਵੀ ਸੰਧਾਲੀਆ ਸਾਹਿਬ ਸੋਚਦਾ ਕਿ ਕਾਂਗਰਸ ਪਾਰਟੀ ਦੇ ਲੀਡਰ ਜਦੋਂ ਰੋਟੀ ਵੀ ਖਾਂਦੇ ਹੋਣੇ ਆ, ਘਰ ਦੇ ਰੋਟੀ ਥਾਲੀ ਰੱਖ ਕੇ ਜਾਂਦੇ ਹੋਣੇ ਮੂਹਰੇ, ਲੀਡਰ ਸਾਹਿਬ ਖਾਣ ਲੱਗ ਪੈਂਦੇ ਹੋਣੇ ਆ, ਉਹ ਫਿਰ ਬੀਬੀ ਰਸੋਈ 'ਚੋਂ ਦੇਖਦੇ ਹੋਣੇ ਆ ਕਿ ਬੁਰਕੀ ਤੋੜ ਲਈ ਹੈ, ਆਲੂ ਵਿੱਚ ਫਸਾ ਲਿਆ ਹੀ ਕੌਲੀ ਦੇ ਵਿੱਚੋਂ, ਐਂ ਹੀ ਬੈਠੇ ਆ, ਮੂੰਹ ਵੀ ਖੁੱਲੇ ਦਾ ਖੁੱਲਾ ਹੀ ਆ, ਅੱਖ ਵੀ ਨਹੀਂ ਝਮਕਦੇ, ਅੱਜ ਕਹਿੰਦੇ ਰੋਟੀ ਤਾਂ ਖਾ ਲਓ, ਓਹ ਅੱਛਾ। ਉਹ ਅਸਲ ਦੇ ਵਿੱਚ ਸੋਚਦੇ ਰਹਿੰਦੇ ਆ ਕੈਪਟਨ ਸਿੱਧੂ ਇਧਰ ਜਾਊਂ ਕਿ ਉਧਰ ਜਾਊਂ, ਨਾ ਜਾਣੇ ਕਿਧਰ ਜਾਊਂ। ਉਹ ਸਾਰਾ ਮਸਲਾ ਹੀ ਉਧਰਲੇ ਪਾਸੇ ਆ ਜਾਂਦਾ। ਬੰਦੇ ਮੋਲ ਭਾਵ ਕਰਦੇ ਰਹਿੰਦੇ ਆ ਸਾਰਾ ਕੁਝ ਕਿ ਕਿਹੜਾ ਵਧੀਆ ਤੇ ਕਿਹੜਾ ਘਟੀਆ। ਪਰ ਇਹ ਗੱਲ ਤੁਹਾਡੀ ਠੀਕ ਹੈ, ਸਵੇਰੇ ਜਾ ਕੇ ਕੈਪਟਨ ਸਾਹਿਬ ਨੂੰ ਸਲੂਟ ਮਾਰ ਆਉਂਦੇ ਹੋਣੇ ਆ, ਹੌਲੇ ਦਿਨ ਹੀ ਬੰਦਾ ਭੇਜ ਕੇ ਬੁੱਕੇ ਸਿੱਧੂ ਸਾਹਿਬ ਨੂੰ ਭੇਜ ਦਿੰਦੇ ਹੋਣੇ ਆ। ਨਹੀਂ ਉਹ ਤਾਂ ਇੱਦਾਂ ਹੀ ਆ, ਫਿਰ ਤੁਸੀਂ ਮੈਨੂੰ ਰੱਖਣੀ ਪੈਂਦੀ। ਪਰ ਇੱਕ ਗੱਲ ਹੈਗੀ WhatsApp, ਤੁਸੀਂ ਨਾ ਯਾਰ ਥੋੜ੍ਹਾ ਜਿਹਾ ਘੁੰਮਿਆ ਫਿਰਿਆ ਕਰੋ। ਅੱਛਾ, ਤੁਹਾਡੀਆਂ ਉਦਾਹਰਨਾਂ ਬੜੀਆਂ ਗਰੀਬ ਨੇ ਯਾਰ। ਉਹ ਕਿਵੇਂ? ਦੇਖੋ ਕਾਂਗਰਸ ਪਾਰਟੀ ਦੇ ਲੀਡਰ MLA ਚੁਣੇ ਅਗਲੇ ਜੀ, ਜਾਂ ਮਤਲਬ ਆਸ ਉਮੀਦ ਦੇ ਵਿੱਚ ਵੀ ਕੋਈ ਚੁਣੇ ਜਾਵਾਂਗੇ ਜਾਂ ਚੇਅਰਮੈਨ ਨਹੀਂ, ਉਹ ਜਾਣੇ ਵੀ ਕੁਝੇ 'ਚ ਦਹੀਂ ਹੋਵੇ ਸਹੀ, ਕੁਛ ਨਾ ਕੁਛ ਤੇ ਮੱਖਣ ਬਣਦਾ ਹੀ ਉਹਦੇ 'ਚ, ਭਾਵੇਂ ਨਿੱਕਾ ਹੋਵੇ ਕੁਝਾ ਭਾਵੇਂ ਵੱਡਾ ਹੋਵੇ।
ਤੇ ਉਹਨਾਂ ਬੰਦਿਆਂ ਨੂੰ ਤੁਸੀਂ ਕਹਿੰਦੇ ਵੀ ਆਲੂ ਫਸਾ ਕੇ ਬੰਦਾ ਸੋਚ ਰਿਹਾ ਕੀ ਕਰਦੇ ਜੇ ਯਾਰ। ਤੁਸੀਂ ਦੇਖੋ ਸੋਚ ਦਾ ਭਾਅ ਦੀ ਸੋਚ ਦਾ ਤੇ ਮੇਰੀ ਸੋਚ ਦਾ ਫਰਕ ਕੀ ਹੈ। ਕੁਛ ਵੱਡੀਆਂ ਆਈਟਮਾਂ ਕੁਝ ਫਸਾਓ। ਨਹੀਂ, ਕੱਲ ਆਲੂ ਦੀ ਗੱਲ ਹੋਈ ਸੀ, ਤੁਸੀਂ ਚਿਪਸ ਤੋਂ ਸ਼ੁਰੂ ਕੀਤਾ, ਮੈਂ ਆਲੂ ਕੌਲੀ ਹੈ ਨਾ। ਤੁਸੀਂ ਪਹਿਲੀ ਗੱਲ ਤਾਂ ਉਹ ਛੁਰੀ ਫੜੋ, ਕਾਂਟਾ ਫੜੋ, ਉਹਦੇ 'ਚ ਫਸਾਓ ਐਂ ਕਰਕੇ। ਫਿਰ ਉਹ ਜੋ ਵੀ ਯੰਤਰ ਹੈ ਆਪਣੇ ਆਪਣੇ ਹਿਸਾਬ ਨਾਲ ਕੋਈ ਲੋਕ ਇਮੈਜਿਨ ਕਰ ਲੈਣ ਉੱਥੇ ਕੀ ਉਹਨੂੰ ਐਂ ਖਿਲਾਰ ਕੇ ਫਿਰ ਇਦਾਂ ਤੁਸੀਂ ਥੋੜਾ ਸੋਚੀ ਲਾਓ। ਫਿਰ ਵੀ ਤੁਸੀਂ ਇਹ ਕਿਹਾ ਵੀ ਮਤਲਬ ਭੈਣ ਜੁੜੇ ਨੇ ਆਪ ਕਹਿਣਾ ਵੀ ਹਾਂਜੀ ਕੀ ਕਰਦੇ ਉਹ ਯਾਰ ਇਦਾਂ ਥੋੜਾ ਹੁੰਦਾ। ਉਹਦਾ ਵਿਚਾਰਾ ਕੋਈ ਜਿਹੜਾ ਧੜਗਾ ਮਿਰਗਾ ਮੁਲਾਜ਼ਮ ਰੱਖਣਾ ਉਹਨੇ ਕਹਿਣਾ ਜਨਾਬ ਕੀ ਗੱਲ ਠੀਕ ਨਹੀਂ ਲੱਗਾ ਜੀ ਤੁਸੀਂ ਖਾ ਨਹੀਂ ਰਹੇ। ਪਹਿਲਾਂ 5-7 ਵਾਰੀ ਉਹਨੇ ਗੁਸਤਾਖੀ ਤੇ ਨਹੀਂ ਹੋਈ ਹੈ ਨਾ। ਇਦਾਂ ਥੋੜੀ ਪਿਕਚਰ ਬਣਦੀ ਪਈ, ਗਰੀਬ ਪਿਕਚਰ ਬਣਾ ਦਿੰਦੇ ਤੁਸੀਂ। ਸੰਧਾਲੀਆ ਸਾਹਿਬ ਮੈਨੂੰ ਕਦੀ ਕਦੀ ਐਂ ਲੱਗਦਾ ਹੁੰਦਾ, ਮੈਂ ਵੀ ਤੁਸੀਂ ਸਾਡੇ ਸਾਹਮਣੇ ਤਾਂ ਚਲੋ ਬਹੁਤੇ ਵੱਡੇ ਨਹੀਂ ਬਣਦੇ, ਪਰ ਮੈਨੂੰ ਐਂ ਲੱਗਦਾ ਹੋਣਾ ਕਿ ਤੁਸੀਂ ਉਹ ਲੀਡਰ ਆ, ਤੁਸੀਂ ਘਰੇ ਜਾਂਦੇ ਹੋਣੇ ਆ, ਜਾ ਕੇ ਇੱਕ ਬੰਦਾ ਤੁਹਾਨੂੰ ਰੋਟੀ ਰੱਖ ਕੇ ਜਾਂਦਾ ਹੋਣਾ, ਤੁਸੀਂ ਐਂ ਜਦੋਂ ਖਾਂਦੇ ਹੋਣੇ ਮਾੜੀ ਜਿਹੀ ਉਂਗਲੀ ਲਿਬੜਦੀ ਹੋਣੀ, ਉਹਦੀ ਕਮੀਜ਼ ਨਾਲ ਹੀ ਐਂ ਕਰ ਦਿੰਦੇ ਹੋਣੇ ਵੀ ਇੱਧਰ ਵੈਸੇ ਗੱਲ ਹੀ ਕਰਦੇ ਆ। ਇਹਦਾ ਫਿਲਮੀ ਸੀਨ ਹੀ ਬਣਾਦਾ। ਅੱਛਾ ਆਪਾਂ ਖਬਰਾਂ ਨਾ ਰਹਿ ਜਾਈਏ ਯਾਰ, ਹੋਰ ਪਾਸੇ ਤੁਰ ਪਏ ਨੇ ਸਰਦਾਰ ਸਾਹਿਬ। ਮੈਨੂੰ ਕਿਸਾਨਾਂ ਦੀ ਗੱਲ ਆਪਾਂ ਕਰਨੀ ਕਰਨੀ ਅੱਜ 1 ਮਈ ਆ, ਅੱਜ ਮਜ਼ਦੂਰ ਦਿਵਸ ਮਨਾਉਣਾ ਨਾ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿੰਨੀ ਵਧੀਆ ਗੱਲ ਹੈ। ਨਹੀਂ ਤਾਂ 1 ਮਈ ਨੂੰ ਛੁੱਟੀ ਹੁੰਦੀ ਸੀ ਕਈ ਵਾਰੀ ਮਜ਼ਦੂਰ ਦਿਵਸ ਦੇ ਉੱਤੇ, ਹਨਾ, ਤੇ ਆਮ ਨਿਆਣੇ ਨੂੰ ਇਹੀ ਹੁੰਦਾ ਸੀ ਕਿ ਮਜ਼ਦੂਰ ਦੀ ਛੁੱਟੀ ਹੋ ਗਈ, ਅਖਬਾਰਾਂ 'ਚ ਲੇਖ ਛਪਦੇ ਸੀ, ਟੀਵੀ ਤੇ ਇੱਕ ਅੱਧਾ ਪ੍ਰੋਗਰਾਮ ਆਉਣਾ, ਕਿਹਨੇ ਦੇਖਣਾ ਕਿਉਂਕਿ ਇੰਟਰਸਟ ਨਹੀਂ ਹੁੰਦਾ। ਮੈਂ ਇਹ ਸੋਚਦਾ ਸੀ ਕਿ ਦੁਨੀਆ ਦੀ ਇਤਿਹਾਸਕ ਘਟਨਾ ਸੀ 1 ਮਈ, ਉਹ ਹੁਣ ਜਦੋਂ ਦਿੱਲੀ ਵਾਲੇ ਮੋਰਚਿਆਂ ਤੇ ਮਨਾਈ ਜਾਣੀ ਹੈ, ਜਦੋਂ ਪੰਜਾਬ 'ਚ 150 ਥਾਂ ਤੇ ਧਰਨੇ ਲੱਗੇ ਆ, ਜਿੰਨੇ ਵੀ ਲੋਕ ਬੈਠੇ ਆ ਮਾਸਕ ਲਾ ਕੇ ਬੈਠੇ ਆ, ਉਹਨਾਂ ਦੇ ਵਿੱਚੋਂ ਬਹੁਤੇ ਸੋਸ਼ਲ ਡਿਸਟੈਂਸ ਨਾਲ ਵੀ ਬੈਠੇ ਆ, ਸੈਨੀਟਾਈਜ਼ ਕਰਕੇ ਰੱਖਦੇ ਆ, ਬਹੁਤ ਕੁਝ ਕਰਦੇ ਆ। ਹੁਣ ਉਹ ਬੰਦੇ ਜਦੋਂ ਉੱਥੇ ਨਿਆਣੇ ਵੀ ਬੈਠੇ ਆ, ਬਜ਼ੁਰਗ ਵੀ ਬੈਠੇ ਆ, ਜਦੋਂ ਫਿਰ ਗੱਲ ਸ਼ਿਕਾਗੋ ਤੋਂ ਚੱਲਿਆ ਕਰੂਗੀ, ਉੱਥੇ ਭਾਸ਼ਣ ਦੇਣ ਵਾਲਾ ਬੰਦਾ ਉਹਨਾਂ ਦੀ ਭਾਸ਼ਾ 'ਚ ਸਮਝਾਊਗਾ, ਕਿਉਂਕਿ ਟੀਵੀ ਵਾਲਾ ਪ੍ਰੋਗਰਾਮ ਜੇ ਸੰਧਾਲੀਆ ਸਾਹਿਬ ਨੂੰ ਜੇ ਉੱਥੇ ਕਹਿਣਗੇ ਇਹਨਾਂ ਨੇ ਪਤਾ ਨਹੀਂ ਆਰਕੀਓਲੋਜੀਕਲ ਕਿਹੜਾ ਡਿਪਾਰਟਮੈਂਟ ਸੀ, ਤੁਸੀਂ ਉਹਦਾ ਨਾਂ ਲੈਣਾ, ਪੁਰਾਤੱਤਵ ਵਿਭਾਗ ਜਿਹੜਾ ਸੀ ਨਾ, ਹੁਣ ਕਰੋ ਟੀਚਰਾਂ ਨਹੀਂ ਵੈਸੇ ਗੱਲ ਕਰਦੇ ਹੋ, ਮੈਨੂੰ ਚੇਤਾ ਨਹੀਂ ਭੁੱਲਾ, ਮੈਂ 20 ਵਾਰੀ ਉਹ ਗੂਗਲ ਤੇ ਕੀਤਾ, ਬੋਲ ਕੇ ਦਿਖਾਓ ਜਿੱਦਾਂ ਕਹਿੰਦੇ ਨੇ ਕਿੱਦਾਂ ਪ੍ਰੋਨਾਂਸ ਇਹਦੇ ਕਰੀਦਾ, ਨਹੀਂ ਸਮਝ ਆਉਂਦੀ ਭਾਵ, ਫਿਰ ਮੈਂ ਕਿਹਾ ਪੁਰਾਤੱਤਵ ਵੀ ਠੀਕ ਹੈ ਭਾਈ। ਅਜੇ ਮੈਂ ਹੈਲੋ ਵਾਲੀ ਗੱਲ ਨਹੀਂ ਦੱਸੀ, ਮੈਨੂੰ ਜਦੋਂ ਤੱਤਾ ਕਰ ਲਿਆ ਮੈਂ ਦੱਸ ਦੂੰ, ਕੋਈ ਗੱਲ ਨਹੀਂ ਅੱਜ ਹੀ ਦੱਸ ਦਿਓ। ਹੁਣ ਸੰਧਾਲੀਆ ਸਾਹਿਬ ਗੱਲ ਕੀ ਹੈ, ਹੁਣ ਗੱਲ ਨਹੀਂ ਹੋਣੀ, ਨਹੀਂ ਗੱਲ ਨਹੀਂ ਹੋਣੀ। ਉੱਥੇ ਜਦੋਂ ਮਜ਼ਦੂਰ ਦਿਵਸ ਦੀਆਂ ਗੱਲਾਂ ਹੋਣਗੀਆਂ ਕਿ ਦੁਨੀਆ ਭਰ 'ਚ ਉਹਨਾਂ ਦੇ ਹੱਕਾਂ ਦੀ ਵੀ ਗੱਲ, ਫਿਰ ਬਹੁਤ ਕੁਝ ਸਮਝ ਆਉਣਾ, ਫਿਰ ਦੁਨੀਆ ਛੋਟੀ ਛੋਟੀ ਲੱਗਣੀ ਹੈ, ਹਰ ਇੱਕ ਥਾਂ ਤੇ ਪਤਾ ਲੱਗੂ ਕਿ ਭਾਈ ਅਮਰੀਕਾ 'ਚ ਵੀ ਮਜ਼ਦੂਰ ਹੈਗਾ, ਕੈਨੇਡਾ 'ਚ ਵੀ ਮਜ਼ਦੂਰ ਹੈਗਾ, ਹਰ ਇੱਕ ਪਾਸੇ ਹੈਗਾ, ਉਹਦੀਆਂ ਸਮੱਸਿਆਵਾਂ। ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਜਾਂ ਉਹਨਾਂ ਦੇ ਚਾਚਾ ਅਜੀਤ ਸਿੰਘ ਹੋਰੀ, ਉਹ ਸਾਰੇ ਬੰਦੇ ਕਹਿੰਦੇ ਹੁੰਦੇ ਸੀ ਕਿ ਦੁਨੀਆ ਭਰ ਦੇ ਮਿਹਨਤਕਸ਼ੋ ਇਕੱਠੇ ਹੋ ਜਾਓ। ਜਦੋਂ ਦੁਨੀਆ ਭਰ ਦੇ ਮਿਹਨਤਕਸ਼ੋ ਇਕੱਠੇ ਹੋ ਜਾਓ ਦਾ ਮਤਲਬ ਕੀ ਹੈ ਕਿ ਹਰ ਜਗ੍ਹਾ ਦੇ ਉੱਤੇ ਉਹੀ ਪਤਾ ਨਹੀਂ ਹੈਵ ਐਂਡ ਹੈਵ ਨੋਟਸ ਵਾਲੇ ਹੁੰਦੇ ਆ ਕਿ ਜਿਨ੍ਹਾਂ ਦੇ ਕੋਲੇ ਕੁਝ ਹੈਗਾ ਤੇ ਕੁਝ ਹੈ ਨਹੀਂ, ਸ਼ਾਇਦ ਇਦਾਂ ਹੀ ਕੁਝ ਹੁੰਦਾ। ਪੋਲੀਟੀਕਲ ਸਾਇੰਸ ਅੱਗੇ ਪੜ੍ਹਦੇ ਹੁੰਦੇ ਸੀ ਕਿ ਕੁਝ ਜਿਨ੍ਹਾਂ ਦੇ ਕੋਲੇ ਸਾਧਨ ਹੈਗੇ ਆ, ਕੁਝ ਦੇ ਕੋਲੇ ਬਿਲਕੁਲ ਸਾਧਨ ਨਹੀਂ। ਹੁਣ ਜਿਨ੍ਹਾਂ ਦੇ ਕੋਲੇ ਸਾਧਨ ਹੈਗੇ 1200 ਦਾ ਵੀ ਲਵਾ ਲੈਣਗੇ, ਜਿਨ੍ਹਾਂ ਦੇ ਕੋਲੇ ਹੈ ਨਹੀਂ ਉਹ ਤਾਂ ਮੁਫਤ ਦਾ ਹੀ ਲਾਉਣਗੇ ਨਾ ਟੀਕਾ ਕੋਵਿਡ ਦਾ। ਉਹ ਸਾਰੀਆਂ ਚੀਜ਼ਾਂ ਜਦੋਂ ਸਮਝ ਆਉਣਗੀਆਂ ਨਾ, ਫਿਰ ਉੱਥੇ ਲੱਗੂਗਾ ਕਿ ਨਹੀਂ ਵੱਟ ਬੰਨੇ ਦੀ ਲੜਾਈ ਤਾਂ ਐਵੇਂ ਸੀ ਯਾਰ, ਆ ਫਗਵਾੜੇ ਵਾਲੇ ਚੌਂਕ ਦੀ ਲੜਾਈ ਤਾਂ ਐਵੇਂ ਸੀ ਕਿ ਕਿਹਦੇ ਨਾਂ ਦੇ ਉੱਤੇ ਰੱਖਣਾ, ਫਿਰ ਤਾਂ ਉਹ ਗੱਲਾਂ ਐਵੇਂ ਸੀ ਕਿ ਕਿਹੜੀ ਫਿਲਮ ਦੀ ਪੋਸਟਰ ਦੀ ਰੱਖਿਆ ਕਰਨੀ ਆ ਤੇ ਕਿਹੜੀ ਦੀ ਨਹੀਂ ਕਰਨੀ, ਵੀ ਕੇਸ ਸਰਪੰਚੀ ਤੇ ਲੰਬੜਦਾਰੀ। ਫਿਰ ਉਹ ਲੱਗੂ ਲੰਬੜ ਤਾਂ ਯਾਰ ਦੁਨੀਆ ਦੇ ਬਣੇ ਹੋਏ, ਇੱਥੇ ਦੁਨੀਆ ਦੇ ਲੰਬੜ ਨੇ ਜਿਹੜੇ ਬਾਕੀ ਸਾਰੀ ਦੁਨੀਆ ਨੂੰ ਮਧੋਲੀ ਜਾਂਦੇ ਆ। ਅਸੀਂ ਪਿੰਡ ਦੀ ਲੰਬੜਦਾਰੀ ਦੇ ਲਈ ਸਾਰੀ ਉਮਰ ਜੀਪ ਦੇ ਉੱਤੇ ਵੱਡਾ ਕਰਕੇ ਲੰਬੜ, ਕਿ ਭਾਈ ਉਹ ਤਾਂ ਐਵੇਂ ਹੀ ਸਾਡੀ ਗੁਗਨੀ ਦੇ ਵਿੱਚ ਉਹ ਚੀਜ਼ ਪਾਤੀ ਸੀ, ਅਸਲ ਦੇ ਵਿੱਚ ਉਹ ਹੈ ਨਹੀਂ। ਤੇ ਅੱਜ ਜਦੋਂ ਕਿਸਾਨ ਮੋਰਚਿਆਂ ਦੇ ਉੱਤੇ ਉਹ ਮਜ਼ਦੂਰ ਦਿਵਸ ਮਨਾਇਆ ਜਾਣਾ, ਉਹ ਅਸਲ 'ਚ ਮਜ਼ਦੂਰ ਦਿਵਸ ਨੇ, ਉਹਨੇ ਚਿਰਾਂ ਦੀ ਉਹ ਖਿੜਕੀ ਜਿਹਦੇ ਕਬਜ਼ਿਆਂ ਨੂੰ ਜੰਗਾਲ ਲੱਗ ਗਿਆ ਕਦੇ ਖੋਲੀ ਨਹੀਂ, ਅੱਜ ਉਹਦਾ ਜਿੰਦਰਾ ਵੀ ਖੁੱਲੂਗਾ, ਅੱਜ ਉਹਦੇ ਕਬਜ਼ੇ ਨਹੀਂ ਕਰਨਗੇ ਜ਼ਰੂਰ, ਪਰ ਜਦੋਂ ਖਿੜਕੀ ਖੁੱਲ ਕੇ ਠੰਡੀ ਹਵਾ ਦਾ ਬੁੱਲਾ ਦਿਮਾਗ ਵਾਲੇ ਪਾਸੇ ਨੂੰ ਆਊਗਾ ਨਾ, ਤਾਂ ਸੰਧਾਲੀਆ ਸਾਹਿਬ ਉਹਦੇ ਨਾਲ ਦਾ ਸਵਾਦ ਕੋਈ ਨਹੀਂ ਹੋਣਾ, ਉਹਦੇ ਨਾਲ ਦਾ ਚੰਗਾ ਭਵਿੱਖ ਕੋਈ ਨਹੀਂ ਹੋਣਾ। ਨਹੀਂ ਆਵੇ ਇਹ ਜਿੱਦਾਂ ਹੋਵੇ ਤੇ ਬਹੁਤ ਵਧੀਆ ਗੱਲ ਹੈ, ਪਰ ਇਹਦੇ 'ਚ ਬਸ ਇੱਕੋ ਇੱਕ ਜਿਹੜੀ ਗੱਲ ਹੈ ਨਾ WhatsApp, ਉਹ ਇਹ ਹੈ ਕਿ ਵੀ ਜਦੋਂ ਬੰਦਾ ਲਾਚਾਰ ਹੁੰਦਾ ਨਾ ਜੀ, ਭੁੱਖਾ ਹੁੰਦਾ, ਉਦੋਂ ਉਹਦੇ ਅੱਗੇ ਕੋਈ ਬਾਤ ਪਾ ਲਓ, ਉਹਨੂੰ 2 ਜਮਾ 2 ਰੋਟੀਆਂ ਨਜ਼ਰ ਆਉਂਦੀਆਂ। ਬਿਲਕੁਲ ਠੀਕ ਹੈ ਨਾ। ਸੋ ਹੁਣ ਕਾਰਨ ਇਹ ਆ ਵੀ ਉਹ ਜਿਹੜੀ ਚੀਜ਼ ਹੈ ਨਾ, ਵੀ ਜਿਹੜਾ ਅਗਲੇ ਕੋਲੇ ਤੁਸੀਂ ਸਾਧਨਾਂ ਦੀ ਗੱਲ ਕੀਤੀ, ਜਿਹਦੇ ਕੋਲੇ ਸਾਧਨ ਹੈ, ਜਦੋਂ ਉਹਨੂੰ ਲੱਗਦਾ ਹੈ ਵੀ ਇਹ ਬੰਦਾ ਇਸ ਕਰਕੇ ਲੜ ਰਿਹਾ, ਵੀ ਇਹਨੂੰ ਲੱਗਦਾ ਵੀ ਮੇਰੇ ਕੋਲੇ ਸਾਧਨ ਨੇ, ਉਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ, ਵੀ ਇਹਦੇ 'ਚ ਇੱਕ ਬੁਰਕੀ ਨੂੰ ਦਿਓ। ਉਹ ਜਦੋਂ ਉਹਨੂੰ ਮਿਲਦਾ, ਉਹ ਅੱਛਾ ਕਹਿੰਦਾ ਮੁਰਕੀ ਮਿਲੀ ਜੀ, ਹੁਣ ਉਹਨੂੰ ਅਗਲੀ ਵੀ ਦਿਓ। ਉਹ ਕਹਿੰਦਾ ਅਗਲੀ ਤਾਂ ਦਊਂ, ਵੀ ਤੂੰ ਮੇਰੇ ਵੱਲ ਦੀ ਗੱਲ ਕਰਨੀ ਪੈਣੀ ਆ। ਉਹ ਫਿਰ 1 ਨੂੰ 2 ਨੂੰ 3 ਨੂੰ 4 ਨੂੰ ਜਦੋਂ ਹੌਲੀ ਹੌਲੀ ਕੰਮ ਖਿਲਰਦਿਆਂ ਉਹ ਏਕੇ 'ਚ ਬਰਕਤ ਵਾਲੀ ਕਹਾਣੀ ਖਿਲਰਦੀ ਹੈ ਨਾ ਜਦੋਂ ਜੀ, ਅਸਲ ਰੌਲਾ ਉੱਥੇ ਜਾ ਕੇ ਪੈਂਦਾ। ਮੈਨੂੰ ਲੱਗਦਾ ਜਾਂ ਤਾਂ ਉਹ ਏਕੇ ਦੇ ਬਰਕਤ ਵਾਲੀ ਕਹਾਣੀ ਕਿਤਾਬਾਂ 'ਚੋਂ ਕੱਢ ਦੇਣੀ ਚਾਹੀਦੀ ਹੈ, ਤੇ ਜਾਂ ਫਿਰ ਬੰਦਾ ਜਿਹੜਾ ਉਹਨੂੰ ਇੰਨਾ ਕੁ ਪੱਕਿਆਂ ਜ਼ਰੂਰ ਹੋਣਾ ਚਾਹੀਦਾ ਵੀ ਯਾਰ ਜਦੋਂ ਜਮਾਂ ਗੱਲ ਸਿਰੇ 'ਤੇ ਜਾਣ ਲੱਗਦੀ ਆ, ਉਦੋਂ ਕਿਹੜਾ ਬੰਦਾ ਬੁਰਕੀ ਖਾ ਕਹਿੰਦਾ ਵੀ ਯਾਰ ਛੱਡੋ ਖੜਾ, ਕੋਈ ਗੱਲ ਨਹੀਂ, ਕੋਈ ਨਹੀਂ ਹੁਣ ਇਹਨਾਂ ਨੇ ਕਹਿ ਤਾ ਜਾਣ ਦਿਓ, ਕੋਈ ਨਹੀਂ ਚਲੋ ਛੱਡੋ ਨਾ, ਗੱਲ ਕਿਹੜੀ ਮਤਲਬ ਉਹ ਜਿਹੜੀ ਚੀਜ਼ ਹੈ। ਆਪਾਂ ਅੱਜ ਦੀ ਗੱਲ ਨਹੀਂ ਕਰਦਾ, ਮੈਂ ਇਸ ਅੰਦੋਲਨ ਦੀ ਗੱਲ ਨਹੀਂ ਕਰਦਾ, ਇਹ ਬਹੁਤ ਵਾਰ ਪਹਿਲਾਂ ਵੀ ਹੁੰਦਾ ਆ, ਹੁਣ ਵੀ ਹੋ ਰਿਹਾ ਤੇ ਗਾਂਹ ਵੀ ਹੋਊਗਾ।
ਆਪਾਂ ਠੀਕ ਆ ਜਦੋਂ ਇੱਕ ਕਿਰਤੀ ਦੀ ਗੱਲ ਕਰਦੇ ਆ, ਮਜ਼ਦੂਰ ਦੀ ਗੱਲ ਕਰਦੇ ਆ, ਜਾਂ ਇੱਕ ਗਰੀਬ ਮਹਾਤੜ ਦੀ ਗੱਲ ਕਰਦੇ ਆ, ਜਾਂ ਆਪਣੇ ਹੱਕਾਂ ਦੀ ਗੱਲ ਲੈਣ ਵਾਲਿਆਂ ਦੀ ਗੱਲ ਕਰਦੇ ਆ, ਤਾਂ ਉਹ ਉੱਥੋਂ ਤੱਕ ਅੱਪੜ ਜਾਂਦੇ ਆ ਜਿੱਥੇ ਕਿ ਉਹਨਾਂ ਨੂੰ ਜਾਪਦਾ ਹੁੰਦਾ ਵੀ ਬੂਹਾ ਖੋਲ੍ਹਣ ਲੱਗਿਆ ਜੀ, ਪਰ ਜਮਾਂ ਉੱਥੇ ਜੇ ਜਾ ਕੇ ਪਤਾ ਨਹੀਂ ਕੀ ਹੁੰਦਾ, ਵੀ ਮੁੜ ਕੇ ਬੰਦਾ ਮੁੜਿਆ ਆਉਂਦਾ। ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ, ਗੱਲ ਤੁਹਾਡੀ ਠੀਕ ਹੈ ਕਿ ਐਨ ਕੰਢੇ ਤੋਂ ਜਾ ਕੇ, ਐਨ ਕੰਢੇ ਤੋਂ ਜਿੱਥੇ ਜਾ ਕੇ ਲੱਗਦਾ ਹੁੰਦਾ ਪ੍ਰਾਪਤੀਆਂ ਹੋਣ ਵਾਲੀਆਂ ਆ, ਮਤਲਬ ਬਨੇਰੇ ਤੋਂ ਡਿੱਗਦੇ ਆ। ਹੁਣ ਮੈਂ ਅੱਜ ਇੰਨੀ ਕੁ ਬੇਨਤੀ ਸਾਰਿਆਂ ਨੂੰ ਜ਼ਰੂਰ ਕਰਨੀ ਹੈ ਕਿ ਭਾਈ ਦੇਸ਼ ਵਿਦੇਸ਼ ਦੇ ਵਿੱਚ, ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ, ਇਹ ਪਹਿਲੀ ਵਾਰ ਮੌਕਾ ਆਇਆ ਮੇਰੇ ਵਾਲੇ, ਤੁਹਾਡਾ ਚਲੋ ਉਮਰ ਬੜੀ, ਤਜਰਬਾ ਬੜਾ, ਜਿੰਨੀ ਮੇਰੀ ਹੈਗੀ ਆ। ਦੇਖੋ ਉਦੋਂ 47 ਚ ਉਦੋਂ ਜੇ ਗੱਡੇ ਦੀ ਫੋਟੋ ਹੁੰਦੀ ਸੀ, ਗੱਡਾ ਨਹੀਂ ਸੀ ਹੁੰਦਾ। ਨਹੀਂ ਗੱਡਾ ਨਹੀਂ, ਉਦੋਂ ਕਾਰ ਹੁੰਦੀ ਆਪਣੇ ਕੋਲ, ਕਾਰ ਹੁੰਦੀ। ਤੇ ਮੈਂ ਉਦੋਂ ਕਾਰ ਤੇ ਹੀ ਆਇਆ ਜਦੋਂ ਵੰਡ ਹੋਈ ਹੈ, ਠੀਕ ਹੈ। ਉਦੋਂ ਐਕਚੁਅਲੀ ਉਹ ਸੜਕ ਆਪਣੀ ਪਰਸਨਲ ਸੀ, ਉਹ 'ਚ ਗੱਡਾ ਨਹੀਂ ਆਉਣ ਦਿੱਤਾ ਸੀ ਕੋਈ ਵੀ। ਨਹੀਂ ਉਦੋਂ ਕਹਿੰਦੇ ਸੀ, ਉਦੋਂ ਮੈਂ ਬਾਵਾ ਸੀਗਾ, ਵੋਟ ਬਣੀ ਨੂੰ 20 ਸਾਲ ਹੋ ਗਏ ਜਦੋਂ ਮੈਂ ਕਾਰ 'ਚ ਆਇਆ, ਤੇ ਨਿੱਕਾ ਇਹਨੂੰ ਚੁੱਕੀ ਲਿਆਉਂਦੇ ਕਰਦੇ ਮੈਨੂੰ। ਨਹੀਂ ਚੁੱਕੀ ਥੋੜਾ ਲਿਆਉਂਦੇ ਸੀ ਉਦੋਂ ਤੇ ਤੁਸੀਂ ਮੇਰਾ ਖਿਆਲ ਉਹ ਜਿਹੜੀ ਉਹ ਲੱਕੜ ਜਿਹੀ ਵਾਲੀ ਤਿੰਨਾਂ ਪਈਆਂ ਵਾਲੀ ਨਹੀਂ, ਉਹ ਗਡੀਰ ਨਾਲ ਜਿਹੜਾ ਹੁੰਦਾ। ਚਲੋ ਸੰਧਾਲੀਆ ਸਾਹਿਬ ਗੱਲੇ ਕਰਦੇ ਸੀ। ਮੈਨੂੰ ਐਂ ਲੱਗਦਾ ਅੱਜ ਘੱਟੋ ਘੱਟ ਇੱਕ ਗੱਲ ਦਾ ਤਹੀਆ ਅਹਿਦ ਸਾਰੇ ਜਣੇ ਕਰੀਏ, ਇੱਕ ਭੈੜ ਆਪਣੇ 'ਚ ਹੈਗੀ ਆ, ਉਹ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਗਲਤ ਕਰਦੇ ਹਾਂ ਕਿ ਸਹੀ ਕਰਦੇ ਹਾਂ। ਅਸੀਂ ਕਿਸੇ ਨੂੰ ਵੀ ਕੰਮ ਦੇ ਉੱਤੇ ਲਿਆਉਂਦੇ ਹਾਂ ਕਿਉਂਕਿ ਮਜ਼ਦੂਰ ਦਿਵਸ ਹੈ, ਜਦੋਂ ਕਿਤੇ ਲਿਆਈਏ ਪੈਸੇ ਲੈਣੇ, ਅਗਲੇ ਨੇ ਕੰਮ ਕਰਨਾ, ਠੀਕ ਹੈ ਜੀ, ਪਰ ਸਾਡਾ ਉਹਦੇ ਨਾਲ ਵਿਹਾਰ ਕਿੱਦਾਂ ਦਾ ਹੁੰਦਾ, ਸਾਡੀ ਉਹਦੇ ਨਾਲ ਬੋਲਚਾਲ ਕਿੱਦਾਂ ਦੀ ਹੁੰਦੀ ਹੈ, ਸਾਡੇ ਤੋਂ ਉਮਰ 'ਚ ਕਈ ਵਾਰੀ ਵੱਡੇ ਹੁੰਦੇ ਆ ਤੇ ਕੀ ਅਸੀਂ ਉਹਨਾਂ ਨੂੰ ਠੀਕ, ਬਹੁਤ ਸਾਰੇ ਲੋਕ ਇੱਜ਼ਤ ਕਰਦੇ ਆ ਬਰਾਬਰ, ਐਨ ਚੰਗੇ ਤਰੀਕੇ ਦੇ ਨਾਲ, ਚਾਚਾ ਤਾਇਆ, ਆਪਣੇ ਕਲਚਰ ਆ ਇਹ, ਪਰ ਕਈ ਬੰਦਿਆਂ ਨੂੰ ਬੋਲਣਾ ਨਹੀਂ ਆਉਂਦਾ ਹੁੰਦਾ। ਅੱਜ ਮਜ਼ਦੂਰ ਤੇ ਕਿਸਾਨ ਇੱਕ ਜਗ੍ਹਾ ਬੈਠਾ, ਅੱਜ ਆੜ੍ਹਤੀਆ ਤੇ ਪੱਲੇਦਾਰ ਇੱਕ ਜਗ੍ਹਾ ਦੇ ਉੱਤੇ ਬੈਠਾ, ਅੱਜ ਸਰਮਾਏਦਾਰ ਵੀ ਜਿਹੜਾ ਛੋਟਾ ਵਪਾਰੀ ਵੀ ਆ ਛੋਟਾ, ਉਹ ਇੱਕ ਜਗ੍ਹਾ ਦੇ ਉੱਤੇ ਨਾਲ ਆ ਕੇ ਦਰੀ ਤੇ ਬੈਠਾ। ਅਸੀਂ ਇੱਕ ਦੂਜੇ ਦੀ ਇੱਜ਼ਤ ਕਰਨੀ ਸਿੱਖੀਏ। ਖਾਸ ਤੌਰ ਦੇ ਉੱਤੇ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਆਪਾਂ ਇੱਕ ਗੱਲ ਤਾਂ ਦੇਖ ਲਈ ਆ ਕਿ ਜੇ ਕੋਈ ਬੰਦਾ ਲਿਬੜੇ ਕੱਪੜਿਆਂ ਦੇ ਵਿੱਚ ਵੀ ਬੈਂਕ ਜਾਂ ਕਿਸੇ ਸਟੋਰ ਦੇ ਵਿੱਚ ਚੱਲ ਜਾਵੇ, ਉਹਨੂੰ ਇੱਜ਼ਤ ਦੀ ਨਜ਼ਰਾਂ ਦੇਖਦੇ ਕੰਮ ਕਰਦਾ ਹੈ। ਤੇ ਆਪਣੇ ਕਲਚਰ ਕੀ ਹੈ, ਉਹ ਯਾਰ ਇਹਨੇ ਕੱਪੜੇ ਕਿੱਦਾਂ ਦੇ ਪਾਏ ਆ, ਇਹ ਲਿਬੜੇ ਕੱਪੜਿਆਂ 'ਚ ਆ ਗਿਆ, ਉਹ ਯਾਰ ਤੂੰ ਅਜੇ ਖੇਤਾਂ ਦੇ ਵਿੱਚ ਹੀ ਤੁਰਿਆ ਫਿਰਦਾ, ਸਰਦਾਰ ਬੰਦਾ ਤੂੰ, ਵੱਡਾ ਬੰਦਾ, ਸੰਧਾਲੀਆ ਕੀ ਕਰੀ ਜਾਂਦਾ ਯਾਰ। ਹਾਂ, ਅਸੀਂ ਕਿਰਤ ਦਾ ਸਨਮਾਨ ਕਰਨਾ ਸਿੱਖੀਏ, ਉਹ ਕਿਰਤ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਉਮਰ ਦੇ ਆਖਰੀ ਪੰਧ ਦੇ ਵਿੱਚ ਠੋਕ ਵਜਾ ਕੇ ਕੀਤੀ ਸੀ। ਉਸ ਚੀਜ਼ ਨੂੰ ਜੇ ਅੱਜ ਅਸੀਂ ਨਾ ਸਮਝਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਭਾਈ ਇਹ ਥੋੜੀ ਆ, ਉਹ ਤਾਂ ਸਾਰੀ ਦਿਹਾੜੀ ਲਿਬੜਿਆਂ ਦਾ ਸਾਈਕਲ ਦੇ ਉੱਤੇ ਜਾਂਦਾ, ਅੱਜ ਹਰ ਇੱਕ ਬੰਦੇ ਨੂੰ, ਜਿਹੜਾ ਵੀ ਕਿਰਤੀ ਵਰਗ ਦਾ ਬੰਦਾ, ਅਸਲ ਦੇ ਵਿੱਚ ਬਾਬੇ ਨਾਨਕ ਦਾ ਜਿਹੜਾ ਵਾਰਸ ਬੰਦਾ, ਉਹਦੀ ਇੱਜ਼ਤ ਕਰਨਾ ਸਿੱਖੀਏ, ਉਹਨੂੰ ਚੰਗੇ ਤਰੀਕੇ ਬੁਲਾਈਏ। ਜੇ ਉਹਨੂੰ ਚਾਹ ਵੀ ਦਿੰਦੇ ਆ, ਫੜ ਚਾਹ ਨਹੀਂ, ਆ ਲਓ ਜੀ ਚਾਹ ਪੀਓ ਤੁਸੀਂ, ਉਹਨੂੰ ਇੱਜ਼ਤ, ਜੇ ਉਹਦਾ ਹੀ ਉਹ ਭੁੱਖਾ ਹੈ, ਉਹਦਾ ਹੀ ਉਹ ਹੱਕਦਾਰ ਹੈ, ਤੇ ਜੇ ਅਸੀਂ ਉਹੀ ਹੱਕ ਨਹੀਂ ਉਹਨੂੰ ਦਿੰਨੇ ਤਾਂ ਫਿਰ ਮਜ਼ਦੂਰ ਦਿਵਸ ਮਨਾਉਣ ਦਾ ਵੀ ਕੋਈ ਫਾਇਦਾ ਨਹੀਂ। ਨਹੀਂ ਬਿਲਕੁਲ ਠੀਕ ਆ। ਜਾਂਦੇ ਜਾਂਦੇ WhatsApp ਆਪਾਂ ਭੁੱਲ ਨਾ ਜਾਈਏ, ਕੋਟਕਪੂਰਾ ਕਾਂਡ ਦੀ ਦੂਜੀ ਫਾਈਲ ਵੀ ਬੰਦ ਹੋ ਗਈ ਆ। ਇੱਕ SHO ਸਾਹਿਬ ਤੇ ਇੱਕ DSP ਸਾਹਿਬ ਨੂੰ ਰਾਹਤ ਮਿਲ ਗਈ, ਅਖਬਾਰਾਂ ਕਹਿੰਦੀਆਂ, ਮੀਡੀਆ ਕਹਿੰਦਾ, ਕਿਉਂਕਿ ਇਹ ਘਟਨਾ ਹੋ ਗਈ। ਮੈਂ ਕਿਹਾ ਆਪਾਂ ਜਾਂਦੇ ਜਾਂਦੇ ਯਾਦ ਕਰਾ ਦਿੰਦੇ। ਨਹੀਂ ਜ਼ਰੂਰੀ ਆ ਜੀ, ਕਿਉਂਕਿ ਉਦੋਂ ਇੱਕ FIR ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ SIT ਨੇ ਸੀਗੀ ਕਿ ਭਾਈ ਇਹਨਾਂ ਨੇ ਆਪਣੇ ਕੇਸ ਨੂੰ ਸੋਲਿਡ ਬਣਾਉਣ ਲਈ ਆਪ ਹੀ ਜੀਪ ਦੇ ਉੱਤੇ ਗੋਲੀਆਂ ਗਾਲੀਆਂ ਜੇ ਕੁਝ ਕਰ ਲਈਆਂ, ਤੇ ਹੁਣ ਫਰੀਦਕੋਟ ਦੀ ਅਦਾਲਤ ਨੇ ਕਹਿਤਾ ਕਿ ਇੱਕ ਫਾਈਲ ਪਹਿਲਾਂ ਬੰਦ ਸੀ ਕਿਉਂਕਿ ਹਾਈ ਕੋਰਟ ਨੇ ਹੁਣ ਕਹਿਤਾ, ਤੇ ਹੁਣ ਦੂਸਰੀ ਫਾਈਲ ਵੀ ਐਂ ਕਰਕੇ ਆਪਾਂ ਬੰਦ ਕਰ ਦਿੰਨੇ ਆ। ਹੁਣ ਇਕੱਲੀ ਫਾਈਲ ਨਹੀਂ ਬੰਦ ਕੀਤੀ, ਉੱਤੇ ਦੀ ਐ ਧਾਗਾ ਬੰਨਿਆ, ਧਾਗਾ ਐ ਫੁੱਲਾਂ ਵਾਲੀ ਗੰਢ ਮਾਰੀ, ਡੂੜ ਗੰਢ, ਠੀਕ ਹੈ ਜੀ। ਬਸ ਫਿਰ ਆਪਾਂ ਨੂੰ ਗੰਢ ਮਾਰੀ ਪ੍ਰੋਗਰਾਮ ਨੂੰ, ਗੰਢ ਮਾਰਨੀ ਪੈਣੀ ਆ ਸੰਧਾਲੀਆ ਸਾਹਿਬ, ਉਹੀ ਚੜ੍ਹਦੀ ਕਲਾ, ਹਾਂ ਪੱਖੀ ਅਪਰੋਚ, ਕੋਈ ਗੱਲ ਨਹੀਂ, 2-4 ਮਹੀਨੇ ਸਭ ਕੁਝ ਠੀਕ ਹੋਊਗਾ, ਸਾਵਧਾਨੀਆਂ ਵਰਤਿਓ। ਸ਼ੁਕਰੀਆ ਜੀ। ਸੋ ਸਾਡੀਆਂ ਇਹਨਾਂ ਝਲਵਲੱਲੀਆਂ ਦੇ ਵਿੱਚੋਂ ਜੇ ਤੁਹਾਨੂੰ ਕੁਝ ਲੱਭਦਾ ਹੋਵੇ ਤਾਂ ਜ਼ਰੂਰ ਤੁਸੀਂ ਐਪਰੀਸ਼ੀਏਟ ਕਰਿਆ ਕਰੋ, ਅੱਗੇ ਪਹੁੰਚਦਾ ਕਰਦਿਆ ਕਰੋ, ਕਿਉਂਕਿ ਜਿਹੜਾ ਬੰਦਾ ਕਿਸੇ ਵੇਲੇ ਹੁੰਦਾ, ਕਈ ਵਾਰ ਸਾਨੂੰ ਕਈ ਪਰਿਵਾਰ ਦੇ ਮੈਂਬਰ ਮਿਲਦੇ ਆ, ਭਾਜੀ ਫਿਰ ਤੁਹਾਡਾ ਕਦੀ ਪ੍ਰੋਗਰਾਮ ਵੇਖ ਲਈਦਾ, ਅਸੀਂ ਕਹਿੰਦੇ ਵੀ ਅਸੀਂ ਤਾਂ ਯਾਰ ਰੋਜ਼ ਕਰਦੇ ਹਾਂ, ਉਹ ਅੱਛਾ ਜੀ ਫਿਰ ਸਾਨੂੰ ਲੱਭਦਾ ਨਹੀਂ, ਉਹ ਉਹਨਾਂ ਨੂੰ ਨਹੀਂ ਲੱਭਦਾ ਤਾਂ ਉਹਨਾਂ ਦੀ ਲੱਭਣ ਦੇ ਵਿੱਚ ਜਾਂ ਉਹਨਾਂ ਤੱਕ ਪਹੁੰਚਾਉਣ ਦੇ ਵਿੱਚ ਥੋੜ੍ਹੀ ਜਿਹੀ ਮਦਦ ਕਰਦਿਆ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।